ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਅਟਰਨੀ ਟਿਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਆ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 4087227698 ਦੇ ਉੱਤੇ। ਅੱਜ ਦੇ ਪ੍ਰੋਗਰਾਮ ਬਹੁਤ ਇੰਪੋਰਟੈਂਟ ਆ। ਇਮੀਗ੍ਰੇਸ਼ਨ ਦੇ ਵਿੱਚ ਵੱਡੇ ਚੇਂਜਸ ਜਿਹੜੇ ਉਹ ਆ ਰਹੇ ਨੇ, ਕਿਉਂਕਿ ਜਿਹੜਾ ਬਿੱਲ ਪਾਸ ਹੋਇਆ ਆ ਉਸ ਨੂੰ ਲੈ ਕੇ ਕੀ ਤਬਦੀਲੀਆਂ ਹੋ ਸਕਦੀਆਂ, ਕਿੱਧਰ ਨੂੰ ਜਿਹੜੀ ਇਹ ਕਹਾਣੀ ਆ ਹੋਰ ਅੱਗੇ ਵਧੂਗੀ, ਉਸ ਦੇ ਲਈ ਇਸ ਪ੍ਰੋਗਰਾਮ ਨੂੰ ਪੂਰਾ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਿਓ। ਤੇ ਹੁਣੇ ਮੌਕਾ ਹੈ, ਜਿਹੜੇ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਨੇ, ਪੰਜਾਬੀ ਰੇਡੀਓ USA ਦੇ ਪੇਜਸ ਦੇ ਜ਼ਰੀਏ, ਫੇਸਬੁੱਕ ਪੇਜ, YouTube ਪੇਜ, ਪੰਜਾਬੀ TV USA ਦੇ YouTube ਪੇਜ ਤੇ ਫੇਸਬੁੱਕ ਪੇਜ ਦੇ ਜ਼ਰੀਏ ਇਹ ਵੱਧ ਤੋਂ ਵੱਧ ਅੱਗੇ ਜਿਹੜੇ ਉਹ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਤਾਂ ਜੋ ਸਾਰੇ ਜਾਣੇ ਇਹ ਜੁੜ ਕੇ ਜੋ ਤਬਦੀਲੀਆਂ ਆਉਣ ਦੀਆਂ ਕਿਆਸ ਰਹੀਆਂ, ਜੋ ਸੋਚਿਆ ਜਾ ਰਿਹਾ ਜਾਂ ਕੀ ਸੋਚਿਆ ਜਾ ਰਿਹਾ ਟਰੰਪ ਪ੍ਰਸ਼ਾਸਨ ਦੇ ਦੁਆਰਾ ਆਉਂਦੇ ਸਮੇਂ ਦੇ ਵਿੱਚ, ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦਾ ਮਾਹੌਲ ਬਦਲ ਸਕਦਾ ਆ, ਚੰਗਾ ਹੋਊਗਾ, ਮਾੜਾ ਹੋਊਗਾ, ਕੀ ਫਰਕ ਪਊਗਾ, ਉਹਦੇ ਬਾਰੇ ਥੋੜੀ ਅੱਜ ਦੀ ਆਪਣੀ ਡਿਸਕਸ਼ਨ ਜਿਹੜੀ ਰਹੂਗੀ। ਤੇ ਅਟਰਨੀ ਟਿਰਕੀਆਣਾ ਜੀ, ਕੀ ਅੱਜ ਕਾਲਸ ਦਾ ਸਿਲਸਿਲਾ ਹੋਊਗਾ ਕਿ ਰਹਿ ਜਾਊਗੀਆਂ? ਅੱਜ ਖਬਰਾਂ ਸਾਡੀਆਂ ਜ਼ਿਆਦਾ, ਅੱਜ ਕਾਲਸ ਤਾਂ ਨਹੀਂ ਹੋ ਪਾਣੀਆਂ। ਠੀਕ ਹੈ ਜੀ। ਸੋ ਸਾਰਿਆਂ ਨੂੰ ਬੇਨਤੀ ਆ ਵੀ ਕਾਲਸ ਜਿਹੜੀਆਂ ਉਹ ਅੱਜ ਨਹੀਂ ਲੈ ਸਕਾਂਗੇ, ਕਿਉਂਕਿ ਕਾਫੀ ਇੰਪੋਰਟੈਂਟ ਟੌਪਿਕ ਆ। ਮੇਨ ਡਿਸਕਸ਼ਨ ਜਿਹੜੀ ਉਸ ਦੇ ਉੱਤੇ ਤੇ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਆ ਉਸ ਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਨੀ ਆ। ਸੋ ਜਿਹੜੇ ਪੰਜਾਬ ਦੇ ਵਿੱਚ ਬੈਠੇ ਆ, ਜਿੱਥੇ ਪੰਜਾਬੀ TV USA ਦੇ ਨਾਲ ਜਿਹੜਾ ਉਹ ਜੁੜ ਸਕਦੇ ਆ। ਬਾਕੀ ਅਟਰਨੀ ਟਿਰਕੀਆਣਾ ਜੀ ਆਪਣੇ ਟਿਕਟੌਕ ਦੇ ਉੱਤੇ ਵੀ ਜਿਹੜੇ ਉਹ ਇਸ ਟਾਈਮ ਨਾਲ ਚੱਲ ਰਹੇ ਹੈਗੇ ਆ, ਉਧਰ ਵੀ ਜਿਹੜਾ ਤੁਸੀਂ ਜਿਹੜੇ ਉਹ ਟਿਕਟੌਕ ਵਾਲੇ ਆ ਉਹ ਵੀ ਜਿਹੜੇ ਜੁਆਇਨ ਕਰ ਸਕਦੇ ਆ। ਤੇ ਬਾਕੀ ਆਓ ਅੱਗੇ ਵੱਧਦੇ ਆ, ਖਬਰਾਂ ਦੇ ਵੱਲ ਨੂੰ ਨਜ਼ਰਾਂ ਮਾਰਦੇ ਆ ਕੀ ਜਿਹੜਾ ਇਸ ਦੇ ਵਿੱਚ ਹੋ ਰਿਹਾ ਆ। ਸੋ ਅਟਰਨੀ ਟਿਰਕੀਆਣਾ ਜੀ, ਆਪਾਂ ਕੁਝ ਮਹੀਨੇ ਪਹਿਲਾਂ ਚਰਚਾ ਕੀਤੀ ਸੀਗੀ ਵੀ $350 ਬਿਲੀਅਨ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਪ੍ਰਪੋਜ਼ ਕੀਤਾ ਗਿਆ ਆ ਵੀ ਉਹ ਐਡ ਕੀਤਾ ਜਾਊਗਾ। ਕਿੱਥੇ $30-35 ਬਿਲੀਅਨ ਹੁੰਦਾ ਸੀ ਪੂਰੇ ਜਿਹੜੇ ਇਹ ਇੱਕ ਕਾਰਜਕਾਲ ਦੇ ਵਿੱਚ, ਤੇ ਉਸ ਨੂੰ 10 ਗੁਣਾ ਜਿਹੜਾ ਉਹਨਾਂ ਨੇ ਵਧਾਇਆ $350 ਬਿਲੀਅਨ ਇਮੀਗ੍ਰੇਸ਼ਨ ਦੀ ਐਨਫੋਰਸਮੈਂਟ ਦੇ ਲਈ, ਬਾਰਡਰ ਸਿਕਿਉਰਿਟੀ ਦੇ ਲਈ, ਆਈਸ ਦੇ ਲਈ, ਜਿਹੜੇ ਕੋਰਟਸ ਦੇ ਲਈ, ਨਵੇਂ CBP ਦੇ ਅਫੀਸ਼ੀਅਲਸ ਜਿਹੜੇ ਉਹ ਉਹਨਾਂ ਨੇ ਭਰਤੀ ਕਰਨੇ ਆ, ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਟਰੰਪ ਹੁਣਾਂ ਦਾ ਬਿਗ ਬਿਊਟੀਫੁਲ ਬਿੱਲ ਪਾਸ ਹੋਇਆ। ਕੱਲ 4 ਜੁਲਾਈ ਨੂੰ ਉਹਨਾਂ ਨੇ ਉਸ ਬਿੱਲ ਦੇ ਉੱਤੇ ਸਾਈਨ ਜਿਹੜਾ ਉਹ ਕਰ ਦਿੱਤਾ ਆ। ਸੋ ਕਿਸ ਤਰੀਕੇ ਦੇ ਨਾਲ ਦੇਖਦੇ ਆ ਵੀ ਇਹਦੇ ਇਫੈਕਟ ਇਸ 2025 ਦੇ ਬਜਟ ਰੀਕਨਸੀਲੀਏਸ਼ਨ ਬਿੱਲ ਦੇ ਇਮੀਗ੍ਰੇਸ਼ਨ ਦੇ ਉੱਤੇ ਕੀ ਹੋਣ ਜਾ ਰਹੇ ਨੇ? ਦੇਖੋ ਜੀ, ਬਿਗ ਤਾਂ ਜ਼ਰੂਰ ਹੈਗਾ, ਬਿਊਟੀਫੁਲ ਹੈਗਾ ਕਿ ਨਹੀਂ ਹੈਗਾ ਇਹ ਨਹੀਂ ਪਤਾ। ਇਹ ਡਿਪੈਂਡ ਕਰਦਾ ਕਿ ਕਿਹੜੇ ਵਾਲੇ ਪੱਖੋਂ ਜਿਹੜਾ ਸੋਚਦੇ ਹੋ ਤੁਸੀਂ। ਠੀਕ ਆ। ਤੇ ਇਮੀਗ੍ਰੇਸ਼ਨ ਵਾਲੇ ਪੱਖੋਂ ਸੋਚਦੇ ਹੋ, ਐਂਟੀ ਇਮੀਗ੍ਰੇਸ਼ਨ ਵਾਲੇ ਪੱਖੋਂ ਸੋਚਦੇ ਹੋ। ਤੇ ਬਾਕੀ ਤੁਹਾਨੂੰ ਪਤਾ ਇਹਨਾਂ ਦਾ ਈਲਨ ਮਸਕ ਦਾ ਵੀ ਹੁਣ ਜਿਹੜਾ ਡਾਇਰੈਕਟ ਇਹਨਾਂ ਨਾਲ ਰੌਲਾ ਇਸ ਚੀਜ਼ ਤੇ ਕਿ ਜਿਹੜਾ ਬਿੱਲ ਹੈਗਾ ਉਹ ਹੋਰ ਜ਼ਿਆਦਾ ਡੈਟ ਤੁਹਾਡਾ ਵਧਾ ਦਿੰਦਾ। ਤੇ ਇਹ ਆਪੋਜ਼ਿਟ ਹੈਗਾ, ਜਿਹੜਾ ਸਰਕਾਰ ਜਿਹੜੇ ਹਿਸਾਬ ਨਾਲ ਪਹਿਲਾਂ ਆਪਣੀ ਕੈਂਪੇਨ ਕਰ ਰਹੀ ਸੀਗੀ ਕਿ ਸਪੈਂਡਿੰਗ ਵਗੈਰਾ ਕੱਟ ਜਿਹੜੀ ਕਰਨੀ ਆ, ਸਰਕਾਰ ਜਿਹੜੀ ਆ ਉਹ ਅੱਗੋਂ ਕਹਿੰਦੀ ਆ ਕਿ ਸਾਨੂੰ ਕੰਪਰੋਮਾਈਜ਼ ਵਗੈਰਾ ਜਿਹੜੇ ਕਰਨੇ ਪੈਂਦੇ ਆ। ਤੇ ਬਾਕੀ ਤੁਸੀਂ ਦੇਖੋ, ਜਦੋਂ ਚੈੱਕ ਜਦੋਂ ਆਉਂਦਾ ਹੁੰਦਾ ਮੋਟਾ, ਤੇ ਦੋਨੋਂ ਹਾਊਸ ਹੋਵੇ ਭਾਵੇਂ ਸੈਨੇਟ ਹੋਵੇ, ਫੱਟ ਕਰਕੇ ਜਿਹੜਾ ਸਾਈਨ ਹੋ ਜਾਂਦਾ ਉਦੋਂ ਕੋਈ ਨਹੀਂ ਰੋਕਦਾ। ਠੀਕ ਹੈ ਕਿ ਨਹੀਂ? ਇਹ ਸਾਰੀਆਂ ਚੀਜ਼ਾਂ ਦੇ ਵਿੱਚ ਭਾਵੇਂ ਮਿਲਟਰੀ ਸਪੈਂਡਿੰਗ ਹੋਵੇ, ਭਾਵੇਂ ਪ੍ਰਿਜ਼ਨ ਕੰਪਲੈਕਸ ਹੋਵੇ, ਭਾਵੇਂ ਕੋਈ ਵੀ ਚੀਜ਼ ਜਿਹੜੀ ਹੋਵੇ, ਹਰੇਕ ਚੀਜ਼ ਦੇ ਜਿਹੜੇ ਲੌਬੀ ਗਰੁੱਪ ਜਿਹੜੇ ਹੁੰਦੇ ਆ, ਹਰੇਕ ਲੋਕਾਂ ਨੂੰ ਜਿਹੜੇ ਚੈੱਕ ਉਹਨਾਂ ਦੇ ਆਪਣੇ ਆਪਣੇ ਪਹੁੰਚ ਜਾਂਦੇ ਹੁੰਦੇ ਆ। ਇਨਫਰਾਸਟਰਕਚਰ ਡਿਵੈਲਪਮੈਂਟ ਦੇ ਨਾਮ ਤੇ ਜਿਹੜਾ ਤੁਸੀਂ ਕਹਿ ਲਓ ਕਿ ਹੁਣ ਜਦੋਂ $150 ਬਿਲੀਅਨ ਜਦੋਂ ਇਹਨਾਂ ਨੇ ਬਾਰਡਰ ਤੇ ਕਰਨਾ, ਤੇ ਬੰਦਾ ਤੇ ਵੈਸੇ ਨਹੀਂ ਕੋਈ ਆ ਰਿਹਾ, ਤੇ ਹੁਣ ਪਤਾ ਨਹੀਂ $150 ਬਿਲੀਅਨ ਨਾਲ ਕੀ ਜਿਹੜਾ ਕਰ ਦੇਣਾ।
ਬੰਦੇ ਤਾਂ ਵੈਸੇ ਰੁਕ ਗਏ ਹੁਣ, ਮਤਲਬ 10-15 ਤੇ ਬੰਦੇ ਆਪ ਹੀ ਸਰਕਾਰ ਕਹੀ ਜਾਂਦੀ ਕਿ ਇੰਨੇ ਕੁ ਬੰਦੇ ਕ੍ਰਾਸ ਹੁੰਦੇ ਆ ਮਹੀਨੇ 'ਚ, ਤੇ ਉਹਨਾਂ ਪਿੱਛੇ ਹੁਣ $150 ਬਿਲੀਅਨ ਲਾ ਕੇ ਕੀ ਕਰਨਾ। ਚਲੋ ਜਿੱਦਾਂ ਵੀ ਆ, ਸੋ ਇਹ ਜਿਹੜਾ ਬਿੱਲ ਸੀਗਾ ਬੇਸਿਕਲੀ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਜਿਹੜੀ ਹੈਗੀ ਆ, ਉਹ ਕਹਿੰਦੀ ਹੈ ਕਿ ਇਹ ਜਿਹੜੀ ਅਮਰੀਕਨ ਵੈਲਿਊਜ਼ ਹੈਗੀਆਂ ਉਹਦਾ ਇੱਕ ਬਹੁਤ ਵੱਡਾ ਇੱਕ ਬਿਟਰੇਅਲ ਹੈਗਾ ਜੀ, ਕਿਉਂਕਿ ਇਹ ਜਿਹੜੀ ਇੱਕ ਹਾਰਸ਼ ਡਿਪੋਰਟੇਸ਼ਨ ਰਜੀਮ, ਕਿ ਉਹ ਕਹਿੰਦੀ ਕਿ ਇਹ ਤਾਨਾਸ਼ਾਹੀ ਜਿਹੜੀ ਹੁਣ ਇਸ ਵੇਲੇ ਇਮੀਗ੍ਰੇਸ਼ਨ ਦੀ ਚੱਲ ਰਹੀ ਆ, ਉਹਦੀ ਜਿਹੜੀ ਇਮੀਗ੍ਰੇਸ਼ਨ ਐਨਫੋਰਸਮੈਂਟ ਪ੍ਰਾਇੋਰਟੀਜ਼ ਹੈਗੀਆਂ, ਜਿਹੜੀਆਂ ਡਿਪੋਰਟੇਸ਼ਨ ਪ੍ਰਾਇੋਰਟੀਜ਼ ਹੈਗੀਆਂ, ਉਹਦੇ ਵੱਲ ਇਹ ਜ਼ਿਆਦਾ ਫੋਕਸ ਜਿਹੜੀ ਕਰਦੀ ਆ, ਬਲਕਿ ਜਿਹੜਾ ਕਿ ਹਿਊਮੈਨਿਟੇਰੀਅਨ ਜਿਹੜਾ ਰਿਲੀਫ ਵਗੈਰਾ ਕੀ ਦੇਣਾ, ਅਸਾਈਲਮ ਦੇ ਪ੍ਰੋਗਰਾਮ ਜਿਹੜੇ ਕਿੱਦਾਂ, ਉਹ ਚੀਜ਼ਾਂ ਨੂੰ ਇਹ ਜਿਹੜਾ ਕੱਟਦੀ ਆ। 150 ਜਿਹੜਾ ਬਿਲੀਅਨ ਡਾਲਰ ਇਹ ਕਹਿੰਦੇ ਪਨਿਸ਼ਮੈਂਟ ਜਿਹੜੀ ਇੱਕ ਤੁਸੀਂ ਕਹ ਲਓ ਪਨਿਸ਼ਮੈਂਟ ਐਨਫੋਰਸਮੈਂਟ ਜਿਹੜੀ ਇਹਨਾਂ ਨੇ ਕਰਨੀ, ਉਹਦੇ ਵੱਲ ਇਹਨਾਂ ਨੇ ਲਾਣਾ। 150 ਬਿਲੀਅਨ ਡਾਲਰ ਕੋਈ ਇਹਨਾਂ ਨੇ ਵਧੀਆ ਨਹੀਂ ਲਾਣਾ ਕਿ ਇਮੀਗ੍ਰੈਂਟਾਂ ਦਾ ਬੈਨੀਫਿਟ ਹੋਊਗਾ। 150 ਬਿਲੀਅਨ ਡਾਲਰ ਇਹਨਾਂ ਨੇ ਜਿਹੜਾ ਸੀਗਾ ਹੋਰ ਜ਼ਿਆਦਾ ਜਿਹੜੀ ਰੋਕ ਟੋਕ ਜਿਹੜੀ ਹੈਗੀ, ਹੋਰ ਬਜਟ ਜਿਹੜਾ ਇਹਨਾਂ ਕੋਲ ਆ ਗਿਆ। ਤੇ ਤੁਸੀਂ ਸਾਰਿਆਂ ਨੇ ਵੇਖਿਆ ਹੀ ਆਲਰੇਡੀ ਕਿ ਪ੍ਰਾਈਵੇਟ ਜਿਹੜੇ ਕੰਟਰੈਕਟਰ ਬੜੇ ਇਹਨਾਂ ਨੇ ਭਰਤੀ ਕੀਤੇ ਸੀ, ਜਿਹੜੇ ਨਕਾਬਪੋਸ਼ ਛੋਟੇ ਵੀ ਕਈ ਜਿਹੜੇ ਨਕਾਬਪੋਸ਼ ਜਿਹੜੇ ਫੜ ਕੇ ਲੋਕਾਂ ਨੂੰ ਭੇਜੀ ਜਾ ਰਹੇ ਸੀਗੇ। ਹਾਂ, ਤੁਸੀਂ ਲਾ ਲਓ ਕਿ ਜਿਹੜੇ ਹੁਣ ਇਹ ਬਾਉਂਟੀ ਹੰਟਰ ਵਗੈਰਾ ਹੈਗੇ ਆ, ਹੁਣ 150 ਬਿਲੀਅਨ ਜਦੋਂ ਆ ਗਿਆ, ਇਹ ਵੱਧ ਜਾਣਾ ਕੰਮ ਹੋਰ। ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜੇ ਇਮੀਗ੍ਰੇਸ਼ਨ ਦੇ ਬੈਕਲੌਗ ਆ, ਫੈਮਿਲੀ ਬੇਸ ਦੇ ਹੋ ਗਏ, ਜੁਵੇਨਾਈਲ ਵਾਲੇ ਕੇਸਾਂ ਦੇ ਹੋ ਗਏ, ਯੂ ਵੀਜ਼ਾ ਦੇ ਹੋ ਗਏ, ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਦੇ ਹੋ ਗਏ, ਇਹ ਕੋਈ ਵੀ ਜਿਹੜਾ ਬੈਕਲੌਗ ਆ ਉਹਨੂੰ ਘਟਾਉਣ ਦੇ ਵਿੱਚ ਕੋਈ ਹੈਲਪ ਨਹੀਂ ਹੋ ਰਹੀ ਇਸ ਬਿੱਲ ਦੇ ਰਾਹੀਂ। ਠੀਕ ਹੈ। ਇਹ ਫਾਈਨੈਂਸ਼ੀਅਲ ਜਿਹੜੇ ਤੁਸੀਂ ਕਹਿ ਲਓ ਕਿ ਜਿਹੜੀ ਜ਼ਿੰਮੇਵਾਰੀਆਂ ਹੈਗੀਆਂ, ਜਿਹੜੀ ਫੀਸਾਂ ਇਹਨਾਂ ਨੇ ਇਮੀਗ੍ਰੈਂਟਸ ਦੇ ਉੱਤੇ ਜ਼ਿਆਦਾ ਪਾਤੀਆਂ, ਉਹ ਵਧਾਤੀਆਂ। ਇਹ ਯੂਐਸ ਸਿਟੀਜ਼ਨ ਨੂੰ ਵੀ ਨੁਕਸਾਨ ਪਹੁੰਚਾਊਗਾ, ਗ੍ਰੀਨ ਕਾਰਡ ਹੋਲਡਰ ਨੂੰ ਵੀ ਨੁਕਸਾਨ ਪਹੁੰਚਾਊਗਾ, ਜਿਹੜੇ ਉਹਨਾਂ ਦੇ ਫੈਮਿਲੀ ਵਾਲੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਊਗਾ। ਇਹ ਤੋਂ ਇਲਾਵਾ ਇਹ ਕਹਿੰਦੇ ਕਿ ਜਿਹੜੇ ਵੀ ਇਸ ਦੇਸ਼ ਦੇ ਜਿਹੜੇ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ ਜਿਹੜੀਆਂ ਸੀਗੀਆਂ, ਉਹਨਾਂ ਨੂੰ ਵੀ ਇਹ ਜਿਹੜਾ ਸੀਗਾ ਨਕਾਰਦਾ, ਕਿਉਂਕਿ ਹੁਣ ਜਿਹੜੀ ਗੱਲ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਆ। ਗੱਲ ਹੁਣ ਇੱਥੇ ਤੱਕ ਅੱਗੋਂ ਵੱਧ ਗਈ ਕਿ ਜਦੋਂ ਤੁਸੀਂ ਦੇਖੋ ਕਿ ਜਦੋਂ ਦਾ ਜਨਵਰੀ ਦਾ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ, ਪਹਿਲਾਂ ਗੱਲ ਸੀਗੀ ਕਿ ਇਹ ਨੈਗੇਟਿਵ ਖਬਰ ਆ, ਇਹ ਡਰਾਵਾ ਏਦਾਂ, ਤੇ ਤੁਸੀਂ ਹੁਣ ਦੇਖ ਲਓ ਕਿ ਜਿਹੜੀ ਚੀਜ਼ ਸੀਗੀ ਉਹ ਤੋਂ ਜਿੰਨੀ ਕੁ ਖਬਰ ਜਿਹੜੀ ਸੀਗੀ ਉਹ ਤੋਂ ਵੀ ਤੁਸੀਂ ਕਹਿ ਲਓ ਕਿ ਜ਼ਿਆਦਾ ਹੀ ਪਰਫਾਰਮੈਂਸ ਜਿਹੜੀ ਸਰਕਾਰ ਜਿਹੜੀ ਕਰ ਰਹੀ ਆ, ਜ਼ਿਆਦਾ ਸ਼ਿਕੰਜਾ ਜਿਹੜਾ ਉਹਨਾਂ ਨੇ ਕੱਸਤਾ। ਜਿੰਨੀ ਆਪਾਂ ਗੱਲ ਕਰਦੇ ਹਾਂ ਉਹ ਤੋਂ ਜ਼ਿਆਦਾ ਜਿਹੜਾ ਹੈਗਾ ਔਨ ਸਟਰੀਟ ਜਿਹੜਾ ਹੁੰਦਾ, ਨਿਆਣੇ ਹੋ ਗਏ, ਘਰ ਦੇ ਹੋ ਗਏ, ਹਰੇਕ ਤਰ੍ਹਾਂ ਦਾ ਬੰਦਾ ਜਿਹੜਾ ਟਾਰਗੇਟ ਜਿਹੜਾ ਕੀਤਾ ਜਾ ਰਿਹਾ। ਕਈ ਕੰਟਰੀਆਂ ਦੇ ਜਿਹੜੇ ਸਿਟੀਜ਼ਨ ਸੀਗੇ ਟਾਰਗੇਟ ਕਰਤੇ, ਕਈ ਕੁਛ ਜਿਹੜਾ ਚੱਲ ਰਿਹਾ। ਤੇ ਹੁਣ ਇਹਦੇ ਵਿੱਚ ਜੇ ਗੱਲ ਆਪਾਂ ਕਰੀਏ, ਕਹਿੰਦੇ 59 ਬਿਲੀਅਨ ਇਹ ਸੀਬੀਪੀ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੂੰ ਇਹਨਾਂ ਨੇ ਦੇਣਾ। ਤਕਰੀਬਨ 50 ਬਿਲੀਅਨ ਇਹ ਕਹਿੰਦੇ ਕੰਧਾਂ ਬਣਾਉਣੀਆਂ। ਇੱਕ ਤਾਂ ਕੰਧ ਨਹੀਂ ਇਹਨਾਂ ਦੀ ਮੁੱਕਦੀ, ਪਤਾ ਨਹੀਂ ਇਹ ਕਦੋਂ ਦੀ ਬਣਨ ਦਈ ਆ, ਠੀਕ ਹੈ ਕਿ ਨਹੀਂ। 2-3 ਸਰਕਾਰਾਂ ਇਹਨਾਂ ਦੀਆਂ ਆ ਗਈਆਂ, ਕਦੀ ਮੈਕਸੀਕੋ ਨੇ ਬਿੱਲ ਦੇ ਦੇਣਾ, ਕਦੀ ਕਿਸੇ ਨੇ ਦੇ ਦੇਣਾ। ਹੁਣ ਮੈਂ ਕਿਹਾ ਕੋਈ ਜਾ ਕੇ ਪੁੱਛੇ ਕਿ ਤੂੰ ਤਾਂ ਕਹਿੰਦਾ ਸੀ ਬਿੱਲ ਦੇਣਾ ਮੈਕਸੀਕੋ ਨੇ 50 ਬਿਲੀਅਨ ਤੇ ਬਜਟ ਦਾ ਜਿਹੜਾ ਉਹ ਆ, ਤਾਂ ਫਿਰ ਈਲਨ ਮਸਕ ਸੱਚ ਹੀ ਕਹਿੰਦਾ ਨਾ ਇਹਦੇ ਹਿਸਾਬ ਨਾਲ। ਇਹ 50 ਬਿਲੀਅਨ ਹੁਣ ਆਣਾ ਕਿੱਥੋਂ ਦੀ ਹੈਗਾ? ਇਹ ਆਣਾ ਸਾਡੇ ਟੈਕਸ ਪੇਅਰ ਦੇ ਮਨੀ ਦੇ ਵਿੱਚੋਂ ਦੀ, ਹੋਰ ਕਿਤੋਂ ਨਹੀਂ ਇਹ ਆਣਾ। ਲਿਖਣ ਨੂੰ ਚੈੱਕ ਜਿਹੜੇ ਮਰਜ਼ੀ ਲਿਖੀ ਜਾਣ, ਪੈਸਾ ਹੁਣ ਹਵਾ ਚੋਂ ਤਾਂ ਪ੍ਰਿੰਟ ਹੋਣਾ ਨਹੀਂ। ਟ੍ਰੈਜਰੀ ਨੇ ਜਿਹੜਾ ਵੀ ਉਹ ਪੈਸਾ ਇਸ਼ੂ ਕਰਦੀ ਹੈ, ਲੋਕਾਂ ਨੂੰ ਭੁਗਤਾਨ ਉਹਦਾ ਜਿਹੜਾ ਕਰਨਾ ਪੈਂਦਾ। 50 ਬਿਲੀਅਨ ਜਿਹਨਾਂ ਨੇ ਕੰਧ ਲਈ ਬਣਾ ਕੇ ਰੱਖ ਲਿਆ, ਉਹ ਕੰਧ ਦੇ ਤੁਸੀਂ ਆંકੜੇ ਜੀ ਇੰਟਰਨੈਟ ਤੇ ਜਾ ਕੇ ਪੜ੍ਹ ਸਕਦੇ ਆ। ਉਹ ਪਤਾ ਨਹੀਂ ਕਿਹੜੇ ਮਿਸਤਰੀ, ਕਿਹੜੇ ਕਾਰੀਗਰ ਇਹਨਾਂ ਨੇ ਲਾਏ ਆ। ਉਹ ਇੱਕ ਪਤਾ ਨਹੀਂ ਕਿਹੜਾ ਕਹਿੰਦੇ ਮਾਈਲ ਦੀ ਪਤਾ ਨਹੀਂ ਕਿੰਨੀ ਕੋਸਟ ਜਿਹੜੀ ਪੈ ਜਾਂਦੀ ਆ। ਰਾਜਕਰਨ ਜੀ, ਉਹ ਤੁਸੀਂ ਸ਼ਾਇਦ ਇਹਨਾਂ ਨੂੰ ਇੰਟਰਨੈਟ ਤੋਂ ਪੜ੍ਹ ਕੇ ਦੱਸ ਸਕਦੇ ਹੋ। ਮੈਂ ਕਿਹਾ ਯਾਰ ਏਦਾਂ ਦੀ ਕੰਧ ਕਿਹੜੀ, ਤੁਸੀਂ ਕਿਹੜਾ ਤਾਜ ਮਹਿਲ ਬਣਾ ਦੇਣਾ ਸੰਗੇ ਮਰਮਰ ਦਾ ਜਿਹੜਾ। ਉਹ ਚੋਂ ਬੰਦਾ ਤਾਂ ਆਰਾਮ ਨਾਲ ਉਹ ਵਿੱਚੋਂ ਲੰਘ ਆਉਂਦਾ ਹੈ। ਕਿੰਨੀਆਂ ਤਾਂ ਵੀਡੀਓ ਵੀ ਆਈਆਂ, ਕੰਧ ਨੂੰ ਏਦਾਂ ਹੀ ਲੋਕੀ ਭੇਦ ਕੇ ਆ ਜਾਂਦੇ ਆ। 45 ਬਿਲੀਅਨ ਇਹ ਕਹਿੰਦੇ ਆ ਡਿਟੈਂਸ਼ਨ ਸੈਂਟਰ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹਨੂੰ ਐਕਸਪੈਂਡ ਕਰਨਾ। 45 ਬਿਲੀਅਨ, 1 ਬਿਲੀਅਨ ਦੇ ਵਿੱਚ $1000 ਮਿਲੀਅਨ ਹੁੰਦੇ ਆ। ਇੱਕ ਮਾਈਲ ਦਾ, ਸੌਰੀ ਮੈਂ ਤੁਹਾਨੂੰ ਦੱਸ ਜਾਵਾਂ, 15 ਤੋਂ 20 ਮਿਲੀਅਨ ਡਾਲਰ ਇੱਕ ਮੀਲ ਕੰਧ ਦਾ ਲੱਗਦਾ ਜੀ। ਅੱਛਾ, ਮੈਂ ਉਹੀ ਕਹਿ ਰਿਹਾ, ਮੈਂ ਕਿਹਾ ਲਾਣਾ ਤਾਂ ਤੁਸੀਂ ਭਰਾਵਾ ਉਹੀ ਜਿਹੜਾ ਬਾਰਡਰ ਦੀ ਜਿਹੜੀ ਫੈਂਸ ਉਹ ਉਤੋਂ ਪੌੜੀਆਂ ਲਾ ਕੇ ਲੱਗੀ ਜਾਂਦੇ ਆ 15-20 ਮਿਲੀ। ਤੇ ਤੁਸੀਂ ਲਾਓ ਇਹਦੇ ਹੁਣ ਪਤਾ ਨਹੀਂ ਕਿਹੜੇ ਕੰਟਰੈਕਟਰ ਆ, ਕਿਹੜਾ ਨੂੰ ਬਿੱਡ ਜਾਣੀ ਆ, ਕਿੱਦਾਂ ਜਾਣਾ। ਉਹ ਚਲੋ ਬਾਕੀ ਤਾਂ ਗੱਲਾਂ ਬਾਅਦ ਦੀਆਂ, ਪਹਿਲਾਂ ਤਾਂ ਬਿੱਲ ਜਿਹੜਾ ਸਾਈਨ ਹੋ ਗਿਆ, ਹੁਣ ਬਾਕੀ ਅੱਗੇ ਮੰਗਣ ਵਾਲੇ ਬਥੇਰੇ। ਹੁਣ 45 ਬਿਲੀਅਨ ਇਹ ਕਹਿੰਦੇ ਆ ਡਿਟੈਂਸ਼ਨ ਜਿਹੜਾ ਜੇਲ੍ਹਾਂ ਵਾਲਾ। ਉਹ ਵੀ ਦੇਖੋ ਤੁਸੀਂ, ਇੱਕ ਪ੍ਰਾਈਵੇਟ ਇੰਡਸਟਰੀਅਲ ਕੰਪਲੈਕਸ ਹੀ ਇੱਕ ਤਰ੍ਹਾਂ ਦਾ ਜਿਹੜਾ ਹੈਗਾ। ਕੋਈ ਏਦਾਂ ਤਾਂ ਹੈ ਨਹੀਂ ਕਿ ਸਰਕਾਰ ਨੇ ਆਪ ਜਿਹੜੀਆਂ ਜੇਲ੍ਹਾਂ ਰਨ ਕਰਨੀਆਂ ਹੁੰਦੀਆਂ। ਇਹ ਹੁਣ 45 ਬਿਲੀਅਨ ਕਿਹੜੇ ਹਿਸਾਬ ਨਾਲ ਜਾਣਾ, ਮਤਲਬ ਕਿ ਇਹਨਾਂ ਨੂੰ ਜਾਣਾ ਇਹ 45 ਬਿਲੀਅਨ। ਤੇ ਇਹ ਦੇਖ ਲਓ ਤੁਸੀਂ 150 ਬਿਲੀਅਨ ਤੁਹਾਡੇ ਮੋਰੇ ਸੀਬੀਪੀ ਵਾਲਿਆਂ ਨੂੰ। ਚਲੋ ਸੀਬੀਪੀ ਦਾ ਮੰਨਿਆ ਕਿ ਯੂਨੀਫਾਰਮ ਦੇ ਗੇਅਰ ਗੂਅਰ ਇਹ ਉਹ ਸਾਰਾ ਵੀ ਟੈਕਨੋਲੋਜੀ ਆ, ਬਾਰਡਰ ਤੇ ਆ, ਦਿਹਾੜੀਆਂ ਲੱਗਦੀਆਂ, ਸਾਰਾ ਕੁਝ। 100 ਬਿਲੀਅਨ ਤਾਂ ਤੁਹਾਡਾ ਜਿਹੜਾ ਸੀਗਾ, 100 ਬਿਲੀਅਨ ਤਾਂ ਤੁਹਾਡਾ ਜਿਹੜਾ ਇਹਨਾਂ ਨੇ ਕੰਧਾਂ ਦੇ ਉੱਤੇ ਤੇ ਜਿਹੜੀ ਜੇਲ੍ਹ ਦੇ ਇਨਫਰਾਸਟ੍ਰਕਚਰ ਦੇ ਉੱਤੇ ਲਾਤਾ, ਠੀਕ ਆ।
ਜੀ ਇਹ ਗੱਲਾਂ ਨਹੀਂ ਹੁਣ ਕੋਈ ਦੱਸਦਾ ਤੁਹਾਨੂੰ, ਠੀਕ ਹੈ। ਇਹ ਜਿਹੜੀਆਂ ਹੈਗੀਆਂ 150 ਬਿਲੀਅਨ ਆ ਗਿਆ, ਲੋਕੀ ਸੋਚਦੇ ਆ ਕਿ ਸਾਰਾ ਕੁਝ ਸਹੀ ਹੋ ਜਾਣਾ। ਕੰਧਾਂ ਕੁੰਧਾਂ ਤਾਂ ਦੇਖੋ ਪਹਿਲਾਂ ਵੀ ਜਿਹੜੀਆਂ ਸੀਗੀਆਂ, ਪਹਿਲਾਂ ਉੱਥੋਂ ਵੀ ਲੋਕੀ ਆਉਂਦੇ ਹੀ ਸੀਗੇ, ਠੀਕ ਹੈ ਕਿ ਨਹੀਂ। ਜੀ ਜੀ ਜਿਹੜਾ ਅੱਗੇ ਦੇਸ਼ ਲੰਘ ਸਕਦਾ ਉਹ ਪੌੜੀ ਲਾ ਕੇ ਵੀ ਟੱਪ ਜਾਊਗਾ, ਠੀਕ ਹੈ ਕਿ ਨਹੀਂ। ਅੱਛਾ ਜੀ, ਹੁਣ ਉਸ ਤੋਂ ਇਲਾਵਾ ਜਿਹੜੀ ਮੇਨ ਚੀਜ਼ ਹੈਗੀ ਕਿ ਅਸਾਈਲਮ ਵਾਲਿਆਂ ਦੀ, ਗ੍ਰੀਨ ਕਾਰਡ ਐਪਲੀਕੇਸ਼ਨ ਦੀ ਸਾਰਿਆਂ ਦੀਆਂ ਫੀਸਾਂ ਇਹਨਾਂ ਨੇ ਵਧਾਤੀਆਂ ਇਸ ਬਿੱਲ ਦੇ ਥੱਲੇ। ਹੁਣ ਬਿੱਲ ਦਾ ਭੁਗਤਾਨ ਵੀ ਤਾਂ ਕਰਨਾ ਨਾ, ਬਿਲਕੁਲ। ਮਿਨੀਮਮ ਕਹਿੰਦੇ $100 ਤੋਂ ਲੈ ਕੇ $1000 ਤੱਕ ਜਿਹੜੀ ਫੀਸ ਜਿਹੜੀ ਅਸਾਈਲਮ ਐਪਲੀਕੈਂਟ ਦੀ ਜਿਹੜੀ ਵੱਧ ਸਕਦੀ ਆ। ਜਿਹਨਾਂ ਦੀ ਐਪਲੀਕੇਸ਼ਨਾਂ ਪੈਂਡਿੰਗ ਹੈਗੀਆਂ ਪਰ ਈਅਰ, ਉਹ ਕਹਿੰਦੇ $100 ਤੁਸੀਂ ਮੇਨਟੇਨੈਂਸ ਫੀ ਦੇਣੀ ਆ ਪੈਂਡਿੰਗ ਐਪਲੀਕੇਸ਼ਨ ਦੀ। ਜਿੰਨੇ ਸਾਲ ਤੁਹਾਡਾ ਪੈਂਡਿੰਗ ਰਹੂਗਾ ਉਨੇ ਸਾਲ, ਹਰ ਸਾਲ ਦੀ ਤੁਹਾਡੀ $100 ਜਿਹੜੀ ਸਰਕਾਰ ਨੂੰ ਫੀਸ ਜਾਣੀ ਹੈ। 10 ਸਾਲ ਪੈਂਡਿੰਗ ਰਹਿ ਗਿਆ ਤਾਂ $1000 ਹੋ ਗਈ, ਠੀਕ ਹੈ। ਜਿਹੜਾ ਤੁਹਾਡਾ ਇਨੀਸ਼ੀਅਲ ਵਰਕ ਪਰਮਿਟ ਜਿਹੜਾ ਸੀਗਾ, ਪਹਿਲਾਂ ਜਿਹੜੀ ਫੀਸ ਉਹਦੀ ਫ੍ਰੀ ਹੁੰਦੀ ਸੀਗੀ ਆਪਣੀ ਸਰਕਾਰ ਵੱਲੋਂ, $0 ਸੀਗੀ, ਉਹ ਚੱਕ ਕੇ ਇਹਨਾਂ ਨੇ ਕਰਤੀ $550। ਲਓ ਜੀ, ਇਹਦਾ ਹੁਣ ਸੁਣਨ ਵਾਲਿਆਂ ਨੂੰ ਤਾਂ ਨਹੀਂ ਕਹਿ ਲਓ ਫਰਕ ਪੈਣਾ, ਪਰ ਤੁਸੀਂ ਦੇਖ ਲਓ ਕਿ $0 ਤੋਂ ਜਿਹੜੀ ਸੀਗੀ ਫੀਸ $550 ਹੋ ਗਈ। ਜਿਹੜੇ ਰਿਨਿਊਅਲ ਐਕਸਟੈਂਸ਼ਨ ਵਗੈਰਾ ਉਹਦੀਆਂ ਵੀ ਫੀਸਾਂ 'ਚ ਵਾਧਾ ਇਹਨਾਂ ਨੇ ਕਰਤਾ। ਪੇਰੋਲ ਜਿਹੜਾ I-131 ਜਿਹੜਾ ਲੈਣਾ ਉਹਦੀ $1000 ਫੀਸ ਇਹਨਾਂ ਨੇ ਕਰਤੀ ਹੈ, ਵਧਾਤੀ ਹੈ। ਇਨੀਸ਼ੀਅਲ EAD ਜਿਹੜੀ ਪੈਰੋਲ ਵਗੈਰਾ ਦੇ ਨਾਲ ਮਿਲਦੀ ਸੀ ਉਹਦੀ $550 ਕਰਤੀ ਆ। ਜਿਹੜਾ ਜੁਵੀਨਾਈਲ ਵਾਲੇ ਕੇਸ ਸੀਗੇ, ਗਾਰਡੀਅਨਸ਼ਿਪ ਵਾਲੇ ਕੇਸ ਸੀਗੇ, $250 ਉਹਦੀ ਫੀਸ ਕਰਤੀ। ਐਡਜਸਟਮੈਂਟ ਆਫ ਸਟੇਟਸ ਜਿਹੜਾ ਗ੍ਰੀਨ ਕਾਰਡ ਵਗੈਰਾ ਤੁਸੀਂ ਫਾਈਲ ਕਰਦੇ ਉਹਦੀ $1500 ਫੀਸ। ਜੇ ਕੋਈ ਵੇਵਰ ਵੂਵਰ 601A ਵਗੈਰਾ ਕਰਨਾ ਉਹਦੀ 1000 ਫੀਸ ਇਹਨਾਂ ਨੇ ਕਰਤੀ। ਤੇ ਤੁਸੀਂ ਦੇਖ ਲਓ ਸਾਰਾ ਵਾਧਾ ਕੀਤਾ। ਸਭ ਤੋਂ ਜ਼ਿਆਦਾ ਵਾਧਾ ਇਹਨਾਂ ਨੇ ਕੀਤਾ ਜਿਹੜੇ ਲੋਕੀ ਆਪਣੀ ਤਰੀਕ ਮਿਸ ਕਰਦੇ ਆ, ਠੀਕ ਆ। ਇਹ ਬੜੇ ਬੰਦੇ ਇਹਦੇ ਵਿੱਚ ਆਪਣੇ ਆ ਜਾਂਦੇ ਆ, ਪੰਜਾਬੀ, ਠੀਕ ਆ, ਤੇ ਹਰਿਆਣੇ ਵਾਲੇ ਵੀ ਕਾਫੀ ਆ ਜਾਂਦੇ ਆ, ਜਿਹੜੇ ਸੱਜਣ ਮਿੱਤਰ ਦੇ ਆਖੇ ਲਾ ਕੇ ਤਰੀਕਾਂ ਨਾਲ ਪੰਗੇ ਲੈਂਦੇ ਆ। ਕਦੀ ਮੈਡੀਕਲ ਸਰਟੀਫਿਕੇਟ ਜਮ੍ਹਾਂ ਕਰਾਉਂਦੇ ਆ ਉਧਰਲੇ ਪਾਸੇ ਨੂੰ, ਮਤਲਬ ਪੁੱਠੇ ਪਾਸੇ ਨੂੰ ਜਿਹੜੇ ਤੁਰਦੇ ਆ ਕਿ ਜੱਜ ਨਹੀਂ ਵਧੀਆ, ਮੈਂ ਤਰੀਕ ਨਹੀਂ ਜਾਣੀ, ਜਿਹੜਾ ਨਿਆਣਪੁੜਾ ਕਰਦੇ ਆ। ਉਹਦੀ ਹੁਣ ਜਿਹੜੀ ਉਹ ਕਹਿੰਦੇ ਆ ਕਿ ਇਨ ਐਬਸਟੈਂਸ਼ੀਆ ਜੇ ਰਿਮੂਵਲ ਆਰਡਰ ਇਸ਼ੂ ਹੋ ਗਿਆ, ਉਹਨੂੰ ਦੁਬਾਰਾ ਜੇ ਖੋਲਣਾ ਤੁਸੀਂ ਕੁਝ ਪਿਆ ਤੇ ਉਹਦੀ ਫੀਸ ਇਹਨੇ ਰੱਖੀ ਆ $5000। ਉਹ ਤੁਹਾਡੀ ਠੀਕ। ਸੋ $5000 ਜਿਹੜਾ ਤੁਹਾਡਾ ਇਨ ਐਬਸੈਂਸ਼ੀਆ ਜਿਹੜਾ ਰਿਮੂਵਲ ਆਰਡਰ ਜਿਹੜਾ ਹੋ ਗਿਆ, ਉਹਦੀ ਫਾਈਲਿੰਗ ਦੀ $5000 ਫੀਸ। ਇਹ ਸਭ ਤੋਂ ਵੱਧ ਜਿਹੜੀ ਫੀਸ ਜਿਹੜੀ ਹੈਗੀ ਆ। ਉਹ ਪੁੱਠੇ ਪੰਗੇ ਨਾ ਲਓ। ਇਹ ਡਾਕਟਰੀ ਜਿਹੜੇ ਸਰਟੀਫਿਕੇਟ ਹੁੰਦੇ ਆ, ਇਹ ਸਭ ਜਿਹੜਾ ਉਹਨਾਂ ਨੇ ਉਹ ਰੋਜ਼ ਹੀ ਇਹ ਦੇਖਦੇ ਆ ਕਿ ਤਬੀਅਤ ਖਰਾਬ ਹੋ ਗਈ ਤਰੀਕ ਤੋਂ ਪਹਿਲਾਂ 15 ਦਿਨ 20 ਦਿਨ ਪਹਿਲਾਂ, ਤੇ ਤਰੀਕ ਤੇ ਬੰਦਾ ਜਿਹੜਾ ਪਹੁੰਚਦਾ ਨਹੀਂ। ਏਦਾਂ ਦੇ ਕਈ ਪਖੰਡ ਜਿਹੜੇ ਕਰਦੇ ਆ। ਤੇ ਕਈ ਵਾਰੀ ਆਪਣਾ ਵਕੀਲਾਂ ਦੇ ਫੋਨ ਕਰਨੇ ਬੰਦ ਕਰ ਦਿੰਦੇ ਆ। ਵਕੀਲ ਨੇ ਤਾਂ ਲੌਗ ਰੱਖਿਆ ਹੁੰਦਾ ਆਪਣੇ ਨਾਲ ਵੀ। ਕਈ ਵਾਰੀ ਏਦਾਂ ਹੁੰਦਾ ਕਿ ਵਕੀਲਾਂ ਦੇ ਫੋਨ ਚੱਕਣੇ ਛੱਡ ਦਿੰਦੇ ਆ ਕਿ ਪਤਾ ਨਹੀਂ ਤਰੀਕ ਕਿਤੇ ਗਾਇਬ ਹੀ ਹੋ ਜਾਣੀ ਆਟੋਮੈਟਿਕਲੀ ਜੇ ਵਕੀਲ ਨੇ ਚੇਂਜ ਨਾ ਕਰਾਇਆ ਹੋਵੇ। ਮੈਂ ਫੋਨ ਨਹੀਂ ਚੱਕਿਆ ਤਾਂ ਮੈਂ ਫੋਨ ਨਹੀਂ ਚੱਕਿਆ ਹੈ ਨਾ, ਏਦਾਂ ਦਾ। ਉਹ ਨਵੇਂ ਜਿੱਦਾਂ ਜਵਾਕ ਕਈ ਵਾਰੀ ਜਿੱਦਾਂ ਹੁਣ ਆਏ ਆ, ਤਾਂ ਇਹ ਸਿਸਟਮ ਦੇ ਵਿੱਚ ਕੋਈ ਹੁਣ ਰਹਿਮ ਨਹੀਂ ਹੈਗਾ ਇਸ ਵੇਲੇ। ਤੇ ਨਾ ਜੱਜ ਤਰੀਕ ਅੱਗੇ ਕਰ ਰਹੇ ਆ। ਜੇ ਨਹੀਂ ਬੰਦਾ ਪਹੁੰਚਿਆ ਤੇ ਡੀਪੋਟੇਸ਼ਨ ਜਿਹੜੀ ਲੱਗ ਰਹੀ ਆ। ਤੁਹਾਡਾ ਕੋਈ ਜੇ ਸੱਜਣ ਮਿੱਤਰ ਹੈਗਾ, ਕਿਸੇ ਨੂੰ ਪੁੱਠੀ ਸਲਾਹ ਕੋਈ ਦੇ ਰਿਹਾ, ਤੇ ਉਹਨੂੰ ਸਿੱਧੇ ਕਹੋ ਕਿ ਭਾਈ ਤਰੀਕ ਨਾ ਕਿਤੇ ਮਿਸ ਕਰੀ। ਤੇ ਇਹ $5000 ਫੀਸ ਦਾ ਉਹਦੇ ਵਿੱਚ ਵਾਧਾ ਹੁਣ ਹੋ ਜਾਣਾ। ਅਪੀਲਾਂ ਦੀ ਫੀਸ ਜਿਹੜੀ ਸੀਗੀ, ਜਿੱਦਾਂ BIA ਦੀ $110 ਸੀਗੀ, ਉਹ $900 ਕਰਤੀ ਆ, ਠੀਕ ਹੈ ਕਿ ਨਹੀਂ। ਤੇ ਏਦਾਂ ਸਾਰੀਆਂ ਫੀਸਾਂ ਜਿਹੜੀਆਂ ਸੀਗੀਆਂ, ਮੋਸ਼ਨ ਟੂ ਰੀਓਪਨ ਦੀ ਜਿਹੜੀ ਸੀਗੀ, ਇਮੀਗ੍ਰੇਸ਼ਨ ਜੱਜ ਦਾ ਡਿਸੀਜਨ ਵਗੈਰਾ, BIA ਦਾ ਡਿਸੀਜਨ ਸੀਗਾ, ਉਹ $900 ਇਹਨਾਂ ਨੇ ਕਰਤੀ ਆ। ਤੇ ਸਾਰੀਆਂ ਫੀਸਾਂ ਦੇ ਵਿੱਚ ਜਿਹੜਾ ਵਾਧਾ ਇਹਨਾਂ ਨੇ ਕਰਤਾ। ਇੱਕ ਇਹ ਸੀਗਾ ਕਿ ਜਿਹੜੇ ਲੋਕਾਂ ਦੀ ਅਰੈਸਟ ਹੋ ਗਈ ਪੋਰਟ ਆਫ ਐਂਟਰੀ ਦੇ ਵਿੱਚ, ਉਹਦੀ ਫੀਸ ਵਧਾਉਣ ਜਾ ਰਿਹਾ $5000। ਜਿਹੜੇ ਬਾਰਡਰ ਟੱਪ ਕੇ ਆਉਂਦੇ ਆ ਉਹਨਾਂ ਨੂੰ ਫੜਿਆ, ਉਹਨਾਂ ਦੇ $5000। ਇਹ ਬਿੱਲ ਦੇ ਵਿੱਚ ਲਿਖਿਆ ਹੋਇਆ। ਇਨਐਡਮਿਸਿਬਲ ਜਿਹੜੇ ਇੰਡੀਵਿਜੂਅਲ ਸੀਗੇ, ਜਿਨ੍ਹਾਂ ਨੂੰ ਪੋਰਟ ਆਫ ਐਂਟਰੀ ਦੇ ਗੱਭੇ ਜਿਹੜਾ ਬਾਰਡਰ ਪੈਂਦਾ ਉੱਤੇ ਅਰੈਸਟ ਕਰ ਲਿਆ, ਤੇ $5000। ਸੋ ਇਹ ਜਿਹੜੀਆਂ ਫੀਸਾਂ ਦੇ ਵਿੱਚ ਇਹ ਜਿਹੜਾ ਬਿੱਲ ਆ ਇਹਦਾ ਵਾਧਾ। ਤੇ ਇਹਦੇ ਵਿੱਚ ਹੁਣ ਉਹ ਕਹਿੰਦੇ ਆ ਕਿ ਕਾਫੀ ਤੁਹਾਡੇ ਇਕਨੋਮਿਕ ਤੇ ਹਿਊਮੈਨਿਟੇਰੀਅਨ ਕੰਸਰਨ ਜਿਹੜੇ ਆ ਜਾਂਦੇ ਆ। ਇੱਕ ਤਾਂ ਬੇਸਿਕਲੀ ਇਹ ਲੇਬਰ ਮਾਰਕੀਟ ਜਿਹੜਾ ਉਹਨੂੰ ਖਰਾਬ ਕਰਦਾ, ਕਿਉਂਕਿ ਦੇਖੋ ਏਦਾਂ ਦੀਆਂ ਫੀਸਾਂ ਕਈ ਲੋਕਾਂ ਕੋਲ ਨਹੀਂ ਵੀ ਜਿਹੜੀਆਂ ਦੇ ਹੁੰਦੀਆਂ। ਸਮਾਲ ਬਿਜ਼ਨੈਸਿਸ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਨੁਕਸਾਨ ਪਹੁੰਚਾਉਂਦਾ, ਕਿਉਂਕਿ ਤੁਸੀਂ ਲਾ ਲਓ ਕਿ ਜੇ ਕਿਸੇ ਨੇ 15-20 ਬੰਦਿਆਂ ਦਾ ਹੁਣ ਜਿਹੜਾ ਸਪਾਂਸਰ ਕਰਨਾ, ਸਾਰਿਆਂ ਦੀ ਤੁਸੀਂ ਫੀਸਾਂ ਵਧਾਤੀਆਂ, ਇਨਕਲੂਡਿੰਗ ਜਿਹੜੀਆਂ ਗ੍ਰੀਨ ਕਾਰਡ ਵਗੈਰਾ ਦੀਆਂ ਫੀਸਾਂ। ਉਹ ਇੱਕ ਇੰਪਲੋਇਰ ਨੂੰ ਜਿਹੜਾ ਉਹਦਾ ਬਿੱਲ ਜਿਹੜਾ ਚੱਕਣਾ ਪੈਂਦਾ, ਠੀਕ ਹੈ। ਇੰਪਲੋਇਮੈਂਟ ਇਮੀਗ੍ਰੇਸ਼ਨ ਜਿਹੜਾ ਸਿਰਫ ਇੰਪਲੋਇਰ ਹੁੰਦਾ ਉਹ ਫੀਸਾਂ ਭਰ ਸਕਦਾ ਹੁੰਦਾ ਕਈ ਲੈਵਲ ਤੇ ਬੰਦਾ ਖੁਦ ਆਪਣੀ ਫੀਸ ਨਹੀਂ ਦੇ ਸਕਦਾ ਹੁੰਦਾ। ਤੇ ਇਹ ਜਿਹੜਾ ਸੀਗਾ ਮੋਟੇ ਤੌਰ ਤੇ ਇਹ ਜਿਹੜਾ ਬਿੱਲ ਆ, ਹੁਣ ਜਦੋਂ ਪੈਸਾ ਇਹਨਾਂ ਕੋਲ ਆ ਗਿਆ, ਜਿੰਨੇ ਆਪਰੇਸ਼ਨ ਤੁਸੀਂ ਹੁਣ ਦੇਖ ਰਹੇ ਆ, ਉਹ ਤੁਸੀਂ ਲਾ ਲਓ ਕਿ ਜਦੋਂ ਪੈਸਾ ਇਹਨਾਂ ਕੋਲ ਆ ਗਿਆ, ਇਹਨਾਂ ਨੇ ਉਹ 10 ਗੁਣਾ 20 ਗੁਣਾ ਵਧਾ ਦੇਣੇ ਆ। ਦੇਖੋ, ਸੋ ਇਮੈਜਿਨ ਕਰੋ ਵੀ ਹੁਣ ਕਿੱਦਾਂ ਦੀ ਜਿਹੜੀ ਸਥਿਤੀ ਜਿਹੜੀ ਉਹ ਬਣ ਰਹੀ ਆ। ਆਲਰੇਡੀ ਇਕਨੋਮੀ ਦਾ ਸਭ ਨੂੰ ਹੀ ਪਤਾ ਵੀ ਕਿਸ ਤਰੀਕੇ ਦੇ ਨਾਲ ਚੱਲ ਰਿਹਾ। ਸੋ ਆਊਟ ਆਫ ਰੀਚ ਬੇਸਿਕਲੀ ਕਰਨਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਦੇ ਲਈ ਵੀ ਇਹ ਹੋਵੇ, ਜਿਹੜੀ ਇਹ ਬਾਰ-ਬਾਰ ਗੱਲ ਆਖਦੇ ਆ ਪ੍ਰਸ਼ਾਸਨ
ਵੀ ਸੈਲਫ ਡਿਪੋਰਟ ਕਰ ਲਓ, ਉਸ ਪਾਸੇ ਵੱਲ ਨੂੰ ਜਿਹੜਾ ਉਹ ਧੱਕ ਰਹੇ ਆ। ਜਦਕਿ ਅਸਾਈਲਮ ਦੇ ਲਈ ਅਪਲਾਈ ਕਰਨਾ ਅਮਰੀਕਾ ਦਾ ਸੰਵਿਧਾਨ ਕਹਿੰਦਾ ਵੀ ਤੁਸੀਂ ਕਰ ਸਕਦੇ ਆ, ਪਰ ਸਮਹਾਉ ਇਸ ਦੇ ਧਾਰਨਾ ਇਦਾਂ ਫੀਲ ਹੁੰਦੀ ਹੈ ਵੀ ਇਸ ਦੇ ਉਲਟ ਚੱਲ ਰਿਹਾ ਹੈ ਸਾਰਾ ਕੰਮ। ਹਾਂਜੀ, ਹੁਣ ਪੈਸਾ ਦੇਖੋ ਵਧੀਆ ਚੀਜ਼ ਵੱਲ ਵੀ ਯੂਜ਼ ਕਰਿਆ ਜਾ ਸਕਦਾ ਵਾ, ਨੈਗੇਟਿਵ ਚੀਜ਼ ਵੱਲ ਵੀ ਯੂਜ਼ ਕਰਿਆ ਜਾ ਸਕਦਾ। ਇਹ ਜਿਹੜੀ ਸਰਕਾਰ ਆ ਉਹਨਾਂ ਦਾ ਵਿਊ ਪੁਆਇੰਟ ਇਹ ਆ ਕਿ ਜਿਹੜੀ ਇਮੀਗ੍ਰੇਸ਼ਨ ਆ ਹੋਰ ਜ਼ਿਆਦਾ ਟਾਈਟ ਜਿਹੜੀ ਕਰਨੀ ਆ। ਮੇਰੇ ਹਿਸਾਬ ਨਾਲ ਤਾਂ ਆਲਰੇਡੀ ਮੋਰ ਦੈਨ ਇਨਫ ਜਿਹੜੀ ਟਾਈਟ ਹੈ, ਇਸ ਤੋਂ ਜ਼ਿਆਦਾ ਹੁਣ ਤੁਸੀਂ ਕੀ ਟਾਈਟ ਕਰੋਗੇ? ਇਸ ਤੋਂ ਜ਼ਿਆਦਾ ਟਾਈਟ ਤਾਂ ਹੁਣ ਆਪਾਂ ਇਹੀ ਦੇਖ ਰਹੇ ਆ ਨਾ, ਅਟਾਰਨੀ ਟੇਕ ਕਹਿਣਾ ਜੀ ਵੀ ਲੋਕਾਂ ਨੂੰ ਡੀਨੈਚੁਰਲਾਈਜ਼ ਕਰਨ ਵਾਲੇ ਪਾਸੇ ਨੂੰ ਤੁਰ ਰਹੇ ਆ, ਸਿਟੀਜ਼ਨ ਵੀ ਫੜ ਰਹੇ ਆ, ਗ੍ਰੀਨ ਕਾਰਡ ਵਾਲੇ ਵੀ ਫੜ ਰਹੇ ਆ ਵੀ ਕੋਈ ਬੰਦਾ ਫਸੇ ਤਾਂ ਸਹੀ ਵੀ ਆਪਾਂ ਚੱਕ ਦੋ। ਈਵਨ ਆਪਣੇ ਸਾਹਮਣੇ ਆ ਜਿਹੜਾ ਮਮਦਾਨੀ ਉੱਥੋਂ ਦੀ ਇਲੈਕਸ਼ਨ ਜਿੱਤਿਆ ਨਿਊਯਾਰਕ ਸਿਟੀ ਦਾ, ਉਹਨੂੰ ਵੀ ਡਿਪੋਰਟ ਕਰਨ ਦੀ ਮੰਗ ਜਿਹੜੀ ਉਹ ਕਰਦੇ ਆ। ਹਾਂਜੀ, ਉਹਦੇ ਵੀ ਆਪਣਾ ਰਿਕਾਰਡ ਖੋਲਿਆ ਇਹਨਾਂ ਨੇ, ਇੱਕ ਜਿਹੜੀ ਉਹਦੀ ਐਪਲੀਕੇਸ਼ਨ ਸੀਗੀ ਉਹਦੇ ਵਿੱਚ ਡਾਇਵਰਸਿਟੀ ਦੇ ਨਾਂ ਤੇ ਉਹਨੇ ਵੀ ਕਈ ਬੁੱਕਸ ਜਿਹੜੇ ਸੀਗੇ ਪੁੱਠੇ ਸਿੱਧੇ ਜਿਹੜੇ ਚੈੱਕ ਕੀਤੇ ਸੀਗੇ। ਤੇ ਜਦੋਂ ਫਿਰ ਤੁਸੀਂ ਜਾਂਦੇ ਆ, ਤੁਹਾਨੂੰ ਪਤਾ ਪਬਲਿਕ ਸਪੇਸ ਦੇ ਵਿੱਚ ਤੇ ਫਿਰ ਸਾਰੀਆਂ ਗੱਲਾਂ ਜਿਹੜੀਆਂ, ਸਾਰੇ ਪਰਦੇ ਜਿਹੜੇ ਫਾਸ਼ ਹੁੰਦੇ ਆ। ਜੀ ਜੀ। ਸੋ AIL ਕੀ ਕਹਿੰਦੀ ਆ ਵੀ ਹੁਣ ਕੀ ਉਹਨਾਂ ਦੇ ਵਿਚਾਰ ਆ ਇਸ ਪੂਰੇ ਬਿੱਲ ਨੂੰ ਜਿਹੜਾ ਉਹ ਲੈ ਕੇ, ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਚੇਂਜਿਸ ਜਿਹੜੇ ਉਹ ਆ ਰਹੇ ਆ। ਸੋ ਜਿੱਦਾਂ ਤੁਸੀਂ ਹੁਣ ਇਸ਼ਾਰਾ ਕੀਤਾ ਵੀ ਇਹ ਮਨੀ ਤੇ ਜਿਹੜੀ ਰੱਖੀ ਗਈ ਆ, ਇੱਕ ਕੋਰ ਸਿਵਿਕ ਕਰਕੇ ਆ, ਇੱਕ ਜੀਓ ਗਰੁੱਪ ਕਰਕੇ ਆ, ਇਹਨਾਂ ਦੇ ਸਭ ਤੋਂ ਜ਼ਿਆਦਾ ਡਿਟੈਂਸ਼ਨ ਸੈਂਟਰ ਆ। ਇਹ ਬਹੁਤ ਜ਼ਿਆਦਾ ਫਾਸਟ ਪੇਸ ਹੋ ਕੇ ਬਣਨਗੇ। ਐਲੀਗੇਟਰ ਅਲਕੇਟਰਾਸ ਦੀ ਆਪਾਂ ਪਿਛਲੇ ਕਈ ਵੀਕਸ ਤੋਂ ਲਗਾਤਾਰ ਉਸ ਦੇ ਬਾਰੇ ਜਿਹੜੇ ਉਹ ਸੁਣ ਰਹੇ ਆ। ਸੋ ਇਹ ਮਨੀ ਉਧਰ ਨੂੰ ਜਿਹੜੀ ਉਹ ਜਾਣੀ ਆ। ਜਿਹੜੇ ਬਾਉਂਟੀ ਹੰਟਰਸ ਵੀ ਆ, ਉਹ ਵੀ ਲੋਕਾਂ ਨੂੰ ਲੋਕ ਨਹੀਂ ਸਮਝਦੇ, ਉਹ ਵੀ ਨੰਬਰ ਸਮਝਦੇ ਆ ਵੀ ਮੈਂ ਅੱਜ ਇੰਨੇ ਫੜ ਲਏ, ਮੇਰੇ ਇੰਨੇ ਜਿਹੜੇ ਉਹ ਬਣ ਜਾਣੇ ਆ। ਸੋ ਇਹ ਕਿਸ ਪਾਸੇ ਵੱਲ ਨੂੰ ਜਿਹੜਾ ਆਪਾਂ ਵੱਧ ਰਹੇ ਆ? ਦੇਖੋ ਜੀ, ਉਹਨਾਂ ਨੇ 3000 ਦਾ ਕੋਟਾ ਰੱਖਿਆ ਕਿ 3000 ਬੰਦੇ ਫੜਨੇ ਆ ਐਵਰੀ ਡੇ। ਉਹ ਜਿਹੜਾ ਸਰਕਾਰ ਨੇ ਜਿੱਦਾਂ ਇੰਨੀ ਕਲੈਕਸ਼ਨ ਜਿਹੜੀ ਹੋਣੀ ਚਾਹੀਦੀ ਹੈ, 3000 ਦਾ ਉਹਨਾਂ ਨੇ ਨੰਬਰ ਰੱਖਿਆ, ਤੇ ਉਹ 3000 ਉਹਨਾਂ ਨੇ ਦੇਖ ਲਓ ਤੁਸੀਂ ਕਿ ਪੂਰਾ ਕਰਨਾ ਜਿਹੜੇ ਮਰਜ਼ੀ ਹਿਸਾਬ ਨਾਲ ਤੁਸੀਂ ਲਗਾ ਲਓ। ਕਿ ਭਾਵੇਂ ਉਹ ਰੈਸਟੋਰੈਂਟਾਂ ਦੇ ਛਾਪੇ ਮਾਰਨ, ਠੀਕ ਆ, ਭਾਵੇਂ ਉਹ ਇੰਟਰਵਿਊ ਤੇ ਗਿਆ ਬੰਦਾ ਫੜਨ, ਭਾਵੇਂ ਉਹ ਕੋਰਟ ਦੇ ਬਾਹਰ ਬੰਦੇ ਚੱਕਣ, ਭਾਵੇਂ ਉਹ ਟਰੱਕ ਚਲਾਉਂਦੇ ਤਾਂ ਬੰਦੇ ਨੂੰ ਰੋਕਣ, ਠੀਕ ਆ। ਐਵਰੀ ਡੇ ਜਿਹੜਾ ਕਰਨਾ, ਮਤਲਬ ਕਿ ਆਪਰੇਸ਼ਨ ਜਿਹੜਾ ਸਟਾਪ ਨਹੀਂ ਹੋਣਾ। ਜੇ ਅੱਜ ਫੜ ਲਏ ਕੱਲ, ਮਤਲਬ ਇਹਦੇ ਵਿੱਚੋਂ ਕਿਹੜਾ ਬੰਦਾ ਬਚੂਗਾ ਮੈਨੂੰ ਦੱਸੋ? ਹਰੇਕ ਜਿਹੜਾ ਖੇਤਰ, ਜਿਹੜਾ ਬੰਦਾ ਕਿਤੇ ਵੀ ਜਿਹੜਾ ਹੱਥ ਪਾਇਆ ਜਾ ਸਕਦਾ ਬੰਦੇ ਨੂੰ। 3000 ਉਹਨਾਂ ਨੇ ਫੜਨਾ, ਤੇ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਬੰਦੇ ਫੜਦੇ ਆ ਨਾ, ਉਹ ਟ੍ਰੇਨਡ ਵੀ ਨਹੀਂ ਇੰਨੇ ਹੈਗੇ। ਆਪਣੇ ਖੁਦ ਦੇ ਵੀ ਕਈ ਵਾਰੀ ਕੇਸ ਹੋਏ, ਉਹ ਕਹਿੰਦੇ ਇਹਦੀ ਇੰਟਰਵਿਊ ਲਾਣੀ, ਆਪਾਂ ਉਹਨਾਂ ਨੂੰ ਕਹਿ ਰਹੇ ਕਿ ਇਹਦੀ ਅਪੀਲ ਲੱਗੀ ਆ, ਜੂਰਿਸਡਿਕਸ਼ਨ ਆ। ਜਿਹੜਾ ਬੰਦਾ ਇੰਟਰਵਿਊ ਲੈਣ ਵਾਲਾ, ਉਹ ਕਹਿੰਦਾ ਕਿ ਨਹੀਂ ਮੈਂ ਇੰਟਰਵਿਊ ਫੇਰ ਵੀ ਲੈਣੀ ਆ। ਤੇ ਉਹਨੂੰ ਕਹੇ ਤੂੰ ਇੰਟਰਵਿਊ ਲੈ ਕੇ ਕਰਨਾ ਕੀ ਆ? BIA ਦੇ ਵਿੱਚ ਆਲਰੇਡੀ ਜੂਰਿਸਡਿਕਸ਼ਨ ਜਿਹੜਾ ਬਣ ਗਿਆ ਵਾ, ਤੁਸੀਂ BIA ਨੂੰ ਬਾਈਪਾਸ ਜਿਹੜਾ ਨਹੀਂ ਕਰ ਸਕਦੇ। ਤੇ ਉਹ ਕਹਿੰਦੇ ਕਿ ਤੁਹਾਨੂੰ ਜੇ ਕੋਈ ਸਵਾਲ ਆ ਨਾ ਜੂਰਿਸਡਿਕਸ਼ਨ ਤੇ, ਤੁਸੀਂ ਫਲਾਣੇ ਨੰਬਰ ਤੇ ਕਾਲ ਕਰ ਸਕਦੇ ਆ। ਮੈਂ ਕਿਹਾ ਆਪਾਂ ਕਾਲ ਕਰਕੇ ਕੀ ਲੈਣਾ, ਤੇਰਾ ਜੂਰਿਸਡਿਕਸ਼ਨ ਹੀ ਨਹੀਂ ਹੈਗਾ, ਤੂੰ ਲੈ ਲੈ ਇੰਟਰਵਿਊ। ਕੱਲ ਨੂੰ ਜੇ ਤੇਰਾ ਫੇਲ ਹੋ ਗਿਆ ਕੇਸ, ਤਾਂ ਵੀ ਤਾਂ ਸੇਮ ਥਿੰਗ ਹੀ, ਆਪਣੀ BIA ਦੇ ਅਪੀਲ ਚੱਲਦੀ ਆ। ਉਹ ਚਲੋ ਲੱਕੀਲੀ ਬੰਦੇ ਦਾ ਜਿਹੜਾ ਕੇਸ ਹੈ, ਇੰਟਰਵਿਊ ਦੀ ਪਾਸ ਹੋ ਗਈ, ਬੈਕ ਟੂ ਕੋਰਟ ਆ ਗਏ ਆ। ਤੇ ਏਦਾਂ ਦੇ ਜਿਹੜੇ ਮਤਲਬ ਕਿ ਟ੍ਰੇਨਿੰਗ ਹੀ ਨਹੀਂ ਹੈ ਨਾ ਬੰਦਿਆਂ ਦੀ ਜਿਹੜੀ ਹੈਗੀ, ਇੱਕ ਪ੍ਰੋਸੈਸ ਕਿਹੜੇ ਹਿਸਾਬ ਨਾਲ ਜਿਹੜਾ ਹੈਂਡਲ ਕਰਨਾ। ਸਰਕਾਰ ਦੀ ਖੁਦ ਮੁਲਾਜ਼ਮਾਂ ਦੀ ਨਹੀਂ ਟ੍ਰੇਨਿੰਗ ਜਿਹੜੀ ਹੈਗੀ। ਜਦੋਂ ਤੁਸੀਂ ਕਈ ਬੰਦੇ ਤੁਸੀਂ ਦੇਖਿਆ ਹੋਣਾ ਕਿ ਰਿਜ਼ਾਈਨ ਵੀ ਕਰ ਗਏ, ਇਹਨਾਂ ਦੇ ਖੁਦ ਹੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਚੋਂ ਵੀ ਕਈ ਬੰਦੇ ਰਿਜ਼ਾਈਨ ਕਰ ਗਏ ਆ। ਤੇ ਜਦੋਂ ਹੁਣ ਬੰਦਾ ਰਿਜ਼ਾਈਨ ਕਰ ਜਾਂਦਾ, ਜਿਹੜੇ ਨਵੇਂ ਬੰਦੇ ਜਿਹੜੇ ਆਉਂਦੇ ਆ, ਉਹਨਾਂ ਨੂੰ ਫਿਰ ਮੈਸੇਜ ਹੀ ਤੁਸੀਂ ਜਦੋਂ ਇਹ ਦੇ ਰਹੇ ਆ ਕਿ ਸਾਰਿਆਂ ਨੂੰ ਫੜਨਾ, ਡਿਪੋਰਟ ਕਰਨਾ, ਤੇ ਉਹਦੇ ਵਿੱਚ ਟ੍ਰੇਨਿੰਗ, ਡਿਊ ਪ੍ਰੋਸੈਸ ਦੀ ਜਿਹੜੇ ਕਾਨੂੰਨ ਫੋਲੋ ਹੋਣੇ ਚਾਹੀਦੇ ਆ, ਉਹ ਵਾਲੀ ਗੱਲ ਤਾਂ ਰਹਿ ਨਹੀਂ ਜਾਂਦੀ। ਇਹਦਾ ਜੀ ਨੁਕਸਾਨ ਇਹੀ ਹੈ ਕਿ ਡਿਊ ਪ੍ਰੋਸੈਸ ਦੇਖੋ ਜੀ, ਜਿਹੜੇ ਦੇਸ਼ਾਂ 'ਚ ਵੀ ਤੁਸੀਂ ਜਦੋਂ ਡਿਊ ਪ੍ਰੋਸੈਸ ਨਹੀਂ ਦਿੰਦੇ ਆ, ਤੁਸੀਂ ਲੋਕਾਂ ਨੂੰ ਐਲੀਮੀਨੇਟ ਕਰ ਦਿੰਦੇ ਆ ਕਿ ਨਹੀਂ ਇਹਦੀ ਲੋੜ ਆ, ਕਾਨੂੰਨ ਨੂੰ ਬੈਂਡ ਕੀਤਾ ਜਾਵੇ, ਥੋੜਾ ਜਿਹਾ ਡੰਡਾ ਦਿਖਾਇਆ ਜਾਵੇ। ਉਹ ਸਾਰੇ ਦੇਸ਼ਾਂ ਦਾ ਦੇਖੋ ਜੀ ਅਜੇ ਤੱਕ ਨੁਕਸਾਨ ਹੀ ਹੋਇਆ। ਹੁਣ ਸਾਡੇ ਮੁਲਕਾਂ ਦੀ ਗੱਲ ਕਰੀਏ, ਉੱਥੇ ਵੀ ਇਹੀ ਪ੍ਰੋਬਲਮ ਆ ਨਾ, ਡਿਊ ਪ੍ਰੋਸੈਸ ਹੈ ਨਹੀਂ। ਉਹ ਹੌਲੀ ਜਦੋਂ ਤੁਸੀਂ ਇੱਕ ਵਾਰੀ ਰੋਕਦੇ ਆ, ਫਿਰ ਤੁਸੀਂ ਉਹ ਵਾਲੇ ਸੜਕ ਤੇ ਚੱਲ ਜਾਂਦੇ ਆ, ਉੱਥੇ ਫਿਰ ਤੁਹਾਨੂੰ ਪਤਾ ਸੁਣਵਾਈ ਨਹੀਂ ਹੁੰਦੀ। ਉਹਦੇ ਹਿਸਾਬ ਨਾਲ ਪ੍ਰਸ਼ਾਸਨ ਵੀ ਕਰਪਟ ਹੋ ਜਾਂਦਾ, ਲੋਕੀ ਵੀ ਕਰਪਟ ਹੋ ਜਾਂਦੇ ਆ, ਸਾਰਾ ਫਿਰ ਤੁਹਾਨੂੰ ਪਤਾ ਜਿਹੜਾ ਆਪਾਂ ਉਹੀ ਚੀਜ਼ਾਂ ਛੱਡ ਕੇ ਤਾਂ ਉਰੇ ਆਨੇ ਆ, ਰਾਈਟ? ਐਗਜ਼ੈਕਟਲੀ, ਉਹਨਾਂ ਚੀਜ਼ਾਂ ਤੋਂ ਹੀ ਤੇ ਉਹਨਾਂ ਚੀਜ਼ਾਂ ਤੋਂ ਜਾਂਦੇ ਆਨੇ ਆ, ਤੇ ਹੁਣ ਇੱਧਰ ਵੀ ਆ ਕੇ ਉਹੀ ਚੀਜ਼ਾਂ ਇਹਨੇ ਦੇਖਣ ਨੂੰ ਮਿਲ ਰਹੀਆਂ। ਬੰਦਾ ਹੁਣ ਜਾਵੇ ਤਾਂ ਜਾਵੇ ਕਿੱਥੇ? ਕੀ ਟਰੰਪ ਹੋਣਾ ਦੀ ਪ੍ਰੈਜ਼ੀਡੈਂਸੀ ਜਾਂ ਟਰੰਪ ਹੋਣਾ ਦੀ ਜਿਹੜੀ ਪਕੜ ਆ, ਕੀ ਜੁਡੀਸ਼ਰੀ ਤੇ ਵੀ ਮਜ਼ਬੂਤ ਹੁੰਦੀ ਜਾ ਰਹੀ ਆ? ਕੀ ਉਹ ਇਸ ਤਰੀਕੇ ਦੇ ਨਾਲ ਵਿਦਆਊਟ ਡਿਊ ਪ੍ਰੋਸੈਸ ਇੰਨਾ ਬੈਂਡ ਕਰ ਸਕਦੇ? ਤੁਹਾਡੇ ਮੂਹਰੇ ਹੀ ਆ ਸੁਪਰੀਮ ਕੋਰਟ ਤੇ, ਦੇਖ ਲਓ ਤੁਸੀਂ। ਤੁਹਾਨੂੰ ਲੌਂਗ ਟਰਮ ਇਫੈਕਟ ਕੀ ਲੱਗਦੇ ਆ ਵੀ ਇਦਾਂ ਹੀ ਰਹਿ ਜਾਊਗਾ, ਜਾਂ ਇਵੈਂਚੁਅਲੀ ਇਹ ਜੋ ਇਸ ਟਾਈਮ ਪ੍ਰੋਸੈਸ ਵਿਦਆਊਟ ਡਿਊ ਪ੍ਰੋਸੈਸ ਜੋ ਚੱਲ ਰਿਹਾ, ਇਹਦਾ ਖਾਮਿਆਜ਼ਾ ਵੀ ਇਹਨਾਂ ਲੋਕਾਂ ਨੂੰ ਭੁਗਤਣਾ ਪੈ ਸਕਦਾ?
ਤੁਸੀਂ ਦੇਖ ਲਓ ਆਪਣਾ ਜਿਹੜਾ ਸੁਪਰੀਮ ਕੋਰਟ ਦੇ ਜੱਜ ਆ ਜਿਹੜਾ ਹੁਣੇ ਰੀਸੈਂਟ ਫੈਸਲੇ ਵੀ ਜਿੱਦਾਂ ਬਰਥ ਰਾਈਟ ਵਾਲੇ ਇੰਜੈਕਸ਼ਨ ਵਾਲੇ ਮੁੱਦੇ ਤੇ ਹੀ ਸੀਗਾ, ਜੇ ਕੋਈ ਐਡਾ ਵੱਡਾ ਉਹ ਨਹੀਂ ਕਿ ਉਹਨਾਂ ਨੇ ਬਰਥ ਰਾਈਟ ਦੇ ਫੈਸਲਾ ਕੀਤਾ ਸੀਗਾ। ਉਹ ਜਿਹੜੇ ਹਿਸਾਬ ਨਾਲ ਜਸਟਿਸ ਮੈਂ ਕਿਹਾ ਜਿਹੜੇ ਦੂਜਿਆਂ ਨੂੰ ਕ੍ਰਿਟਿਸਾਈਜ਼ ਕਰ ਰਹੇ ਸੀਗੇ, ਤੁਸੀਂ ਉਹ ਤੋਂ ਜਿਹੜਾ ਹਿਸਾਬ ਲਾ ਲਓ ਕਿ ਇੱਕ ਤਰ੍ਹਾਂ ਦੀ ਇਸ ਵੇਲੇ ਲੈ ਜੀ ਇੱਕ ਚੱਲੀ ਹੋਈ ਹੈ ਸਾਰੀ, ਗਿਆ ਬੰਦੇ ਇੱਧਰਲੇ ਪਾਸੇ ਲਾਈਨ ਹੋ ਜਾਂਦੇ ਆ ਜਾਂ ਉੱਧਰਲੇ ਪਾਸੇ ਲਾਈਨ ਹੋ ਜਾਂਦੇ ਆ। ਤੇ ਅਲਟੀਮੇਟਲੀ ਹੁਣ ਮੈਂ ਕਿਹਾ ਜੇ ਗੱਲ ਕਰੀਏ ਇਲਨ ਮਸਕ ਦੀ, ਉਹ ਕਹਿੰਦਾ ਹੁਣ ਸੈਂਟਰਿਸਟ ਪਾਰਟੀ ਦੀ ਇੱਕ ਜ਼ਰੂਰਤ ਜਿਹੜੀ ਆ ਗਈ ਆ ਇਹਦੇ ਹਿਸਾਬ ਨਾਲ, ਤੇ ਲੱਗਦਾ ਇਹੀ ਹੈ ਕਿ ਇਹਨਾਂ ਨੂੰ ਹੁਣ ਇੱਕ ਮੈਂ ਕਿਹਾ ਥਰਡ ਪਾਰਟੀ ਦੀ ਲੋੜ ਆ। ਪਰ ਇਹ ਦੋਨਾਂ ਪਾਰਟੀਆਂ ਨੇ ਜਿਹੜਾ ਸੀਗਾ ਇਹਨਾਂ ਨੇ ਪਨਪਨ ਨਹੀਂ ਦੇਣੀ ਤੀਜੀ ਪਾਰਟੀ, ਤੇ ਦੇਖਦੇ ਹੁਣ ਕਿ ਜਿਹੜੇ ਹੁਣ ਹਰ ਬੰਦਾ ਐਗਰੀ ਵੀ ਨਹੀਂ ਕਰਦਾ ਸਰਕਾਰ ਦੀ ਪਾਲਿਸੀ ਨਾਲ, ਹਰੇਕ ਜੱਜ ਜਿਹੜਾ ਐਗਰੀ ਨਹੀਂ ਵੀ ਕਰਦਾ, ਤੇ ਜਾਂ ਉਹ ਇੱਕ ਰਾਈਟ ਸਾਈਡ ਵਾਲਾ ਐਕਸਟ੍ਰੀਮ ਹੋ ਜਾਂਦਾ ਜਾਂ ਫਿਰ ਉਹ ਲੈਫਟ ਸਾਈਡ ਵਾਲਾ ਐਕਸਟ੍ਰੀਮ ਹੋ ਜਾਂਦਾ। ਤੇ ਇਹ ਦੋਨਾਂ ਦੇ ਵਿੱਚ ਜਿਹੜਾ ਇੱਕ ਸੀਗਾ ਨਾਰਮਲ ਬੰਦਾ ਕੰਮਕਾਰ ਕਰਨ ਵਾਲਾ ਬਿਜ਼ਨਸਮੈਨ ਫੈਮਿਲੀਮੈਨ, ਉਹ ਪਿਸ ਜਾਂਦਾ ਵਿੱਚ, ਉਹ ਨਾ ਇਧਰਲੇ ਪਾਸੇ ਜੁੜਦਾ ਨਾ ਉਧਰਲੇ ਪਾਸੇ ਜੁੜਦਾ ਜੀ। ਅੱਛਾ, AIL ਕੀ ਸੋਚਦੀ ਆ ਵੀ ਇਹਦੇ ਇਕਨੋਮਿਕ ਤੇ ਹਿਊਮੈਨਿਟੇਰੀਅਨ ਕੰਸਰਨਸ ਕੀ ਹੈ ਇਸ ਬਿੱਲ ਦੇ, ਜਿਹੜਾ ਹੁਣ ਇਹ ਬਿੱਲ ਲਾਅ ਬਣ ਗਿਆ? ਹਾਂਜੀ, ਉਹਨਾਂ ਦਾ ਇਹੀ ਹੈ ਕਿ ਬੇਸਿਕਲੀ ਬਿਜ਼ਨਸ ਵਗੈਰਾ ਨੂੰ ਕਾਫੀ ਜਿਹੜਾ ਤੁਹਾਡਾ ਭੁਗਤਾਨ ਕਰਨਾ ਪਊਗਾ। ਸਾਰੇ ਜਿਹੜੇ ਬਿੱਲ ਜਿਹੜਾ ਹੈਗਾ ਹੁਣ ਜਿਹੜੀਆਂ ਫੀਸਾਂ ਫੂਸਾਂ ਉਹ ਜਿਹੜੇ ਸਮਾਲ ਬਿਜ਼ਨਸ ਹੀ ਦੇਊਗੇ ਫਿਰ। ਠੀਕ ਹੈ ਜੀ। ਸੋ ਬਿਲਕੁਲ, ਸੋ ਓਵਰਆਲ ਜੇ ਆਪਾਂ ਦੇਖਿਆ ਜਾਵੇ ਟਰਨੀਟਿਕ ਕਹਿਣਾ ਜੀ ਵੀ ਵੱਡੇ ਚੇਂਜਸ ਜਿਹੜੇ ਆ ਰਹੇ ਆ, ਸੋ ਸਖਤੀ ਵਧੂਗੀ ਜਿੱਦਾਂ ਚੱਲ ਰਹੀ ਆ, ਉਹਦੇ ਵਿੱਚ ਮਨੀ ਹੋਰ ਜ਼ਿਆਦਾ ਐਡ ਕਰ ਦਿੱਤੀ ਗਈ ਆ। ਸੋ ਉਹ ਜੋ ਸਿਲਸਿਲੇ ਦੇ ਵਿੱਚ ਜਿੱਦਾਂ ਚੱਲ ਰਹੇ ਸੀ, ਆਪਾਂ ਨੂੰ ਲੱਗਦਾ ਵੀ ਉਸੇ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਚੱਲਦਾ ਰਹੂਗਾ। ਤੁਹਾਡੀ ਇਸ ਮੌਕੇ ਕੀ ਲੋਕਾਂ ਨੂੰ ਜਿਨ੍ਹਾਂ ਦੇ ਕੇਸ ਵਗੈਰਾ ਚੱਲ ਰਹੇ ਆ ਜਾਂ ਆਮ ਲੋਕ ਵੀ ਆ, ਕੀ ਸਲਾਹ ਕੀ ਆ ਉਹਨਾਂ ਨੂੰ ਵੀ ਕੀ ਉਹਨਾਂ ਨੂੰ ਹੁਣ ਕਰਨਾ ਕੀ ਚਾਹੀਦਾ ਆ? ਡਾਕੂਮੈਂਟੇਸ਼ਨ ਰੱਖਣ ਨੂੰ ਤਾਂ ਆਪਾਂ ਕਦ ਤੋਂ ਜਿਹੜਾ ਉਹ ਆਖ ਰਹੇ ਆ, ਕੀ ਸਲਾਹ ਹੈ ਲੋਕਾਂ ਦੇ ਲਈ ਕੇਸ ਬਾਰੇ ਜੀ ਗੱਲ ਕਰ ਰਹੇ ਆਪਾਂ ਵੀ ਜਿਹੜੇ ਹੁਣ ਜਿਹੜੀ ਇੰਨੀ ਮਨੀ ਐਕਸਟਰਾ ਜਿਹੜੀ ਇਸ ਦੇ ਵਿੱਚ ਆਉਣੀ ਆ, ਓਬਵੀਅਸਲੀ ਉਹਦੇ ਨਾਲ ਸਖਤੀ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਧੀ ਰਹਿਣਗੀਆਂ, ਵੀ ਹੋਰ ਅੱਗੇ ਨੂੰ ਕੰਮ ਵਧੂਗਾ। ਕੀ ਸਲਾਹ ਹੈ ਲੋਕਾਂ ਦੇ ਲਈ ਉਸ ਚੀਜ਼ ਨੂੰ ਲੈ ਕੇ? ਦੇਖੋ ਜੀ, ਉਹ ਤਾਂ ਹੁਣ ਜਦੋਂ ਬਿੱਲ ਪਾਸ ਹੋ ਗਏ, ਫੀਸਾਂ ਜਿਹੜੀਆਂ ਲੱਗ ਗਈਆਂ ਉਹ ਤਾਂ ਦੇਣੀਆਂ ਪੈਣੀਆਂ। ਜੇ ਤੁਸੀਂ ਫੀਸ ਉਹਨਾਂ ਨੂੰ ਦਿੰਦੇ ਨਹੀਂ ਆ ਪੂਰੀ, ਉਹਨਾਂ ਨੇ ਤੁਹਾਡਾ ਜਿਹੜਾ ਕੇਸ ਐਕਸੈਪਟ ਨਹੀਂ ਕਰਨਾ। ਦੂਜੀ ਗੱਲ ਇਹਦੇ ਵਿੱਚ ਦੱਸਦੇ ਜਾਈਏ ਕਿ ਜਿੱਦਾਂ ਫੀ ਵੇਵਰ ਵਗੈਰਾ ਹੁੰਦਾ ਸੀਗਾ ਪਹਿਲਾਂ, ਕਈ ਲੋਕੀ ਕਿ ਮੈਂ ਫੀ ਨਹੀਂ ਦੇ ਸਕਦਾ ਉਹ ਭਰ ਦਿੰਦੇ ਸੀਗੇ, ਉਹ ਤਕਰੀਬਨ ਇਹਨਾਂ ਨੇ ਸਾਰੀਆਂ ਫੀਸਾਂ ਚੋਂ ਜਿਹੜਾ ਫੀ ਵੇਵਰ ਵਾਲਾ ਜਿਹੜਾ ਐਲੀਮੀਨੇਟ ਕਰਤਾ ਕਿ ਤੁਸੀਂ ਫੀ ਵੇਵਰ ਮੰਗ ਨਹੀਂ ਸਕਦੇ, ਹੁਣ ਤੁਹਾਨੂੰ ਫੀਸ ਜਿਹੜੀ ਦੇਣੀ ਪੈਣੀ ਹੈ, ਦੇਣੀ ਹੋਈ ਪੈਣੀ ਆ। ਠੀਕ ਆ, ਤੇ ਗਲਤੀ ਕਰੋਗੇ ਤੇ ਭਾਈ ਔਖਾ ਜਿਹੜਾ ਉਹ ਹੋਊਗਾ। ਤੇ ਇਹ ਚੀਜ਼ ਆ ਅਟਰਨੇਟਿਵ ਕਹਿਣਾ ਜੀ। ਅਗਲੀ ਜਿਹੜੀ ਗੱਲ ਉਸ ਦੇ ਵੱਲ ਜਿਹੜਾ ਵਧੀਆ, ਜਿਹੜਾ ਸਪੈਸ਼ਲ ਇਮੀਗ੍ਰੈਂਟ ਜੁਵਨਾਈਲਸ ਆ, ਉਹਦਾ ਜਿਹੜਾ ਡੈਫਰਡ ਐਕਸ਼ਨ ਆ ਕੈਂਸਲ ਕਰ ਦਿੱਤਾ ਗਿਆ, ਰਿਵੋਕ ਕਰ ਲਿਆ ਗਿਆ। ਇਹਦਾ ਕੀ ਮਤਲਬ ਆ? ਇਸ ਤੇ ਕੀ ਜਿਹੜੇ ਆ ਉਹ ਸਿੱਟੇ ਹੋਣਗੇ? ਸੋ ਕੀ ਸੀਗਾ ਜਿਹਨਾਂ ਨੂੰ ਨਹੀਂ ਪਤਾ, ਸਪੈਸ਼ਲ ਇਮੀਗ੍ਰੈਂਟ ਜੁਵਨਾਈਲ ਜਿਹੜਾ ਗਾਰਡੀਅਨਸ਼ਿਪ ਵਾਲੇ ਕੇਸ ਹੁੰਦੇ ਆ, ਇਹਨੂੰ ਕਈ ਲੋਕੀ ਅਡਾਪਸ਼ਨ ਵਾਲੇ ਕੇਸ ਵੀ ਕਹਿ ਦਿੰਦੇ ਆ, ਪਰ ਅਡਾਪਸ਼ਨ ਇੱਕ ਅਲੱਗ ਚੀਜ਼ ਹੈ। ਗਾਰਡੀਅਨਸ਼ਿਪ ਵਾਲੇ ਕੇਸ ਜਿਹੜੇ ਹੁੰਦੇ ਆ, ਠੀਕ ਹੈ। ਸੋ ਜਦੋਂ 21 ਸਾਲ ਤੋਂ ਥੱਲੇ ਜਿਹੜਾ ਕੈਲੀਫੋਰਨੀਆ ਚ ਤੇ ਕਈ ਸਟੇਟਾਂ ਦੇ ਵਿੱਚ 18 ਸਾਲ ਵੀ ਇਹਦੀ ਉਮਰ ਆ, ਤਕਰੀਬਨ ਸਟੇਟਾਂ ਚ 21 ਸਾਲਾਂ ਤੋਂ ਥੱਲੇ ਜਿਹੜਾ ਜਵਾਕ ਹੁੰਦਾ ਸੀਗਾ ਜਿਹਦੇ ਘਰ ਦੇ ਉਹਦੀ ਟੇਕ ਕੇਅਰ ਜਿਹੜੀ ਨਹੀਂ ਕਰ ਸਕਦੇ ਸੀਗੇ, ਉਹ ਫੈਮਿਲੀ ਕੋਰਟ ਚੋਂ ਇੱਕ ਆਰਡਰ ਲੈ ਕੇ ਆਂਦਾ ਸੀਗਾ, ਗਾਰਡੀਅਨਸ਼ਿਪ ਦਾ ਆਰਡਰ ਉਹਨੂੰ ਕਹਿੰਦੇ ਸੀਗੇ। ਤੇ ਉਸ ਤੋਂ ਬਾਅਦ ਉਹ 21 ਸਾਲ ਦਾ ਹੋਣ ਤੋਂ ਪਹਿਲਾਂ ਉਹ ਜਿਹੜਾ ਸੀਗਾ ਆਪਣਾ ਕੇਸ ਜਿਹੜਾ ਫਾਈਲ ਕਰਦਾ ਸੀਗਾ USCIS ਦੇ ਨਾਲ 360, ਤੇ ਉਹ 360 ਜਿਹੜਾ ਸੀਗਾ ਉਹਦੇ ਵਿੱਚ ਉਹ ਇੱਕ ਡੈਫਰਡ ਐਕਸ਼ਨ ਉਹਨੂੰ ਗ੍ਰਾਂਟ ਕਰ ਦਿੰਦੇ ਸੀਗੇ, ਜਿਹਦਾ ਮਤਲਬ ਇਹ ਹੁੰਦਾ ਸੀਗਾ ਕਿ ਇਹ ਬੰਦੇ ਨੂੰ ਡਿਪੋਰਟ ਨਾ ਕੀਤਾ ਜਾਵੇ, ਤੇ ਨਾਲ ਵਰਕ ਪਰਮਿਟ ਦੀ ਇੱਕ ਜਿਹੜੀ ਆਪਸ਼ਨ ਜਿਹੜੀ ਆ ਜਾਂਦੀ ਸੀਗੀ। ਤੇ ਇਹ ਜਿਹੜਾ ਹੁਣ ਸੀਗਾ ਡੈਫਰਡ ਐਕਸ਼ਨ ਇਹਨਾਂ ਨੇ ਬੇਸਿਕਲੀ ਜਿਹੜਾ ਕੈਂਸਲ ਕਰਤਾ। ਹੁਣ ਕੀ ਸੀਗਾ ਕਿ ਜਿਹੜੀ ਕਾਂਗਰਸ ਸੀਗੀ ਉਹਨੇ ਇਹ ਜੁਵਨਾਈਲ ਵਾਲੇ ਜਿਹੜੇ ਕੇਸ 1990 ਤੋਂ ਤਕਰੀਬਨ ਇਹ ਜਿਹੜੇ ਚੱਲਦੇ ਆ ਰਹੇ ਆ, ਇੰਪਲੋਇਮੈਂਟ ਬੇਸ ਕੈਟਾਗਰੀ 4th ਦੇ ਵਿੱਚ ਇਹ ਜਿਹੜੇ ਕੇਸ ਜਿਹੜੇ ਆਉਂਦੇ ਆ, ਆਉਣ ਵਾਲੇ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਕੇਸ ਜਿਹੜੇ ਵੱਧਦੇ ਗਏ, ਨੰਬਰ ਜ਼ਿਆਦਾ ਹੋ ਗਿਆ। ਤੇ ਜਿੱਦਾਂ ਬਾਕੀ ਕੈਟਾਗਰੀਆਂ ਚ ਜਿੱਦਾਂ ਫੈਮਿਲੀ ਬੇਸ ਚ ਬੈਕਲੌਗ ਚੱਲਦਾ, ਇਹਦੇ ਵਿੱਚ ਵੀ ਇੱਕ ਬੈਕਲੌਗ ਜਿਹਾ 3-4 ਸਾਲ ਦਾ ਤੁਹਾਡਾ ਜਿਹੜਾ ਆਉਣਾ ਸ਼ੁਰੂ ਹੋ ਗਿਆ ਸੀਗਾ। ਤੇ ਉਹ ਜਿਹੜਾ ਹੁਣ ਬੈਕਲੌਗ ਸੀਗਾ, ਤੁਸੀਂ ਦੇਖ ਲਓ, ਇਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਤੁਹਾਨੂੰ ਜਿਹੜੇ ਜੁਵਨਾਈਲ ਆ ਜਿਹਨਾਂ ਦੀ ਪਟੀਸ਼ਨ ਵਗੈਰਾ ਅਪਰੂਵ ਵੀ ਹੋਈ ਆ, ਉਹਨਾਂ ਨੂੰ ਜਿਹੜਾ ਸੀਗਾ ਥੋੜੀ ਦੇਰ ਵੇਟ ਕਰਨੀ ਪੈਂਦੀ ਸੀਗੀ 3-4 ਸਾਲ ਕਿ ਉਹ ਆਪਣਾ ਗ੍ਰੀਨ ਕਾਰਡ ਜਿਹੜਾ ਫਾਈਲ ਕਰਨ ਉਸ ਤੋਂ ਪਹਿਲਾਂ ਜੀ। ਤੇ ਤਦ ਤੱਕ ਉਹਨਾਂ ਦਾ ਫਿਊਚਰ ਜਿਹੜਾ ਸੀਗਾ ਉਹ ਅਨਸਰਟਨ ਸੀਗਾ, ਉਹਨਾਂ ਨੂੰ ਡੈਫਰਡ ਐਕਸ਼ਨ ਦਿੰਦੇ ਸੀਗੇ ਕਿ ਇਹ ਬੰਦੇ ਨੂੰ ਜਿਹੜਾ ਸੀਗਾ ਡਿਪੋਰਟ ਨਾ ਕੀਤਾ ਜਾਵੇ। ਤੇ ਹੁਣ ਜਿਹੜਾ ਸੀਗਾ ਸਰਕਾਰ ਸੀਗੀ ਉਹ ਡੈਫਰਡ ਐਕਸ਼ਨ ਉਹਨਾਂ ਨੇ ਇਹ ਵਾਪਸ ਲੈ ਲਿਆ।
ਸੋ ਹੁਣ ਜਿਹੜੇ ਨਵੇਂ ਆ, ਜਿਹਨਾਂ ਨੂੰ ਨਹੀਂ ਪਤਾ, ਠੀਕ ਆ, ਇਹ ਮਾਰਚ 7 2022 ਦੇ ਵਿੱਚ ਜਿਹੜੀ ਸੀਗੀ ਪਾਲਿਸੀ ਇਹਨਾਂ ਨੇ ਚੇਂਜ ਜਿਹੜੀ ਕੀਤੀ ਸੀਗੀ ਬਾਈਡਨ ਸਰਕਾਰ ਨੇ, ਆਟੋਮੈਟਿਕ ਡੈਫਰਡ ਐਕਸ਼ਨ ਜਿਹੜੇ ਦੇਣੇ ਆ ਤੁਸੀਂ, ਕਿਉਂਕਿ ਡਿਮਾਂਡ ਬਹੁਤ ਵੱਧ ਗਈ ਸੀਗੀ। ਉਹ ਕਹਿੰਦੇ ਕਿ ਤੁਸੀਂ ਆਟੋਮੈਟਿਕਲੀ ਇਹਨਾਂ ਨੂੰ ਡੈਫਰਡ ਐਕਸ਼ਨ ਜਿਹੜਾ ਦੇ ਦਿਓ, ਕੇਸ ਬਾਏ ਕੇਸ ਬੇਸਿਸ ਸਾਨੂੰ ਜਾਣ ਦੀ ਲੋੜ ਨਹੀਂ, ਤੇ ਤੁਸੀਂ ਇਹਨਾਂ ਨੂੰ ਵਰਕ ਪਰਮਿਟ ਦੇ ਦਿਓ। ਜਿਹੜੀ ਇਹ ਵਾਲੀ ਸਰਕਾਰ ਹੈ ਇਹ ਕਹਿ ਰਹੀ ਹੈ ਕਿ ਆਟੋਮੈਟਿਕ ਨਹੀਂ ਦੇਣਾ, ਤੁਹਾਨੂੰ ਅਲੱਗ ਤੋਂ ਜਿਹੜਾ ਸੀਗਾ G325A, ਜਿਹੜਾ ਨਹੀਂ ਪਤਾ ਨੋਟ ਕਰ ਲਓ ਫਾਰਮ ਦਾ ਨੰਬਰ, ਉਹ ਤੁਸੀਂ ਫਾਈਲ ਕਰਕੇ ਜਿਹੜਾ ਡੈਫਰਡ ਐਕਸ਼ਨ ਇੱਕ ਅਲੱਗ ਤੋਂ ਮੰਗਣਾ, ਤੁਹਾਨੂੰ ਸ਼ੋਅ ਕਰਨਾ ਪੈਣਾ ਕਿ ਤੁਹਾਨੂੰ ਕੀ ਪ੍ਰੋਬਲਮ ਆ ਜਾਂ ਹਾਰਡਸ਼ਿਪ ਆ। ਓਕੇ, ਇੱਕ ਤਾਂ ਕੰਮ ਵਧਾਤਾ ਕਿ ਜੇ ਹੁਣ ਤੁਹਾਨੂੰ ਵਰਕ ਪਰਮਿਟ ਜਾਂ ਡੈਫਰਡ ਐਕਸ਼ਨ ਚਾਹੀਦਾ ਤੇ ਤੁਹਾਨੂੰ ਹੋਰ ਸਟੈਪ ਜਿਹੜੇ ਉਹ ਲੈਣੇ ਪੈਣੇ, ਚੱਕਣੇ ਪੈਣੇ। ਠੀਕ ਹੈ ਕਿ ਨਹੀਂ? ਤੇ ਇਹਦੇ ਵਿੱਚ ਤੁਹਾਨੂੰ ਆਪਣੀ ਪਰਸਨਲ ਲੈਵਲ ਤੇ ਜਿਹੜੀ ਡਿਟੇਲਸ ਜਿਹੜੀਆਂ ਦੱਸਣੀਆਂ ਪੈਣੀਆਂ। ਉਹ ਚੀਜ਼ਾਂ ਤੋਂ ਬਚੋ, ਕਈ ਵਾਰੀ ਪੈਰਾਲੀਗਲ ਵਗੈਰਾ ਜਿਹੜਾ ਸੀਗਾ ਇੱਧਰ ਉੱਧਰ ਦੀਆਂ ਕਹਾਣੀਆਂ ਜਿਹੜੀਆਂ ਚੇਪ ਦਿੰਦੇ ਆ, ਉਹ ਤੁਹਾਨੂੰ ਚੀਜ਼ ਜਿਹੜੀ ਖਰਾਬ ਕਰੂਗੀ ਕੰਮ ਤੁਹਾਡਾ। ਓਕੇ, ਤੁਹਾਨੂੰ ਜੇ ਇੰਡੀਵਿਜੂਅਲਾਈਜ਼ ਤੁਹਾਡੀ ਜਿਹੜੀ ਸਿਚੁਏਸ਼ਨ ਆ ਉਹ ਤੁਹਾਨੂੰ ਦੱਸਣੀ ਪੈਣੀ ਹੈ, ਕੀ ਪ੍ਰੋਬਲਮ ਹੈਗੀ ਆ, ਕਿਉਂ ਤੁਹਾਨੂੰ ਵਰਕ ਪਰਮਿਟ ਜਿਹੜਾ ਦੇਣਾ ਚਾਹੀਦਾ। ਹੁਣ ਜਿਹੜਾ ਵਰਕ ਪਰਮਿਟ ਸੀਗਾ, ਦੇਖੋ ਤੁਸੀਂ ਕਿ ਜਿਹੜੇ ਜਵਾਕ ਆ ਆਲਰੇਡੀ ਉਹਨਾਂ ਨੂੰ ਸਰਕਾਰ ਨੇ ਕਹਿਤਾ ਕਿ ਤੁਹਾਨੂੰ ਪ੍ਰੋਬਲਮ ਆ, ਤਾਂ ਕਰਕੇ ਆਪਾਂ ਤੁਹਾਨੂੰ ਜੁਵੈਨਾਈਲ ਦਾ ਸਟੇਟਸ ਦੇ ਰਹੇ ਹਾਂ, ਪਰ ਨਾਲ ਹੀ ਦੂਜੇ ਪਾਸੇ ਉਹ ਕਰੇ ਤੁਹਾਨੂੰ ਵਰਕ ਪਰਮਿਟ ਨਹੀਂ ਦੇਣਾ, ਡਿਪੋਰਟੇਸ਼ਨ ਵੀ ਤੁਹਾਡੀ ਕਰ ਦੇਣੀ ਹੈ। ਇਹ ਤੁਸੀਂ ਦੇਖੋਗੇ ਕੰਟਰੇਰੀ ਚੀਜ਼ ਹੋ ਗਈ। ਇੱਕ ਪਾਸੇ ਤੁਸੀਂ ਮੰਨ ਰਹੇ ਆ ਕਿ ਇਹ ਇਹਨਾਂ ਨਾਲ ਧੱਕਾ ਹੋ ਸਕਦਾ, ਦੂਜੇ ਪਾਸੇ ਤੁਸੀਂ ਕਹਿ ਰਹੇ ਇਹਨਾਂ ਨੂੰ ਵਰਕ ਪਰਮਿਟ ਵਗੈਰਾ ਜਿਹੜੇ ਦੇਣੇ ਨਹੀਂ। ਵਰਕ ਪਰਮਿਟ ਜਦੋਂ ਆਉਂਦਾ ਸੀਗਾ, ਦੇਖੋ ਬੰਦਾ ਕੰਮ ਕਾਰ ਕਰ ਸਕਦਾ, ਸਕੂਲ ਜਾ ਸਕਦਾ, ਆਪਣੇ ਐਕਸਪੈਂਸ ਵਗੈਰਾ ਜਿਹੜੇ ਚੱਲ ਸਕਦਾ। ਤੇ ਇਹਨੂੰ ਇੱਕ ਇਮੀਗ੍ਰੇਸ਼ਨ ਜੱਜ ਨੇ, ਇਹਨੂੰ ਇੱਕ ਫੈਮਿਲੀ ਕੋਰਟ ਦੇ ਜੱਜ ਨੇ ਤੇ USCIS ਨੇ, ਦੋ ਜਣਿਆਂ ਨੇ ਹੁਣ ਅਪਰੂਵ ਕੀਤਾ ਕਿ ਇਹ ਬੰਦਾ ਜੁਵੈਨਾਈਲ ਹੈਗਾ। ਆਲਰੇਡੀ ਜਿਹੜਾ ਦੋ ਬੰਦਿਆਂ ਨੇ ਉਹ ਚੈੱਕ ਕਰਤਾ ਕਿ ਇਹ ਬੰਦੇ ਨੂੰ ਜਿਹੜਾ SIJ ਸਟੇਟਸ, ਜੁਵੈਨਾਈਲ ਦਾ ਗਾਰਡੀਅਨਸ਼ਿਪ ਦਾ ਸਟੇਟਸ ਦੇਣਾ ਚਾਹੀਦਾ। ਸਰਕਾਰ ਨੇ ਔਨ ਟੌਪ ਆਫ ਉਸ ਤੋਂ ਬਾਅਦ ਜਾ ਕੇ ਤੁਸੀਂ ਲਾ ਲਓ ਕੋਈ 21 ਸਾਲ ਤੋਂ ਜਿਹੜਾ ਛੋਟਾ ਜਵਾਕ ਆ, ਉਹਦੇ ਉੱਤੇ ਵੀ ਤੁਸੀਂ ਐਡੇ ਸਖਤ ਜਿਹੜੇ ਕਾਨੂੰਨ ਜਿਹੜੇ ਲਾ ਰਹੇ ਆ। ਉਹ ਤਾਂ ਪਹਿਲਾਂ ਹੀ ਵਿਚਾਰੇ ਉਹਨਾਂ ਕੋਲ ਕਿਹੜਾ ਕੋਈ ਰੋਜ਼ਗਾਰ ਦਾ ਸਾਧਨ ਵਗੈਰਾ ਜਿਹੜਾ ਏਦਾਂ ਹੁੰਦਾ, ਤਾਈਓ ਤਾਂ ਉਹ SIJ ਦੀ ਪਟੀਸ਼ਨ ਜਿਹੜੀ ਫਾਈਲ ਕਰਦੇ ਆ, ਉਹਨੂੰ ਹੁਣ ਇਹਨਾਂ ਨੇ ਜਿਹੜਾ ਡੱਕਣਾ ਸ਼ੁਰੂ ਕਰਤਾ ਬਿਨਾਂ ਮਤਲਬ ਦੇ, ਜਿਹੜਾ ਤੁਸੀਂ ਕਹ ਲਓ ਕਿ ਪੰਗਾ ਲੈ ਲਿਆ। ਇਹਦੇ ਵਿੱਚ ਕੀ ਸੀਗਾ ਕਿ ਕਈਆਂ ਦੇ ਤਾਂ ਦੇਖੋ ਅਸਾਈਲਮ ਕੇਸ ਵਗੈਰਾ ਚੱਲਦੇ ਆ, ਉਹ ਉਹਨਾਂ ਨੂੰ ਉਹ ਪ੍ਰੋਟੈਕਟਡ ਆ। ਕਈ ਲੋਕਾਂ ਨੇ ਜੋ ਵੀ ਸੀਗਾ ਉਹਨਾਂ ਦਾ ਪੈਸੇ ਪੂਸੇ ਘੱਟ ਸੀਗੇ, ਕਿੱਦਾਂ ਉਹਨਾਂ ਨੂੰ ਜਿਹਨਾਂ ਨੂੰ ਪ੍ਰੋਬਲਮ ਸੀਗਾ ਉਹਨਾਂ ਨੇ ਅਸਾਈਲਮ ਦੇ ਕੇਸ ਨਹੀਂ ਵੀ ਜਿਹੜੇ ਫਾਈਲ ਕੀਤੇ। ਤੇ ਉਹਦੇ ਵਿੱਚ ਏਦਾਂ ਸੀਗਾ, ਕਈਆਂ ਨੂੰ ਸਲਾਹ ਵੀ ਦੇਈ ਸੀਗੀ ਜੇ ਤੇਰਾ ਹੈਗਾ ਸਾਲ ਦੀ ਤੇਰੀ ਡੈਡਲਾਈਨ ਆ ਕਰ ਲਾ। ਉਹ ਕਈ ਵਾਰੀ ਸੱਜਣ ਮਿੱਤਰ ਦੀ ਸਲਾਹ, ਇਹ ਨਹੀਂ ਲੋੜ ਨਹੀਂ ਜੀ, ਵਕੀਲਾਂ ਨੇ ਏਦਾਂ ਕਰਨਾ ਹੁੰਦਾ, ਓਦਾਂ ਕਰਨਾ ਹੁੰਦਾ। ਉਹਨਾਂ ਨੇ ਕਈਆਂ ਨੇ ਜਿੱਦਾਂ ਹੁਣ ਅਸਾਈਲਮ ਫਾਈਲ ਨਹੀਂ ਕੀਤੇ, ਤੇ ਉਹ ਬੰਦੇ ਜਿਹੜੇ ਸਾਰੇ ਹੁਣ ਇਸ ਵੇਲੇ ਐਕਸਪੋਜ਼ਡ ਆ, ਠੀਕ ਆ, ਜਿਹਨਾਂ ਦੇ ਕੇਸ ਬਣਦੇ ਸੀਗੇ ਪਰ ਉਹਨਾਂ ਨੇ ਕੀਤੇ ਨਹੀਂ, ਸਾਲ ਦੀ ਡੈਡਲਾਈਨ ਉਹ ਟੱਪ ਗਏ ਆ। ਵਿਦਹੋਲਡਿੰਗ ਉਹਨਾਂ ਨੂੰ ਜਾਂ ਕੈਂਸਲੇਸ਼ਨ ਏਦਾਂ ਦੀਆਂ ਹੋਰ ਲਿਮਿਟਿਡ ਚੀਜ਼ਾਂ ਮਿਲ ਸਕਦੀਆਂ, ਉਹਨਾਂ ਨੂੰ ਅਸਾਈਲਮ ਜਾਂ ਗ੍ਰੀਨ ਕਾਰਡ ਨਹੀਂ ਮਿਲ ਸਕਦਾ ਜਦੋਂ ਬੰਦਾ ਸਾਲ ਦੇ ਵਿੱਚ ਫਾਈਲ ਨਹੀਂ ਕਰਦਾ। ਜਿਹੜੇ 18 ਸਾਲ ਤੋਂ ਜੇ ਛੋਟੇ ਸੀਗੇ, 18 ਸਾਲ ਉਹਨਾਂ ਦੀ ਉਮਰ ਨਹੀਂ ਹੋਈ, ਉਹਨਾਂ ਕੋਲ ਫੇਰ ਵੀ ਇਸ ਚੀਜ਼ ਦੀ ਪ੍ਰੋਟੈਕਸ਼ਨ ਹੁੰਦੀ ਹੈ। ਜਿਹੜੇ 18 ਸਾਲ ਤੋਂ ਉੱਤੇ ਹੋ ਗਏ ਉਹ ਸਾਰੇ ਜਾਣੇ ਜਿਹੜੇ ਇਸ ਚੀਜ਼ ਦੇ ਵਿੱਚ ਐਕਸਪੋਜ਼ਡ ਹੈਗੇ ਇਸ ਵੇਲੇ, ਕਿਉਂਕਿ ਇਹ ਵੀ ਲੋਕ ਜਿਹੜੇ ਆ ਸੋਚ ਸਮਝ ਕੇ ਜਿਹੜਾ ਇਹਨਾਂ ਨੇ ਵੀ ਡੈਫਰਡ ਐਕਸ਼ਨ ਜਿਹੜਾ ਵਾਪਸ ਉਹ ਲਿਆ, ਕਿਉਂਕਿ ਅਗਲਾ ਸਟੈਪ ਇਹਨਾਂ ਦਾ ਇਹੀ ਹੋਣਾ ਕਿ ਸਾਰੇ ਲੋਕੀ ਜਿਹੜੇ ਇਹਨਾਂ ਨੂੰ ਰਾਉਂਡ ਅਪ ਇਹਨਾਂ ਨੇ ਕਰਨਾ ਸ਼ੁਰੂ ਕਰਨਾ। ਇਹਦੇ ਵਿੱਚ ਹੁਣ ਆਪਾਂ ਐਜ਼ ਅ ਇਮੀਗ੍ਰੇਸ਼ਨ ਲਾਇਰ ਕੀ ਦੇਖ ਰਹੇ ਹਾਂ ਕਿ ਹੁਣ ਇਹੀ ਜਿਹੜੇ ਵਿਅਕਤੀ ਸੀਗੇ ਜਿਹਨਾਂ ਨੂੰ ਉਹਨਾਂ ਦੇ ਸੱਜਣ ਮਿੱਤਰ ਨੇ ਸਲਾਹ ਦਿੱਤੀ ਸੀ ਪੁੱਠੀ ਕਿ ਅਸਾਈਲਮ ਨਾ ਫਾਈਲ ਕਰੋ, ਉਹ ਹੁਣ ਵਾਪਸ ਆ ਰਹੇ ਆ, ਅਸਾਈਲਮ ਫਾਈਲ ਕਰ ਰਹੇ ਆ, ਪਰ ਉਹਨਾਂ ਦਾ ਸਾਲ ਦੀ ਡੈਡਲਾਈਨ ਜਿਹੜੀ ਸੀਗੀ ਉਹ ਜਿਹੜੀ ਨਿਕਲ ਚੁੱਕੀ ਆ। ਉਹ ਜਿਹੜਾ ਅਸਾਈਲਮ ਆਫਿਸ ਜਿਹੜਾ ਹੁਣ ਹੈਗਾ ਸਿੱਧੇ ਉਹ ਕੀ ਕਰ ਰਿਹਾ, ਉਹ ਜਦੋਂ ਸਾਲ ਤੋਂ ਵੱਧ ਵਾਲਾ ਤੁਸੀਂ ਕਰ ਰਹੇ ਆ, ਇੱਕ ਤਾਂ ਉਹਨਾਂ ਨੇ ਬੜੀ ਸਪੀਡ ਚੱਕੀ ਹੋਈ, ਉਹ ਸਿੱਧੇ ਉਹਨੂੰ ਇਮੀਗ੍ਰੇਸ਼ਨ ਕੋਰਟ 'ਚ ਰੈਫਰ ਕਰ ਰਹੇ ਆ ਕਿ ਤੇਰੀ ਸਾਲ ਦੀ ਰਿਕੁਆਇਰਮੈਂਟ ਹੈ ਨਹੀਂ, ਆਪਾਂ ਤੇਰਾ ਕਰ ਨਹੀਂ ਸਕਦੇ। ਸੋ ਜਿਹੜੀ ਸਰਕਾਰ ਆ ਉਹ ਕਿਹੜੇ ਪਾਸੇ ਜਾ ਰਹੀ ਹੈ ਕਿ ਉਹਨਾਂ ਨੇ ਆ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਹਨੂੰ ਦੇਖਦੀ ਹੈ ਕਿ ਆ ਜਿਹੜੀਆਂ ਸਾਰੀਆਂ ਜਿਹੜੀਆਂ ਆਪਸ਼ਨਸ ਹੈਗੀਆਂ ਆਪਾਂ ਕਲੋਜ਼ ਕਿੱਦਾਂ ਕਰਨਾ ਹੈਗਾ। ਠੀਕ ਹੈ। ਤੇ ਇਹਦੇ ਵਿੱਚ ਮੈਂ ਬਾਰ-ਬਾਰ ਜਿਹੜਾ ਕਹਿਣਾ ਹੁੰਦਾ ਕਿ ਕਈ ਵਾਰੀ ਤੁਸੀਂ ਜਿੱਦਾਂ ਹੁਣ ਵਕੀਲ ਕੋਲ ਸਲਾਹ ਲੈਂਦੇ ਹੋ, ਤੁਹਾਨੂੰ ਇੱਕ ਓਵਰਆਲ ਕੰਪਰੀਹੈਂਸਿਵ ਐਡਵਾਈਸ ਕਈ ਚੀਜ਼ਾਂ ਜਿਹੜੀਆਂ ਦੇਖ ਦੁੱਖ ਕੇ ਦਿੰਦਾ। ਜਦੋਂ ਤੁਸੀਂ ਸੱਜਣ ਮਿੱਤਰ ਵਾਲੀ ਸਲਾਹ ਲੈਂਦੇ ਆ, ਉਹਨੇ ਤੁਹਾਨੂੰ ਪੁੱਠੀ ਸਲਾਹ ਹੀ ਦੇਣੀ ਹੈ ਜਾਂ ਸ਼ਾਰਟਕਟ ਵਾਲੀਆਂ ਦੇਣੀਆਂ, ਠੀਕ ਆ, ਕਿਉਂਕਿ ਉਹਦਾ ਦੇਖੋ ਸਲਾਹ ਨੂੰ ਦੇਣ ਦਾ ਕੋਈ ਬਣਦਾ ਨਹੀਂ ਉੱਥੇ। ਜਿਹੜੀਆਂ ਹੁਣ ਦੇਤੀਆਂ ਗਿਆ ਕਰ ਲਾ, ਜੁਵੈਨਾਈਲ ਵਾਲੇ ਕਰਾ ਲਾ, ਹੁਣ ਉਹ ਕਈ ਬੰਦੇ ਜਿਹੜੇ ਸੀਗੇ, ਹਜ਼ਾਰਾਂ ਦੀ ਗੱਲ ਮੈਂ ਕਰ ਰਿਹਾ ਹੈਗਾ ਕਿ ਉਹ ਵਨਰੇਬਲ ਹੁਣ ਜਿਹੜੇ ਹੈਗੇ ਆ, ਸਰਕਾਰ ਆ ਕੇ ਉਹਨਾਂ ਤੇ ਸ਼ਿਕੰਜਾ ਜਿਹੜਾ ਕਰ ਸਕਦੀ ਹੈ। ਜਿਹਨਾਂ ਨੂੰ ਉਹਨਾਂ ਨੇ ਡੈਫਰਡ ਐਕਸ਼ਨ ਦਿੱਤਾ ਸੀਗਾ, ਆਪਾਂ ਹੁਣ ਇਹ ਵੀ ਦੇਖਣਾ ਸ਼ੁਰੂ ਕਰਤਾ ਕਿ ਉਹਨਾਂ ਦੀ ਜਿਹੜੀ ਡੈਫਰਡ ਐਕਸ਼ਨ ਸੀਗੀ ਉਹ ਵੀ ਰਿਵੋਕ ਕਰਨੇ ਉਹਨਾਂ ਨੇ ਸ਼ੁਰੂ ਕਰਤੇ ਆ। ਉਹਨਾਂ ਦੇ ਅਪਰੂਵਡ ਕੇਸਾਂ ਦੇ ਵਿੱਚ ਉਹਨਾਂ ਨੇ ਨੋਟਿਸ ਆਫ ਇੰਟੈਂਟ ਟੂ ਰਿਵੋਕ, ਮਤਲਬ ਜਿਹੜੇ ਇਹ ਨਾ ਸੋਚਿਆ ਕਿ ਜਿਹਨਾਂ ਦੇ ਹੋ ਗਏ ਆ ਪਿਛਲੇ 2 ਸਾਲਾਂ 'ਚ ਉਹਨਾਂ ਨੂੰ ਪ੍ਰੋਬਲਮ ਨਹੀਂ ਆਣੀ, ਉਹਨਾਂ ਨੂੰ ਵੀ ਪਿੱਛੇ ਜਾ ਕੇ ਉਹਨਾਂ ਨੇ ਰਿਵੋਕ ਕਰਨੇ ਸ਼ੁਰੂ ਕਰਤੇ ਆ। ਕਿਹੜੇ ਆਧਾਰ ਤੇ ਕਰ ਰਹੇ ਆ ਰਿਵੋਕ? ਉਹ ਕਹਿੰਦੇ ਆ ਬੇਸਿਕਲੀ ਜਿਹੜਾ ਬਾਈ ਜਿਹੜੀ ਪਾਲਿਸੀ ਸੀਗੀ ਕਿ ਆਟੋਮੈਟਿਕ ਦੇ ਦਿਓ, ਇਦਾਂ ਦਾ ਕੋਈ ਕਾਂਗਰਸ ਨੇ ਬਣਾਇਆ ਨਹੀਂ ਸੀਗਾ। ਇਹ ਬਾਈਡਨ ਸਰਕਾਰ ਨੇ ਜਿਹੜੀ ਛੋਟ ਜਿਹੜੀ ਦਿੱਤੀ ਸੀਗੀ, ਤੇ ਤੁਹਾਨੂੰ ਕੇਸ ਬਾਏ ਕੇਸ ਜਿਹੜਾ ਰਿਕੁਐਸਟ ਨੂੰ ਫੋਕਸ ਕਰਨਾ ਚਾਹੀਦਾ ਸੀਗਾ, ਤੇ ਉਸ ਬੇਸ ਤੇ ਉਹ ਜਿਹੜਾ ਬੇਸਿਕਲੀ ਸਾਰੇ ਉਹਨਾਂ ਨੇ ਰੀਓਪਨ ਕਰਨੇ ਜਿਹੜੇ ਸ਼ੁਰੂ ਕਰਤੇ ਆ ਗਾਰਡੀਅਨਸ਼ਿਪ ਵਾਲੇ ਕੇਸ। ਇਹਦੇ ਬਾਰੇ ਵੀ ਤੁਹਾਨੂੰ ਜਿਹੜਾ
ਪਤਾ ਲੱਗੂਗਾ ਆਉਣ ਵਾਲੇ ਦਿਨਾਂ ਦੇ ਵਿੱਚ, ਤੁਹਾਨੂੰ ਪਹਿਲਾਂ ਹੀ ਦੱਸ ਰਹੇ ਹਾਂ। ਹੁਣ ਤੁਹਾਨੂੰ ਪਹਿਲਾਂ ਕਿੱਦਾਂ ਦੱਸ ਰਹੇ ਹਾਂ ਕਿ ਆਪਣੀ ਵੋਲਿਊਮ ਜਿਹੜੀ ਹੈਗੀ ਆ ਕੇਸਾਂ ਦੀ ਕਾਫੀ ਜ਼ਿਆਦਾ, ਸਾਨੂੰ ਇਹ ਜਿਹੜੀ ਚੀਜ਼ ਸੀਗੀ ਨੋਟੀਫਾਈ ਜਿਹੜੀ ਪਹਿਲਾਂ ਹੋ ਜਾਂਦੀ ਹੈ ਇੱਕ ਤਰੀਕੇ ਨਾਲ, ਕਿ ਸਰਕਾਰ ਬਾਅਦ ਚ ਅਨਾਉਂਸ ਕਰਦੀ ਹੈ, ਕਿ ਵਾਰੀ ਪਹਿਲਾਂ ਜਿਹੜਾ ਕਿ ਐਕਸ਼ਨ ਉਹ ਪਹਿਲਾਂ ਲੈ ਲੈਂਦੀ ਆ। ਜਿਹੜੇ ਅਪਰੂਵਡ ਕੇਸ ਸੀਗੇ ਡੈਫਰਡ ਐਕਸ਼ਨ, ਉਹਦੇ ਵਿੱਚ ਵੀ ਉਹਨਾਂ ਨੇ ਰਿਵੋਕ ਕਰਨਾ ਜਿਹੜਾ ਸ਼ੁਰੂ ਕਰਤਾ। ਉਹਦੇ ਵਿੱਚ ਹੁਣ ਕੀ ਹੁੰਦਾ ਕਿ ਜਿਹੜੇ ਜੁਵੇਨਾਈਲ ਆ ਇਹ ਹੁਣ ਲੜੇ ਫਿਰਦੇ ਆ, ਉਹਨਾਂ ਨੇ ਸੱਜਣ ਮਿੱਤਰ ਨਾਲ ਮੈਨੂੰ ਪੁੱਠੀ ਸਲਾਹ ਦੇਤੀ, ਮੈਨੂੰ ਅਸਾਲਮ ਨਹੀਂ ਫਾਈਲ ਕਰਨ ਦਿੱਤਾ, ਮੈਨੂੰ ਏਦਾਂ ਨਹੀਂ ਕਰਨ ਦਿੱਤਾ। ਦੇਖੋ, ਪਰ ਜ਼ਿੰਮੇਵਾਰੀ ਤੁਹਾਡੀ ਜਿਹੜੀ ਬਣਦੀ ਆ, ਜਦੋਂ ਤੁਸੀਂ 18 ਸਾਲ ਦੇ ਹੋ ਜਾਂਦੇ ਆ, ਤੁਸੀਂ ਵੀ ਤਾਂ ਜਾ ਕੇ ਸਲਾਹ ਲੈਣੇ ਨਾ। ਤੁਹਾਨੂੰ ਜਦੋਂ ਵਕੀਲ ਕਹਿੰਦਾ ਹੁੰਦਾ ਕਿ ਨਾ ਯਾਰ ਇਹ ਆਹ ਚੀਜ਼ ਲੈ ਲਓ, ਤੂੰ ਕਹਿੰਦਾ ਨਹੀਂ ਮੈਂ ਆਪਣੇ ਰਿਸ਼ਤੇਦਾਰ ਦੀ ਗੱਲ ਸੁਣਨੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਹੈਗੀਆਂ ਇੱਧਰ ਨੂੰ ਜਿਹੜੀਆਂ ਜਾ ਰਹੀਆਂ, ਇਹਦੇ ਵਿੱਚ ਰਾਜਕਰਨ ਜੀ ਕੀ ਹੁੰਦਾ ਸੀਗਾ ਕਿ ਸਲਾਹ ਬੜੀ ਜਿਹੜੀ ਇੱਕ ਆਪਣੀ ਕਮਿਊਨਿਟੀ ਦੀ ਨਾ, ਕਿ ਨਹੀਂ ਏਦਾਂ ਨਹੀਂ ਓਦਾਂ ਕਰਨਾ, ਹਰੇਕ ਬੰਦਾ ਸਿਆਣਾ ਬਣਿਆ ਫਿਰਦਾ। ਉਹ ਜਦੋਂ ਹੁਣ ਏਦਾਂ ਹੁੰਦਾ ਫੇਰ ਭਾਜੜਾ ਪੈਂਦੀਆਂ, ਫਿਰ ਅੱਗੋਂ ਜਵਾਬ ਕੋਈ ਨਹੀਂ ਲਾਏ ਤੇ ਤੇਰਾ ਆਪਣਾ ਤੂੰ ਆਪ ਦੇਖ। ਉਹ ਵਿਚਾਰੇ ਆਪ ਹੁਣ ਛੋਟੇ ਛੋਟੇ ਜਵਾਕ ਉਹ ਧੱਕੇ ਖਾਈ ਫਿਰਦੇ ਆ। ਫੇਰ ਉਹਨਾਂ ਨੂੰ ਜਿਹੜਾ ਤੁਸੀਂ ਕਹਿ ਲਓ ਕਿਨਾਰਾ ਕਰ ਲੈਂਦੇ ਆ ਕਿ ਹੁਣ ਜਦੋਂ ਦੂਜਾ ਨਾ, ਤੇ ਆਹ ਚੀਜ਼ ਜਿਹੜੀ ਸੀਗੀ ਜੁਵਨਾਈਲ ਵਾਲੇ ਕੇਸਾਂ ਨੂੰ ਇਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਵੱਡੇ ਲੈਵਲ ਤੇ ਜਿਹੜਾ ਹੁਣ ਤੁਸੀਂ ਕਹਿ ਲਓ ਕਿ ਟਾਰਗੇਟ ਕਰਨਾ ਇਹਨਾਂ ਨੇ ਸ਼ੁਰੂ ਕਰਤਾ। ਠੀਕ ਹੈ ਜੀ। ਤੇ ਗੱਲ ਵਿੱਚੋਂ ਕੁਛ ਨਹੀਂ। ਹੁਣ ਤੁਸੀਂ ਮਤਲਬ ਜੇ ਮੇਰਾ ਓਪੀਨੀਅਨ ਮੰਨਿਆ ਜਾਵੇ ਤਾਂ ਮਤਲਬ ਹੁਣ ਸਾਡੀ ਕਿਹੜਾ ਕਿਸੇ ਨੇ ਗੱਲ ਕੋਈ ਸੁਣ ਲੈਣੀ ਹੈ, ਠੀਕ ਆ, ਆਪਾਂ ਆਪਣਾ ਓਪੀਨੀਅਨ ਨਹੀਂ ਦੇ ਸਕਦੇ। ਜਦੋਂ ਜੱਜ ਨੇ ਕਹਿਤਾ ਕਿ ਯਾਰ ਇਹ ਬੰਦਾ ਪ੍ਰੋਬਲਮ ਵਾਲਾ ਹੈਗਾ, ਇਹਨੂੰ ਜੁਵੇਨਾਈਲ ਸਟੇਟਸ ਦਿੱਤਾ ਜਾਵੇ, USCIS ਨੇ 360 ਜਦੋਂ ਕਰਤਾ ਤੇ ਉਹ ਹੁਣ ਸਿਰਫ ਇੱਕ ਵੇਟ ਕਰ ਰਿਹਾ ਕਿ ਤੁਸੀਂ ਯਾਰ ਉਹਨਾਂ ਨੂੰ ਅੱਧੀ ਅਧੂਰੀ ਚੀਜ਼ ਦੇਤੀ ਆ, ਤੁਸੀਂ ਵਰਕ ਪਰਮਿਟ ਨਾ ਖਾਓ ਉਹਨਾਂ ਦੇ, ਕੋਈ ਮਤਲਬ ਸੈਂਸ ਬਣਦੀ ਨਹੀਂ ਇਹਦੇ ਵਿੱਚ। ਇਹਨਾਂ ਨੇ ਵੀ ਜਿਹੜਾ ਤੁਸੀਂ ਕਹਿ ਲਓ ਕਿ ਆਹ ਵਾਲਾ ਜਿਹੜਾ ਪਾਲਿਸੀ ਏਰੀਆ, ਹੁਣ ਜਵਾਕ ਕੋਈ ਏਦਾਂ ਤਾਂ ਹੈ ਨਹੀਂ ਕਿ ਕੋਈ ਕ੍ਰਿਮੀਨਲ ਆ ਜਾਂ ਕੁਛ ਆ, ਅਗਲੇ ਨੇ ਆਪਣਾ ਕੰਮ ਕਰਨਾ, ਪੜ੍ਹਾਈ ਕਰ ਲੂਗੇ, ਕੰਮ ਕਰ ਲੂਗੇ, ਟੈਕਸ ਦੇ ਦੂਗੇ। ਇਹ ਵੀ ਤੁਸੀਂ ਲਾ ਲਓ ਕਿ ਇੱਕ ਉਹ ਵਾਲੀ ਕੈਟੇਗਰੀ ਚ ਆ ਗਿਆ ਕਿ ਬਿਨਾਂ ਮਤਲਬ ਦੇ ਜਿਹੜਾ ਲੋਕਾਂ ਨੂੰ ਤੰਗ ਕਰਨਾ, ਇਹਦਾ ਫਾਇਦਾ ਕਿਸੇ ਨੂੰ ਨਹੀਂ ਹੋਣਾ, ਨਾ ਕਿਸੇ ਅਮਰੀਕਨ ਸਿਟੀਜ਼ਨ ਨੂੰ ਇਹਦਾ ਫਾਇਦਾ, ਠੀਕ ਆ ਕਿ ਨਹੀਂ। ਕਿ ਅੱਧੀ ਅਧੂਰੀ ਚੀਜ਼ ਦੇਣ ਦਾ 4-5 ਸਾਲ ਹੁਣ ਉਹਨਾਂ ਨੂੰ ਕਿੱਦਾਂ ਐਕਸਪੈਕਟ ਕਰਨਗੇ। ਇੱਕ ਪਾਸੇ ਉਹ ਆਪਣੇ ਜੁਵਨਾਈਲ ਵਾਲੇ ਕਰਾਉਣ, ਫਿਰ ਤੁਸੀਂ ਉਹਨਾਂ ਨੂੰ ਡੀਪੋਟੇਸ਼ਨ ਦੇ ਵਿੱਚ ਪਾ ਦਿਓ, ਤੇ ਫਿਰ ਦੁਬਾਰਾ ਉਹੇ ਚੱਕਰਾਂ ਦੇ ਵਿੱਚ ਉਲਝੇ ਰਹਿਣ, ਤੇ ਉੱਤੋਂ ਤੁਸੀਂ ਉਹਨਾਂ ਦੇ ਵਰਕ ਪਰਮਿਟ ਜਿਹੜੇ ਖੋਲੋ, ਤੇ ਜਿਹਨਾਂ ਦੇ ਡੈਫਰਡ ਐਕਸ਼ਨ ਤੁਸੀਂ ਅਪਰੂਵ ਕੀਤੇ ਸੀਗੇ ਉਹਨਾਂ ਦੇ ਤੁਸੀਂ ਬੈਕ ਡੇਟ 'ਚ ਜਾ ਕੇ ਵਾਪਸ ਲੈ ਰਹੇ ਆ। ਜੀ ਬਿਲਕੁਲ। ਸੋ ਇਹ ਜਿਹੜਾ ਇਸ ਟਾਈਮ ਚੱਲ ਰਿਹਾ। ਅੱਛਾ, ਇਸੇ ਦੇ ਨਾਲ ਹੀ ਆਪਾਂ ਗੱਲ ਕਰ ਲਈਏ ਇੱਥੇ ਅਟਾਰਨੀ ਟਿਟਕੈਨਾ ਜੀ, ਅਸਾਈਲਮ ਦੇ ਕੇਸਾਂ ਦੇ ਡਿਸਮਿਸ ਹੋ ਕੇ ਬਾਹਰ ਹੀ ਕੋਰਟ ਰੂਮਾਂ ਤੋਂ ਜਿਹੜਾ ਉਹ ਚੱਕ ਹੋ ਰਹੇ ਆ, ਕੇਸ ਵੀ ਬਹੁਤ ਜ਼ਿਆਦਾ ਡਿਸਮਿਸ ਕੀਤੇ ਜਾ ਰਹੇ ਆ, ਨੋਟਿਸ ਆਫ ਡਿਸਮਿਸਲ ਆ ਰਹੇ ਆ। ਸੋ ਉਹਦੀ ਕੀ ਅਪਡੇਟ ਹੈਗੀ ਆ ਇਸ ਟਾਈਮ? ਸੋ ਜਿਹੜਾ ਅਸਾਈਲਮ ਆਫਿਸ ਸੀਗਾ, ਠੀਕ ਹੈ, ਜਿਹੜੇ ਲੋਕੀ ਸੇਫ ਲੰਘ ਕੇ ਆਏ ਸੀਗੇ, ਫੜੇ ਨਹੀਂ ਗਏ, ਜਾਂ ਜਿਹੜੇ ਮਾਈਨਰ ਸੀਗੇ ਕਈ ਵਾਰੀ ਜਿਹਨਾਂ ਦਾ ਕੇਸ ਅਸਾਈਲਮ ਆਫਿਸ ਮੋਰੇ ਲੱਗਦਾ ਸੀਗਾ, ਤੇ ਜਿਹੜੇ ਲੋਕਾਂ ਦੀ ਖਾਸ ਕਰਕੇ ਜਿਹੜੀ ਇੰਟਰਵਿਊ ਨਹੀਂ ਹੋਈ, ਤੁਸੀਂ ਦੇਖਿਓ ਕਿ ਆਪਾਂ ਕਈ ਚਿਰ ਪਹਿਲਾਂ, ਕਈ ਮਹੀਨੇ ਪਹਿਲਾਂ ਖਬਰ ਕੀਤੀ ਸੀ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਖਬਰ ਮਿਲੀ ਹੈ, ਸਰਕਾਰੀ ਵਕੀਲ ਨਾਲ ਗੱਲਬਾਤ ਹੁੰਦੀ ਕਿ ਇੱਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ। ਸੋ ਹੁਣ ਮਹੀਨੇ ਤੋਂ ਕੀ ਹੋਇਆ ਕਿ ਕਾਫੀ ਸਾਰੇ ਜਿਹੜੇ ਅਸਾਈਲਮ ਆਫਿਸ ਦੇ ਜਿਹੜੇ ਕੇਸ ਸੀਗੇ, ਉਹਨਾਂ ਨੇ ਬੇਸਿਕਲੀ ਸਿੱਧੇ ਹੀ ਡਿਸਮਿਸ ਕਰਤੇ, ਜਿਹੜੇ ਪੈਂਡਿੰਗ ਸੀਗੇ, ਜਿਨ੍ਹਾਂ ਦੇ ਅਸਾਈਲਮ ਆਫਿਸ ਸੀਗੇ, ਜਿਨ੍ਹਾਂ ਨੂੰ ਐਂਟੀ ਇਸ਼ੂ ਨਹੀਂ ਸੀਗਾ। ਕਿਹੜੇ ਕੇਸੇ ਦੇ ਵਿੱਚ ਆ ਜਾਂਦੇ ਆ ਜਿਨ੍ਹਾਂ ਦੀ ਆਹ ਤਰੀਕ ਨਹੀਂ ਬੋਲਦੀ ਸੀਗੀ, ਜਿਹੜੇ ਕਿ ਆਪਣੀ ਸੇਫਟੀ ਰੱਖਣ ਲਈ ਜਿਹਨਾਂ ਨੇ ਸਾਲ ਦੀ ਡੈਡਲਾਈਨ ਮੀਟ ਕਰਨ ਲਈ ਅਸਾਈਲਮ ਆਫਿਸ ਦੇ ਵਿੱਚ ਫਾਈਲ ਕਰਤੇ। ਅਸਾਈਲਮ ਆਫਿਸ ਕਹਿ ਰਿਹਾ ਸਿੱਧਾ ਹੀ ਕਿ ਤੁਹਾਡਾ ਕੇਸ ਆਪਾਂ ਡਿਸਮਿਸ ਕਰ ਰਹੇ ਹਾਂ, ਤੁਹਾਨੂੰ ਜਿਹੜਾ ਇੰਟਰਵਿਊ ਲਈ ਜਾਣਾ ਪੈਣਾ, ਖੁਦ ਤੁਹਾਨੂੰ ਜਾ ਕੇ ਜਿਹੜੀ ਇੰਟਰਵਿਊ ਸਕੈਜੂਲ ਕਰਨੀ ਪੈਣੀ ਆ ਆਈਸ ਵਾਲਿਆਂ ਨਾਲ। ਆਈਸ ਵਾਲੇ ਤੁਹਾਡੇ ਬਿਆਨ ਲਊਗੇ ਜਿੱਦਾਂ ਬਾਰਡਰ ਤੇ ਤੁਹਾਡੇ ਹੋਣੇ ਚਾਹੀਦੇ ਸੀਗੇ। ਬਾਈਡਨ ਸਰਕਾਰ ਨੇ ਜਿਹੜਾ ਦਰਵਾਜ਼ਾ ਖੋਲਿਆ ਉਹ ਗਲਤ ਖੋਲਿਆ ਕਿ ਬਿਨਾਂ ਬਿਆਨਾਂ ਦੇ ਤੁਹਾਨੂੰ ਆਉਣ ਦਿੱਤਾ। ਇਹਦੇ ਵਿੱਚ ਸਾਡੀ ਜੁਰਿਸਡਿਕਸ਼ਨ ਨਹੀਂ ਬਣਦਾ, ਤੁਸੀਂ ਪਹਿਲਾਂ ਜਿਹੜਾ ਆਪਣੇ ਬਿਆਨ ਦਿਓ ਜਾ ਕੇ ਉੱਥੇ, ਤੇ ਫਿਰ ਜੇ ਤੁਹਾਡੇ ਬਿਆਨ ਜਿਹੜੇ ਪਾਸ ਹੋ ਜਾਂਦੇ ਆ ਤੇ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਕੋਰਟ 'ਚ ਫਿਰ ਜਿਹੜਾ ਕੇਸ ਲੱਗ ਜਾਂਦਾ। ਜੇ ਤੁਹਾਡੇ ਬਿਆਨ ਜਿਹੜੇ ਨਹੀਂ ਪਾਸ ਹੁੰਦੇ ਤੇ ਤੁਹਾਨੂੰ ਇੱਕ ਅਪੀਲ ਦਾ ਹੱਕ ਹੁੰਦਾ ਇਮੀਗ੍ਰੇਸ਼ਨ ਜੱਜ ਮੋਰੇ, ਜੇ ਉਹਨੇ ਵੀ ਫੇਲ ਕਰਤੇ ਫਿਰ ਤੁਹਾਡੀ ਜਿਹੜੀ ਡੀਪੋਟੇਸ਼ਨ ਆ। ਇਹ ਜਿਹੜਾ ਸਾਰਾ ਸਿਸਟਮ ਆ ਤੁਸੀਂ ਕਹਿ ਲਓ ਕਿ ਜਿਹਦੇ ਬਿਆਨ ਫੇਲ ਹੋਏ ਆ, ਹੁਣ ਬੰਦਾ ਉਰੇ ਰਹਿ ਰਿਹਾ, ਕੰਮ ਕੁੰਮ ਦਾ ਚੱਲਿਆ, ਪਰ ਉਹਨੂੰ ਜਿਹੜਾ ਅਸਾਈਲਮ ਆਫਿਸ ਨੇ ਇਹ ਨੋਟਿਸ ਭੇਜਤਾ, ਉਹਦਾ ਤੁਸੀਂ ਲਗਾ ਲਓ ਕਿ 10 ਕੁ ਦਿਨਾਂ 'ਚ 15 ਕੁ ਦਿਨਾਂ 'ਚ ਜਿਹੜਾ ਪੂਰਾ ਪੈਕਅਪ ਇੱਥੋਂ ਦੀ ਕੀਤਾ ਜਾ ਸਕਦਾ, ਜਿਹਦੀ ਅੱਗੇ ਫਿਰ ਕੋਈ ਅਪੀਲ ਨਹੀਂ ਲੈਣੀ ਇਮੀਗ੍ਰੇਸ਼ਨ ਜੱਜ ਤੋਂ ਬਾਅਦ। ਇਹਨੂੰ ਕਹਿੰਦੇ ਐਕਸਪੀਡਾਈਟਡ ਰਿਮੂਵਲ। ਬੇਸਿਕਲੀ ਉਹ ਕੀ ਕਰ ਰਹੇ ਆ ਕਿ ਕੇਸ ਜਿਹੜੇ ਇੱਥੋਂ ਦੀ ਖਾਰਜ ਕਰਕੇ ਉਹਨਾਂ ਨੂੰ ਐਕਸਪੀਡਾਈਟਡ ਰਿਮੂਵਲ ਵੱਲ ਧੱਕਣਾ ਚਾਹੁੰਦੇ ਆ। ਇਹਦੇ ਵਿੱਚ ਆਪਣਾ ਇੱਕ ਕੇਸ ਪਿੱਛੇ ਸੀਗਾ, ਤੁਹਾਨੂੰ ਦੱਸਿਆ ਸੀਗਾ, ਅਪੀਲ ਕੀਤੀ ਸੀ ਜਿਹਦੀ ਮੈਂ ਗੱਲ ਕਰਦਾ ਸੀਗਾ, ਤੇ ਪਰ ਉਹਦੇ ਜਿਹੜੇ ਬਿਆਨ ਸੀਗੇ ਉਹਨਾਂ ਨੇ ਪਾਸ ਕਰਤੇ ਸੀਗੇ। ਸੋ ਇਦਾਂ ਨਹੀਂ ਕਿ ਸਾਰਿਆਂ ਦੇ ਉਹਨਾਂ ਨੇ ਫੇਲ ਕਰਨੇ ਆ। ਜੇ ਤੁਸੀਂ ਵਧੀਆ ਤਰੀਕੇ ਨਾਲ ਦੱਸ ਸਕਦੇ ਆ ਤਾਂ ਤੁਹਾਡੇ ਉਹ ਪਾਸ ਵੀ ਜਿਹੜੇ ਕਰ ਸਕੋਗੇ। ਤੇ ਇਹਦੇ ਵਿੱਚ ਹੁਣ ਜਿਹੜੇ ਐਕਸਪੀਡਾਈਟਡ ਰਿਮੂਵਲ, ਕਈ ਲੋਕੀ ਇਹਦੇ ਵਿੱਚ ਇਹ ਸੋਚ ਰਹੇ ਆ ਕਿ ਆਪਾਂ ਸ਼ਾਇਦ ਨਾ ਜਾਈਏ, ਸਾਨੂੰ ਕੋਈ ਡੇਟ ਨਹੀਂ ਦਿੱਤੀ ਉਹਨਾਂ ਨੇ ਤੇ ਆਪਾਂ ਨਾ ਉਹਨਾਂ ਨੂੰ ਪੇਸ਼ ਹੋਈਏ ਆਈਸ ਵਾਲਿਆਂ ਦੇ। ਉਹ ਚੀਜ਼ ਗਲਤ ਆ। ਤੁਹਾਨੂੰ ਆਈਸ ਵਾਲਿਆਂ ਦੇ ਜਿਹੜਾ ਪੇਸ਼ ਜਿਹੜਾ ਹੋਣਾ ਪੈਣਾ, ਖੁਦ ਤੁਸੀਂ ਪੇਸ਼ ਹੋ ਜਾਓ ਤਾਂ ਬੈਟਰ ਆ। ਤੁਸੀਂ ਆਪਣੇ
ਹਿਸਾਬ ਨਾਲ ਪ੍ਰੀਪੇਅਰਡ ਹੋ ਕੇ ਬਿਆਨ ਜਿਹੜੇ ਦੇ ਸਕਦੇ ਆ। ਤੁਹਾਨੂੰ ਖੜੇ ਪੈਰ ਉਹਨਾਂ ਨੇ ਕਿਤੋਂ ਹੋਰ ਚੱਕਿਆ, ਕਿਉਂਕਿ ਹੁਣ ਤੁਹਾਡੇ ਕੇਸ ਤਾਂ ਡਿਸਮਿਸ ਹੋ ਗਏ, ਨਾ ਤੁਹਾਡਾ ਵਰਕ ਪਰਮਿਟ ਆਉਣਾ, ਜਿਹੜੇ ਵੈਲਿਡ ਸੀਗੇ ਉਹ ਕਹਿੰਦੇ ਉਹਦੀ ਵੀ ਵੈਲਿਡਿਟੀ ਹੈ ਨਹੀਂ ਜਦੋਂ ਤੁਹਾਡਾ ਕੇਸ ਹੀ ਡਿਸਮਿਸ ਕਰਤਾ। ਉਹਦਾ ਮਤਲਬ ਇਹ ਹੈ ਕਿ ਤੁਸੀਂ ਕੀ ਕਰੋਗੇ ਹੁਣ ਲੁੱਕ ਕੇ ਵੀ, ਜਿਹੜਾ ਸੀਗਾ ਅਲਟੀਮੇਟਲੀ ਕੀ ਸੀਗਾ ਕਿ ਜੇ ਉਹ ਆ ਗਿਆ ਐਡਰੈਸ ਵਗੈਰਾ ਤਾਂ ਉਹਨਾਂ ਕੋਲ ਹੈਗਾ ਹੀ, ਉਹਨਾਂ ਨੇ ਅਗਲਾ ਸਟੈਪ ਤਾਂ ਇਹੀ ਲੈਣਾ ਉਹਨਾਂ ਨੇ ਕਿ ਲੋਕੀ ਇੰਟਰਵਿਊ ਕਰਾਉਣ ਆਏ ਨਹੀਂ ਬਿਆਨ, ਤੇ ਉਹਨਾਂ ਨੂੰ ਜਿਹੜਾ ਸੀਗਾ ਮੇਰੇ ਹਿਸਾਬ ਨਾਲ ਤੁਹਾਨੂੰ ਆਪ ਹੀ ਜਿਹੜਾ ਸੀਗਾ ਸੈਲਫ ਰਿਪੋਰਟ ਇਹਦੇ ਵਿੱਚ ਕਰਨਾ ਚਾਹੀਦਾ, ਜਾ ਕੇ ਉੱਥੇ ਬਿਆਨ ਵਗੈਰਾ ਜਿਹੜੇ ਤੁਹਾਨੂੰ ਦੇਣੇ ਚਾਹੀਦੇ ਆ। ਜੇ ਤੁਸੀਂ ਬਿਆਨ ਤੋਂ ਬਚ ਜਾਂਦੇ ਆ ਤਾਂ ਫਿਰ ਤੁਸੀਂ ਵੀ ਦੇਖੋ ਸੁੱਖ ਦਾ ਸਾਹ, ਫਿਰ ਤੁਹਾਡਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੇਸ ਜਿਹੜਾ ਚੱਲ ਪਊਗਾ। ਇਹਦੇ ਵਿੱਚ ਆਪਾਂ ਦੋ ਤਰ੍ਹਾਂ ਦੇ ਰਾਜਗਰਨ ਜੀ ਨੋਟਿਸ ਦੇਖ ਰਹੇ ਹਾਂ। ਇੱਕ ਹੈਗਾ ਜਿਹਨਾਂ ਨੂੰ ਤਰੀਕ ਉਹਨਾਂ ਨੇ ਨਹੀਂ ਲਿਖੀ ਸੀਗੀ, ਉਹਨਾਂ ਨੇ ਸਿੱਧੇ ਉਹਨਾਂ ਦੇ ਕੇਸ ਜਿਹੜੇ ਡਿਸਮਿਸ ਕੀਤੇ ਆ, ਕਹਿੰਦੇ ਆ ਕਿ ਤੁਸੀਂ ਆਪ ਜਾ ਕੇ ਜਿਹੜੀ ਇੰਟਰਵਿਊ ਸੈੱਟ ਕਰ ਲਓ। ਠੀਕ ਹੈ, ਮਤਲਬ ਤੁਸੀਂ ਕਹਿੰਦੇ ਉਹਨਾਂ ਕੋਲ ਥੋੜੀ ਬਹੁਤ ਫਲੈਕਸੀਬਿਲਿਟੀ ਜਿਹੜੀ ਹੈਗੀ ਹੈ, ਕਿਉਂਕਿ ਐਸਾ ਕੋਈ ਸੈੱਟ ਡੇਟ ਨਹੀਂ ਲਿਖੀ ਸੀਗੀ। ਹੁਣ ਜਿਹੜੇ ਆਪਾਂ ਪਿਛਲੇ ਹਫਤੇ ਨੋਟਿਸ ਆਪਾਂ ਦੇਖ ਰਹੇ ਹਾਂ ਉਹਦੇ ਵਿੱਚ ਉਹਨਾਂ ਨੇ ਸੈੱਟ ਇੱਕ ਡੇਟ ਲਿਖੀ ਹੈ ਕਿ ਇੰਨੀ ਤਰੀਕ ਨੂੰ ਤੁਸੀਂ ਆਈਸ ਵਾਲਿਆਂ ਦੇ ਜਿਹੜਾ ਜਾਣਾ। ਠੀਕ ਹੈ, ਠੀਕ ਹੈ ਜੀ। ਤੇ ਕਈ ਕੇਸ ਇਹਦੇ ਵਿੱਚ ਏਦਾਂ ਵੀ ਹੋਇਆ ਕਿ ਬੰਦਾ ਗਿਆ ਜਦੋਂ, ਉਹ ਕਹਿੰਦੇ ਕਿ ਅੱਜ ਸਾਡੇ ਕੋਲ ਜਿਹੜਾ ਟਾਈਮ ਨਹੀਂ ਹੈਗਾ ਤੇ ਤੂੰ ਬਾਅਦ ਚ ਕਿਸੇ ਹੋਰ ਤਰੀਕ ਨੂੰ ਜਿਹੜਾ ਆਈ। ਕਈ ਇਹਦੇ ਵਿੱਚ ਕੇਸ ਜਿਹੜੇ ਏਦਾਂ ਦੇ ਵੀ ਹੋਏ ਆ ਕਿ ਅਸਾਲਮ ਵਾਲਿਆਂ ਨੂੰ ਜਿਹੜਾ ਸੀਗਾ ਉਹਨਾਂ ਨੇ ਜਿਹੜਾ ਸੀਗਾ ਫੜ ਲਿਆ, ਉੱਥੇ ਜੇਲ੍ਹ ਚ ਬਹਾ ਲਿਆ, ਤੇ ਜਦੋਂ ਉਹਨਾਂ ਦੇ ਬਿਆਨ ਫਿਰ ਪਾਸ ਹੋ ਗਏ ਤੇ ਫਿਰ ਉਹਨਾਂ ਨੂੰ ਜਿਹੜਾ ਬੌਂਡ ਵਗੈਰਾ ਦੇ ਕੇ ਜਿਹੜਾ ਛੱਡਤਾ। ਓਕੇ, ਇਹ ਚੀਜ਼ਾਂ ਜਿਹੜੀਆਂ ਆਪਣੀਆਂ ਹੁਣ ਸਾਹਮਣੇ ਕਾਫੀ ਜਿਹੜੀਆਂ ਆ ਰਹੀਆਂ। ਕਈ ਕੇਸਾਂ ਦੇ ਵਿੱਚ ਮਾਸਟਰ ਹੀਅਰਿੰਗ ਦੇ ਵਿੱਚ ਜਦੋਂ ਲੋਕ ਕੀ ਜਾਂਦੇ ਸੀ, ਜਿਹਨਾਂ ਨੂੰ 2 ਸਾਲ ਤੋਂ ਘੱਟ ਹੋਏ, ਜਿਹਨਾਂ ਦੇ ਬਿਆਨ ਨਹੀਂ ਹੋਏ ਸੀਗੇ, ਉਹਦੇ ਵਿੱਚ ਜਿਹੜੇ ਡੀਐਚਐਸ ਅਟਰਨੀ ਆ ਉਹ ਮੋਸ਼ਨ ਟੂ ਡਿਸਮਿਸ ਜਿਹੜਾ ਫਾਈਲ ਕਰ ਰਿਹਾ। ਇਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਉਹਦੀ ਤੁਸੀਂ ਆਪੋਜੀਸ਼ਨ ਕਿਹੜੇ ਹਿਸਾਬ ਨਾਲ ਕਰਨੀ ਆ, ਟਾਈਮ ਕਿੱਦਾਂ ਮੰਗਣਾ। ਤੇ ਜ਼ਿਆਦਾਤਰ ਜਿਹੜੇ ਜੱਜ ਆ, ਸਪੈਸ਼ਲੀ ਸਟ੍ਰਿਕਟ ਵਾਲੇ ਜਿਹੜੇ ਜੱਜ ਆ, ਉਹ ਕੇਸ ਡਿਸਮਿਸ ਕਰ ਰਹੇ ਆ। ਇਹ ਲੋਕਾਂ ਨੂੰ ਕਈ ਵਾਰੀ ਉਹ ਬਾਹਰ ਜਿਹੜਾ ਫੜ ਰਹੇ ਆ, ਜਾਂ ਉਹਨਾਂ ਨੂੰ ਆਈਸ ਵਾਲੇ ਰਾਈਟ ਵੇ ਜਿਹੜਾ ਕਾਲ ਕਰਕੇ ਦੱਸ ਰਹੇ ਆ ਕਿ ਤੁਸੀਂ ਇੰਨੀ ਤਰੀਕ ਨੂੰ ਸਾਡੇ ਪੇਸ਼ੀ ਜਿਹੜੀ ਕਰਨ ਆਣੀ ਆ। ਸੋ ਮੁੱਖ ਦੀ ਗੱਲ ਇਹ ਹੈ ਕਿ ਬਾਈਡਨ ਸਰਕਾਰ ਨੇ ਜਿਹੜਾ ਦਰਵਾਜ਼ਾ ਖੋਲਤਾ ਸੀਗਾ, ਉੱਧਰ ਏਜੰਡਾ ਸਾਰਿਆਂ ਨੇ ਹੱਥ ਚੱਕਤੀ ਸੀਗੀ। ਬਿਆਨ ਕਿਸੇ ਦੇ ਹੁੰਦੇ ਨਹੀਂ ਸੀਗੇ, ਤੇ ਕਾਫੀ ਲੋਕੀ ਜਿਹੜੇ ਸਿੱਧੇ ਤੌਰ ਤੇ ਜਿਹੜੇ ਆ ਗਏ, ਠੀਕ ਆ, ਭਾਵੇਂ ਉਹਨਾਂ ਦਾ ਅਸਾਈਲਮ ਕੇਸ ਹੈਗਾ ਨਹੀਂ ਹੈਗਾ। ਇਹ ਸਰਕਾਰ ਕੀ ਕਰ ਰਹੀ ਹੈ, ਕਾਨੂੰਨ ਦੇ ਹਿਸਾਬ ਨਾਲ ਤੁਹਾਡੇ ਬਿਆਨ ਹੋਣੇ ਬਣਦੇ ਸੀਗੇ। ਜਿਹੜੀ ਪੁਰਾਣੀ ਸਰਕਾਰ ਉਹਨੇ ਗਲਤ ਕੀਤਾ ਕਿ ਸਿੱਧੇ ਜਿਹੜਾ ਗੇਟ ਖੋਲਤਾ, ਤੇ ਜਿਹਨਾਂ ਦੇ ਹੁਣ ਬਿਆਨ ਨਹੀਂ ਹੋਏ ਆ, ਜਿਹੜੇ ਉਹ ਗਲਤ ਤਰੀਕੇ ਨਾਲ ਆਏ ਆ, ਉਹ ਪਹਿਲਾਂ ਆਪਣੇ ਬਿਆਨ ਕਰਾ ਕੇ ਜਿਹੜੇ ਆਓ। ਠੀਕ ਹੈ ਜੀ। ਸੋ ਇਹ ਚੀਜ਼ ਅੱਛਾ, ਜਿਹੜਾ ਇਹ ਆਪਾਂ ਕਈ ਵੀਡੀਓਜ਼ ਵਗੈਰਾ ਦਿੰਦੇ ਆ, ਓਬਵੀਅਸਲੀ ਸਾਰਿਆਂ ਦੇ ਨਾਲ ਤਾਂ ਇਦਾਂ ਨਹੀਂ ਹੁੰਦਾ ਹੋਣਾ। ਕੇਸ ਉਧਰੋਂ ਡਿਸਮਿਸ ਕੀਤਾ ਜਾਂਦਾ, ਬਾਹਰ ਆਈਸ ਵਾਲੇ ਜਿਹੜੇ ਉਹ ਖੜੇ ਹੁੰਦੇ ਆ। ਤੁਸੀਂ ਕੋਰਟਸ ਦੇ ਵਿੱਚ ਜਾਂ ਕੋਰਟ ਦੇ ਕੋਰੀਡੋਰਸ ਦੇ ਵਿੱਚ ਆਈਸ ਦੀ ਪ੍ਰੈਜ਼ੈਂਸ ਕਿੰਨੀ ਕੁ ਜਿਹੜੀ ਉਹ ਦੇਖੀ ਆ ਉੱਥੇ? ਕਈ ਵਾਰੀ ਦੇਖੀ ਹੈ ਜੀ। ਦੇਖੋ, ਕੌਂਕਰਡ ਦੇ ਵਿੱਚ ਵੀ ਵੇਖੀ ਹੈ, ਸੈਂਟਾਨਾ ਦੇ ਵਿੱਚ ਵੀ ਦੇਖੀ ਹੈ। ਲੱਕੀਲੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਘੱਟ ਆ, ਤੇ ਜਿਹੜਾ ਆਪਣਾ ਦੂਸਰੇ ਸਟੇਟਸ ਵਗੈਰਾ ਹੋ ਗਈਆਂ, ਫੀਨਿਕਸ ਵਗੈਰਾ, ਉਧਰ ਕਹਿੰਦੇ ਜਿਹੜਾ ਜ਼ਿਆਦਾ। ਠੀਕ ਹੈ। ਸੋ ਇਹਦੇ ਵਿੱਚ ਤੇ ਇਹ ਆ ਵੀ ਕੋਈ ਨਾ ਆਈਸ ਦੀ ਆਪਣੀ ਹਾਜ਼ਰੀ ਮਿਸ ਕਰੇ ਤੇ ਨਾ ਕੋਈ ਕੋਰਟ ਦੀ ਮਿਸ ਕਰੇ। ਫੀਸਾਂ ਫੂਸਾਂ ਦਾ ਤੁਸੀਂ ਪਹਿਲਾਂ ਦੱਸ ਚੁੱਕੇ ਆ ਵੀ ਉਹ ਚੀਜ਼ ਆ, ਤੇ ਬਾਅਦ ਦੇ ਵਿੱਚ ਹੋਰ ਜ਼ਿਆਦਾ ਸ਼ਿਕੰਜੇ 'ਚ ਫਸਣ ਦਾ ਖਤਰਾ ਹੈ। ਹਾਂਜੀ, ਬਿਲਕੁਲ, ਤਰੀਕਾ ਨਾ ਮਿਸ ਕਰਿਓ ਕੋਈ ਵੀ, ਤੇ ਕਿਸੇ ਦੇ ਵੀ ਆਖੇ ਲੱਗ ਕੇ ਮੈਡੀਕਲ ਦੇ ਦੇ, ਏਦਾਂ ਦੇ ਉਦਾਂ ਦੇ ਦੇ, ਆ ਪੁੱਠੇ ਸਿੱਧੇ ਕੰਮ ਨਹੀਂ ਕਰਨੇ ਕਿਸੇ ਨੇ ਵੀ। ਬਿਲਕੁਲ ਜੀ ਜੀ। ਅੱਛਾ, ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ ਨਾ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਜਿਹੜੀ ਉਹ ਮਾਰਾਂਗੇ, ਹੋਰ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਜੁੜੇ ਰਹੋ ਇੱਧਰ ਪੰਜਾਬੀ ਰੇਡੀਓ USA ਦੇ ਨਾਲ, ਪੰਜਾਬੀ TV USA ਦੇ ਨਾਲ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਇਮੀਗ੍ਰੇਸ਼ਨ ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਸਵਾਗਤ ਹੈ ਜੀ ਆਇਆਂ ਨੂੰ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਤੇ ਸਰੋਤਿਓ, ਜੇ ਇਮੀਗ੍ਰੇਸ਼ਨ ਦੇ ਬਾਬਤ ਅੱਜ ਪਹਿਲੀ ਤਾਂ ਗੱਲ ਇਹ ਆ ਵੀ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਦੇ, ਥੋੜ੍ਹੀਆਂ ਹੋਰ ਜਿਹੜੀਆਂ ਨਿਊਜ਼ ਕਾਫੀ ਨੇ, ਆਪਾਂ ਉਹਦੇ ਬਾਰੇ ਥੋੜ੍ਹੀ ਹੋਰ ਚਰਚਾ ਜਿਹੜੀ ਉਹ ਕਰਾਂਗੇ। ਤੇ ਉਸ ਦੇ ਨਾਲ ਨਾਲ ਦੱਸ ਜਾਈਏ ਵੀ ਜੇ ਤੁਸੀਂ ਅਟਾਰਨੀ ਟਿਰਕੈਣਾ ਉਹਨਾਂ ਦੇ ਆਫਿਸ ਦੇ ਨਾਲ ਸੰਪਰਕ ਕਰਨਾ ਹੈ ਤੇ ਉਸ ਦੇ ਲਈ ਫੋਨ ਨੰਬਰ ਆ 4159090503 415 909 0503 4159090503 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਆ। ਅਗਲੀਆਂ ਜਿਹੜੀਆਂ ਕੁਝ ਇਮੀਗ੍ਰੇਸ਼ਨ ਨਾਲ ਸੰਬੰਧਿਤ ਨਿਊਜ਼ ਦੇ ਉੱਤੇ ਗੱਲ ਕਰਦੇ ਜਾਈਏ। ਇੱਕ ਕਨਵਿਕਟਡ ਸੈਕਸ ਅਫੈਂਡਰ ਜਿਹੜਾ ਨਾਰਥ ਕੈਰੋਲੀਨਾ ਸੀਗਾ, ਉਸ ਨੂੰ ਨੈਚੁਰਲਾਈਜੇਸ਼ਨ ਫਰਾਡ ਦੇ ਵਿੱਚ ਇੰਡਾਈਟ ਕੀਤਾ ਗਿਆ ਹੈ। ਹਾਂਜੀ, ਸੋ ਇਹ 30 ਸਾਲ ਦਾ ਵਿਅਕਤੀ ਸੀਗਾ ਤੇ ਮੈਕਸੀਕੋ ਚ ਬੌਰਨ ਹੋਇਆ ਸੀਗਾ ਤੇ ਇਹਨੂੰ ਚਾਰਜ ਕੀਤਾ ਉਹਨਾਂ ਨੇ ਨੈਚੁਰਲਾਈਜੇਸ਼ਨ ਫਰਾਡ ਦੇ ਵਿੱਚ, ਕਹਿ ਗਏ ਕਿ ਆਪਣੀ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਸੀਗੀ ਉਹਦੇ ਵਿੱਚ ਝੂਠ ਬੋਲਿਆ। ਸੋ ਤੁਹਾਡੇ ਨਾਲ 2-3 ਅੱਜ ਕੇਸ ਆਪਾਂ ਡਿਸਕਸ ਜਿਹੜੇ ਕਰਾਂਗੇ। ਸੋ ਕੀ ਹੋ ਰਿਹਾ ਕਿ ਬੰਦੇ ਸਿਟੀਜ਼ਨ ਆਲਰੇਡੀ ਬਣੇ ਹੋਏ ਆ, ਉਹਨਾਂ ਨੂੰ ਜਿਹੜੀ ਇਹ ਧਾਰਾ ਦੇ ਥੱਲੇ ਫੜਿਆ ਜਾ ਰਿਹਾ ਕਿ ਤੂੰ ਜਿਹੜੀ ਕਈ ਚੀਜ਼ਾਂ ਸੀਗੀਆਂ ਆਪਣੀ ਐਪਲੀਕੇਸ਼ਨ ਚ ਡਿਸਕਲੋਜ਼ ਨਹੀਂ ਕੀਤੀਆਂ। ਹੁਣ ਦੇਖੋ ਜੀ, ਜਿਹੜੀ ਤਾਂ ਬੰਦੇ ਨੂੰ ਸਜ਼ਾ ਹੋ ਗਈ, ਕਿਸੇ ਨੂੰ ਕਨਵਿਕਸ਼ਨ ਹੋ ਗਈ, ਉਹ ਤਾਂ ਸਿੱਧਾ ਹੀ ਅੱਗ ਬੰਦੇ ਨੇ ਝੂਠ ਬੋਲਿਆ ਸੀਗਾ, ਦੱਸਿਆ ਨਹੀਂ। ਕਈ ਵਾਰੀ ਉਹਨਾਂ ਦੇ ਵਿੱਚ ਜਿਹਦਾ ਸਵਾਲ ਏਦਾਂ ਹੁੰਦਾ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਦੇ ਵਿੱਚ ਕਿ ਤੁਸੀਂ ਕੋਈ ਏਦਾਂ ਦਾ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਬਾਰੇ ਤੁਹਾਨੂੰ ਸਜ਼ਾ ਨਾ ਹੋਈ ਹੋਵੇ ਜਾਂ ਫੜੇ ਨਾ ਗਏ ਹੋ, ਪਰ ਤੁਸੀਂ ਦੱਸਿਆ ਨਾ ਹੋਵੇ ਕਿਸੇ ਨੂੰ। ਹੁਣ ਇਹ ਚੀਜ਼ ਉਹ ਵਿਅਕਤੀਆਂ ਲਈ ਆ ਜਾਂਦੀ ਹੈ ਜਿਹਨਾਂ ਨੇ ਕੋਈ ਪੁੱਠਾ ਪੰਗਾ ਲਿਆ ਪਰ ਉਹ ਕਦੀ ਫੜੇ ਨਾ ਗਏ ਹੁਣ, ਤੇ ਬਾਅਦ ਚ ਉਹ ਜੇ ਫੜੇ ਜਾਂਦੇ ਆ, ਨਾ ਸਿਰਫ ਉਹਨਾਂ ਨੂੰ ਉਸ ਚੀਜ਼ ਦੀ ਸਜ਼ਾ ਮਿਲਦੀ ਆ, ਪਰ ਉਹ ਵਾਪਸ ਜਾ ਕੇ ਉਹਨਾਂ ਦੀ ਸਿਟੀਜ਼ਨਸ਼ਿਪ ਨੂੰ ਵੀ ਟਾਰਗੇਟ ਕਰ ਰਿਹਾ ਕਿ ਤੂੰ ਇਹ ਕਿਉਂ ਨਹੀਂ ਦੱਸਿਆ, ਕਿਉਂਕਿ ਸਵਾਲ ਉਹਦੇ ਵਿੱਚ ਇਹ ਸੀਗਾ ਕਿ ਤੈਨੂੰ ਪਤਾ ਕਿ ਤੂੰ ਕੋਈ ਪੁੱਠਾ ਕੰਮ ਕੀਤਾ। ਤੇ ਇਹਦੇ ਵਿੱਚ ਤੁਸੀਂ ਲਾ ਲਓ ਕਿ ਉਹ ਵਾਲੇ ਵਿਅਕਤੀ ਵੀ ਆ ਜਾਣੇ ਆ ਜਿਹਨਾਂ ਨੇ ਕੋਈ ਪੁੱਠਾ ਕੰਮ ਕੀਤਾ ਪਰ ਹੁਣ ਤੱਕ ਸੇਫ ਸੀਗੇ ਪਰ ਬਾਅਦ ਚ ਫੜੇ ਜਾਂਦੇ ਆ। ਠੀਕ ਹੈ। ਇਹਦੇ ਵਿੱਚ ਉਹ ਵਾਲੇ ਵਿਅਕਤੀ ਵੀ ਆਉਂਦੇ ਜਿਹਨਾਂ ਦੇ ਆਪਣੇ ਦੇਸ਼ਾਂ ਦੇ ਵਿੱਚ ਕੋਈ ਕ੍ਰਾਈਮ ਸੀਗੇ, ਉਹਨਾਂ ਨੇ ਦੱਸੇ ਨਹੀਂ ਆ ਤੇ ਹੁਣ ਉਹਨਾਂ ਤੇ ਚਾਨਣਾ ਪੈ ਜਾਂਦਾ। ਠੀਕ ਆ, ਭਾਵੇਂ ਕੋਈ ਸੱਜਣ ਮਿੱਤਰ ਘਰ ਦਾ ਭੇਤੀ ਲੰਕਾ ਢਾਂਦਾ ਜਾਂ ਜਿੱਦਾਂ ਵੀ ਆ, ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ 'ਚ ਕੋਈ ਏਦਾਂ ਦੀ ਚੀਜ਼ ਜਿਹੜੀ ਤੁਹਾਨੂੰ ਪਤਾ ਸੀਗੀ ਪਰ ਤੁਸੀਂ ਦੱਸੀ ਨਹੀਂ, ਉਹ ਚੀਜ਼ ਨੂੰ ਲੈ ਕੇ ਜਿਹੜਾ ਸੀਗਾ ਇਹ ਟਾਰਗੇਟ ਹੁਣ ਕਰ ਰਹੇ ਆ ਤੇ ਉਹਨੂੰ ਇਹ ਨੈਚੁਰਲਾਈਜੇਸ਼ਨ ਬੇਸਿਕਲੀ ਫਰਾਡ ਆ ਤੇ ਹੋਰ ਸਜ਼ਾ ਜਿਹੜੀ ਕ੍ਰਾਈਮ ਦੀ ਮਿਲਣੀ ਸੀ ਉਹ ਤਾਂ ਅਲੱਗ ਆ, ਜਿਹੜੀ ਸਿਟੀਜ਼ਨਸ਼ਿਪ ਵਾਲੀ ਮਿਲਣੀ ਸੀਗੀ ਉਹ ਵੀ ਵਿੱਚ ਨਾਲ ਜਿਹੜੀ ਜੋੜ ਕੇ ਕਈ ਸਾਲ ਜਿਹੜੀ ਜੇਲ੍ਹ ਟਾਈਮ ਜਿਹੜਾ ਬਣਾ ਰਹੇ ਆ। ਇਹ ਜਿਹੜਾ ਵਿਅਕਤੀ ਸੀਗਾ ਇਹ ਕਨਵਿਕਟਡ ਸੈਕਸ ਅਫੈਂਡਰ ਦੀ ਜਿਹੜੀ ਗੱਲ ਕਰੀਏ, ਹੁਣ ਦੇਖੋ ਪਹਿਲਾਂ ਤਾਂ ਜਿਹੜੀਆਂ ਇਹ ਖਬਰਾਂ ਹੁੰਦੀਆਂ, ਠੀਕ ਆ, ਕਿ ਉਹਨਾਂ ਦੇ ਅਪੀਲ ਦੇ ਹੱਕ ਕੀ ਆ, ਮਤਲਬ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਵਾਲਾ ਹੈਗਾ ਬੰਦਾ, ਅਕਿਊਜ਼ਡ ਦੀ ਜਿਹੜੇ ਹੁੰਦੇ ਆ। ਤੇ ਇਮੀਗ੍ਰੇਸ਼ਨ ਨੇ ਵੀ ਆਪਣੀ ਵੈਬਸਾਈਟ ਤੇ ਏਦਾਂ ਕਰਕੇ ਲਿਖਿਆ ਹੁੰਦਾ ਤੇ ਇਹਨਾਂ ਨੇ ਬੇਸਿਕਲੀ ਇਹਨੂੰ ਇਹੀ ਕਿਹਾ ਕਿ ਤੇਰੀ ਜਿਹੜੀ ਐਪਲੀਕੇਸ਼ਨ ਸੀਗੀ ਉਹ 'ਚ ਲਿਖਿਆ ਸੀਗਾ ਕਿ ਤੂੰ ਕਦੀ ਵੀ ਕੋਈ ਏਦਾਂ ਦੇ ਕੰਮ 'ਚ ਇਨਵੋਲਵ ਤਾਂ ਨਹੀਂ ਸੀਗਾ ਜਿਹਦੇ ਵਿੱਚ ਤੂੰ ਕੋਈ ਕਿਸੇ ਨਾਲ ਸੈਕਸ਼ੂਅਲ ਕੰਟੈਕਟ ਜਾਂ ਰਿਲੇਸ਼ਨਸ਼ਿਪ ਵਗੈਰਾ ਧੱਕੇ ਨਾ ਬਣਾਏ ਹੋਣ, ਜਾਂ ਕੋਈ ਏਦਾਂ ਦਾ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਵਿੱਚ ਜਿਹੜੀ ਤੇਰੀ ਅਰੈਸਟ ਜਿਹੜੀ ਨਾ ਹੋਈ ਹੋਵੇ ਤੇ ਇਹਨੇ ਨਹੀਂ ਕਿਹਾ ਸੀਗਾ। ਤੇ 2018 ਚ ਵਿਅਕਤੀ ਇਹ ਸਿਟੀਜ਼ਨ ਬਣ ਗਿਆ ਸੀਗਾ। 2024 ਦੇ ਵਿੱਚ ਨਾਰਥ ਕੈਰੋਲਾਈਨਾ ਦੇ ਕੋਰਟ ਨੇ ਇਹਨੂੰ ਜਿਹੜੀ ਇਹਨੇ ਗਿਲਟੀ ਪਲੀ ਕੀਤਾ 5 ਕਾਊਂਟ ਸੈਕਸ਼ੂਅਲ ਅਫੈਂਸ ਦੇ ਕਿਸੇ ਜਵਾਕ ਦੇ ਅਗੇਂਸਟ, ਤੇ ਇਹਨੂੰ 300 ਤੋਂ 420 ਮਹੀਨਿਆਂ ਦੀ ਸਜ਼ਾ ਜਿਹੜੀ ਹੋਈ ਸੀਗੀ ਐਜ਼ ਅ ਸੈਕਸ ਅਫੈਂਡਰ। ਤੇ ਜਿਹੜਾ ਜਵਾਕ ਸੀਗਾ ਉਹ 5 ਸਾਲ ਦੀ ਉਹਦੀ ਉਮਰ ਸੀਗੀ ਜਦੋਂ ਇਹ ਅਬਿਊਜ਼ ਜਿਹੜਾ ਸ਼ੁਰੂ ਹੋਇਆ ਤੇ ਇਹਦੀ ਕੋਈ ਅਰੈਸਟ ਨਹੀਂ ਹੋਈ ਸੀਗੀ ਜਦ ਤੱਕ ਇਹ ਸਿਟੀਜ਼ਨ ਨਹੀਂ ਬਣਿਆ। ਮਤਲਬ ਉਸ ਤੋਂ ਪਹਿਲਾਂ, ਮਤਲਬ ਇਹਨੇ ਅਬਿਊਜ਼ ਕੀਤਾ ਸੀਗਾ, ਕੋਈ ਵੀ ਇਹਦੀ ਅਰੈਸਟ ਚਾਰਜਿਸ ਕੁਝ ਨਹੀਂ ਸੀਗੇ, ਸਿਟੀਜ਼ਨ ਬਣ ਗਿਆ ਸੀਗਾ। ਉਸ ਤੋਂ ਬਾਅਦ ਇਹਦੇ ਜਿਹੜਾ ਫੜਿਆ ਗਿਆ ਤੇ ਹੁਣ ਉਹ ਜਾ ਕੇ ਇਹਨੂੰ ਸਜ਼ਾ ਦਿੱਤੀ, ਪਰ ਇਮੀਗ੍ਰੇਸ਼ਨ ਵਾਲੇ ਬੈਕ 'ਚ ਗਏ ਕਿ ਜਿਹੜਾ ਸਵਾਲ ਸੀਗਾ ਭਾਵੇਂ ਤੂੰ ਫੜਿਆ ਗਿਆ ਭਾਵੇਂ ਨਹੀਂ ਫੜਿਆ ਗਿਆ, ਤੈਨੂੰ ਸਵਾਲ ਆਪਾਂ ਇਹ ਪੁੱਛਿਆ ਸੀਗਾ ਕਿ ਤੇਰੇ ਹਿਸਾਬ ਨਾਲ ਤੂੰ ਕੋਈ ਪੁੱਠਾ ਕੰਮ ਕੀਤਾ ਕਿ ਨਹੀਂ ਕੀਤਾ, ਤੇ ਤੂੰ ਕਿਹਾ ਨਹੀਂ ਕੀਤਾ ਮੈਂ। ਤੇ ਉਹਨੂੰ ਇਹ ਕਹਿੰਦੇ ਆ ਕਿ ਨੈਚੁਰਲਾਈਜੇਸ਼ਨ ਫਰਾਡ। ਇਹਦੇ 2 ਕਾਊਂਟਸ ਆਫ ਇੰਡਿਕਟਮੈਂਟ ਇਹਦੀ ਨੈਚੁਰਲਾਈਜੇਸ਼ਨ ਫਰਾਡ ਦੀ ਜਿਹੜੀ ਲਾਈ ਆ,
ਤੁਸੀਂ ਦੇਖੋਗੇ ਜਿਹੜਾ ਨਾਰਮਲ ਅਪਰਾਧ ਆ ਉਹਦੀ ਸਜ਼ਾ ਨਹੀਂ ਇੰਨੀ ਹੈਗੀ ਜਿਹੜੀ ਨੈਚੁਰਲਾਈਜੇਸ਼ਨ ਫਰਾਡ ਵਾਲਾ ਹੈਗਾ। ਸਿਰਫ ਇਹ ਜਿਹੜਾ ਸਵਾਲ ਨੂੰ ਪੁੱਠੇ ਤਰੀਕੇ ਨਾਲ ਆਨਸਰ ਕਰਨਾ, ਇਹਦੀ ਸਜ਼ਾ ਉਹਨਾਂ ਨੇ ਪਰ ਕਾਊਂਟ ਜਿਹੜੀ 10 ਸਾਲ ਰੱਖੀ ਹੈ, ਤੇ 20 ਸਾਲ ਇਹ ਜਿਹੜੀ ਇੰਪ੍ਰਿਜ਼ਨਮੈਂਟ ਨੈਚੁਰਲਾਈਜੇਸ਼ਨ ਫਰਾਡ ਦੇ ਬੇਸ ਤੇ ਜਿਹੜਾ ਕਰਦਾ। ਅੱਛਾ, ਕਹਿਣ ਦਾ ਮਤਲਬ ਆ ਕਿ ਭਾਵੇਂ ਕ੍ਰਾਈਮ ਕੋਈ ਇਦਾਂ ਦਾ ਜਿਹਦੀ 1 ਸਾਲ ਵੀ ਸਜ਼ਾ ਕੁਝ ਵੀ ਆ, ਪਰ ਜਿਹੜੀ ਨੈਚੁਰਲਾਈਜੇਸ਼ਨ ਜਿਹੜਾ ਫਰਾਡ ਹੈਗਾ ਉਹਦੀ ਦਫਾ ਧਾਰਾ ਜਿਹੜੀ ਇਸ ਹਿਸਾਬ ਨਾਲ ਲਗਾ ਰਹੇ ਕਿ ਉਹਦੇ ਵਿੱਚ ਇਹ ਜਿਹੜਾ ਮੈਕਸਿਮਮ ਦੇ ਰਹੇ ਆ ਕਿ ਉਹ ਵਾਲੇ ਸਵਾਲ ਨੂੰ ਜਦੋਂ ਤੁਹਾਨੂੰ ਪਤਾ ਹੈਗਾ ਤੁਸੀਂ ਕੋਈ ਕ੍ਰਾਈਮ ਕੀਤਾ, ਠੀਕ ਆ, ਤੇ ਤੁਸੀਂ ਉਹਨੂੰ ਯੈਸ ਕਿਉਂ ਨਹੀਂ ਜਿਹੜਾ ਕੀਤਾ। ਵਾਓ। ਇਹਦੇ ਵਿੱਚ ਇਹ ਜਿਹੜਾ ਇਹਨਾਂ ਨੇ ਆਪਰੇਸ਼ਨ ਰੱਖਿਆ, ਇਹਨੇ ਆਪਰੇਸ਼ਨ ਫਾਲਸ ਹੇਵਨ ਇਹਦਾ ਨਾਮ ਦਿੱਤਾ, ਠੀਕ ਆ। ਝੂਠਾ ਜਿਹੜਾ ਹੇਵਨ ਤੁਸੀਂ ਕਹ ਲਓ ਕਿ ਤੁਹਾਨੂੰ ਇੱਕ ਸਰਾਜ ਜਿੱਦਾਂ ਦਾਖਲਾ ਜਿੱਦਾਂ ਮਿਲਦਾ, ਆਪਰੇਸ਼ਨ ਫਾਲਸ ਹੇਵਨ ਇਹਨਾਂ ਨੇ ਜਿਹੜਾ ਨਾਂ ਰੱਖਿਆ। ਤੇ ਇਹਦੇ ਵਿੱਚ ਇਹ ਬੇਸਿਕਲੀ ਇਹੀ ਜਿਹੜੇ ਕ੍ਰਿਮੀਨਲ ਵਾਲੇ, ਜੇ ਕਿਸੇ ਨੇ ਕੋਈ ਵੀ ਕ੍ਰਾਈਮ ਜਿਹੜਾ ਕੀਤਾ ਉਹਦੇ ਰਿਲੇਟਡ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜ਼ਿਆਦਾ ਜਿਹੜਾ ਟਾਰਗੇਟ ਇਹ ਕਰ ਰਿਹਾ। ਸੋ ਕੀ ਇਹਦੀ ਨੈਚੁਰਲਾਈਜੇਸ਼ਨ ਵੀ ਬਾਅਦ ਚ ਵਾਪਸ ਟ੍ਰਿਪ ਕੀਤੀ ਜਾ ਸਕਦੀ ਹੈ? ਹਾਂਜੀ ਹਾਂਜੀ, ਆਫ ਕੋਰਸ। ਸੋ ਮੇਨ ਮਕਸਦ ਪਿੱਛੇ ਇਹੀ ਆ। ਹਾਂਜੀ, ਮੇਨ ਮਕਸਦ ਇਹਦਾ ਇਹ ਹੈਗਾ ਕਿ ਨੈਚੁਰਲਾਈਜੇਸ਼ਨ ਡੀਨੈਚੁਰਲਾਈਜ਼ ਕਰਨੇ ਇਹਨਾਂ ਨੇ ਵੱਧ ਤੋਂ ਵੱਧ ਲੋਕ। ਠੀਕ ਆ। ਅਮਰੀਕਾ 'ਚ ਕੀ ਪਹਿਲਾਂ ਵੀ ਇਦਾਂ ਦਾ ਦੌਰ ਰਿਹਾ ਡੀਨੈਚੁਰਲਾਈਜੇਸ਼ਨ ਹੁੰਦੀ ਰਹੀ ਹੋਵੇ? ਹਾਂਜੀ, ਕਾਫੀ ਪਹਿਲਾਂ ਵੀ ਜਿਹੜਾ ਸੀਗਾ ਦੌਰ, ਕਾਫੀ ਜਿਹੜਾ ਇਹਦਾ ਆਇਆ ਹੁੰਦਾ। ਤੁਹਾਡੇ ਨਾਲ ਮੈਂ ਗੱਲ ਕਰਨੀ ਸੀਗੀ ਉਸ ਚੀਜ਼ ਦੇ ਬਾਰੇ ਵੀ ਕਿ ਇੱਕ ਨਵਾਂ ਇਹਨਾਂ ਨੇ ਮੈਮੋ ਡੀਨੈਚੁਰਲਾਈਜੇਸ਼ਨ ਦਾ ਕੀਤਾ। ਫਿਰ ਆਪਾਂ ਪੂਰੀ ਥੋੜੀ ਡਿਟੇਲ 'ਚ ਜਾਵਾਂਗੇ, 2-4 ਖਬਰਾਂ ਜੀਆਂ ਕਰ ਲਈਏ। ਓਕੇ, ਠੀਕ ਹੈ ਜੀ, ਉਹਦੇ ਬਾਰੇ ਫਿਰ ਉਹ ਦੌਰ ਤੇ ਵੀ ਜਿਹੜੀ ਗੱਲ ਕਰਾਂਗੇ ਡੀਨੈਚੁਰਲਾਈਜੇਸ਼ਨ ਵਾਲੇ ਦੀ, ਕਿ ਕਿੱਦਾਂ ਰਿਹਾ ਤੇ ਕਿਵੇਂ ਚੱਲਿਆ। ਠੀਕ ਹੈ ਜੀ। ਅੱਛਾ, ਟੈਂਪਾ ਦਾ ਹਾਈ ਸਕੂਲ ਦਾ ਟੀਚਰ ਆ, ਉਹਨੇ ਦੋਸ਼ ਕਬੂਲ ਕਰ ਲਏ ਆ ਵੀ ਕਹਿੰਦਾ ਵੀ ਮੈਂ ਹਥਿਆਰ ਮੁਹੱਈਆ ਕਰਾਏ ਸੀ ਇੱਕ ਕੈਰੇਬੀਅਨ ਬੇਸਡ ਜਿਹੜੀ ਟ੍ਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨ ਨੂੰ। ਹਾਂਜੀ, ਕਹਿੰਦੀ ਇਹ ਕੁੜੀ ਸੀਗੀ, ਟੀਚਰ ਸੀਗੀ, ਸ਼ੈਨਨ ਲੀ ਸਲਮਾ ਸਿੰਘ ਇਹਦਾ ਨਾਮ। ਤੇ ਇਹ ਜਿਹੜੀ ਟੀਚਰ ਨੇ ਕੀ ਕੀਤਾ ਕਿ ਉਹ ਕਹਿੰਦੇ, ਸੁਣਿਓ ਕਿਦਾਂ ਦਾ ਇਹ ਜਿਹੜਾ ਫੈਂਸ ਬਣਾਇਆ ਇਹਨਾਂ ਨੇ। ਇਹ ਕਹਿੰਦੇ ਇਹਨੇ ਜਿਹੜੀਆਂ ਬੰਦੂਕਾਂ ਖਰੀਦੀਆਂ, ਫਾਇਰਆਰਮ ਖਰੀਦੇ ਇੱਕ ਡੀਲਰ ਤੋਂ, ਲਾਇਸੈਂਸ ਡੀਲਰ ਮਤਲਬ ਨਾਰਮਲ ਦੁਕਾਨ ਤੋਂ ਇਹਨੇ ਜਿਹੜੇ ਖਰੀਦੇ। ਠੀਕ ਹੈ। ਉਹਦੇ ਉੱਤੇ ਇੱਕ ਬਸ ਕੁਐਸਚਨ ਹੁੰਦਾ ਕਿ ਤੂੰ ਇਹ ਜਿਹੜੇ ਹਥਿਆਰ ਆ ਇਹ ਆਪ ਯੂਜ਼ ਕਰਨੇ ਆ ਕਿ ਤੂੰ ਅੱਗੇ ਕਿਸੇ ਨੂੰ ਦੇਣੇ ਆ। ਉਹਨੇ ਕਿਹਾ ਮੈਂ ਇਹ ਆਪ ਯੂਜ਼ ਕਰਨੇ ਆ। ਠੀਕ ਹੈ, ਠੀਕ ਆ। ਹੁਣ ਕੀ ਸੀਗਾ ਕਿ ਇਹਨੂੰ ਜਿਹੜੇ ਐਕਚੁਅਲ ਪੈਸੇ ਸੀਗੇ ਉਹ ਕਿਸੇ ਨੇ ਦਿੱਤੇ ਸੀਗੇ ਕਿ ਤੂੰ ਹਥਿਆਰ ਖਰੀਦ, ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਸੀਗਾ ਬਾਹਰ ਸ਼ਿਪ ਕਰਦੇ। ਤੇ ਸੇਮ ਚੀਜ਼ ਇਹਦੀ ਵੀ ਕਿ ਜਦ ਤੱਕ ਅਪੀਲਾਂ ਪੂਲਾਂ ਸਾਰੀ ਸਜ਼ਾ ਨਹੀਂ ਹੁੰਦੀ ਤਦ ਤੱਕ ਬੰਦਾ ਇਨੋਸੈਂਟ ਪ੍ਰਜ਼ਿਊਮ ਕੀਤਾ ਜਾਊਗਾ। ਤੇ ਇਹਨੇ ਹੁਣ ਜਿਹੜਾ ਸੀਗਾ ਯੂਐਸ ਅਟਰਨੀ ਜਦੋਂ ਆਂਦਾ, ਮਗਰ ਉਹਨਾਂ ਨੇ ਸਾਰੇ ਸਬੂਤ ਸਵਾਦ ਜਿਹੜੇ ਇਕੱਠੇ ਕੀਤੇ, ਇਹਨੂੰ ਕੋਈ ਵਾਇਰ ਟ੍ਰਾਂਸਫਰਾਂ ਜਿਹੜੀਆਂ ਆਈਆਂ ਸੀਗੀਆਂ ਉਹ ਚੋਂ ਇਹਨੇ ਕੁਛ ਇੱਕ ਹਿੱਸਾ ਰੱਖਿਆ ਆਪਣੇ ਕੋਲ, ਤੇ ਬਾਕੀ ਜਿਹੜੇ ਹਥਿਆਰ ਖਰੀਦੇ ਤੇ ਜਿਹੜੇ ਟ੍ਰਿਨੀਡਾਡ ਐਂਡ ਟੋਬੈਗੋ ਜਿਹੜੀ ਕੰਟਰੀ ਆ ਉੱਥੇ ਇਹਨੇ ਸ਼ਿਪ ਕਰਤੇ। ਜਿਹੜੇ ਬਾਕਸਿੰਗ ਦੇ ਜਿਹੜੇ ਪੰਚ ਬੈਗ ਹੁੰਦੇ ਆ ਉਹਨਾਂ ਦੇ ਵਿੱਚ ਪਾ ਕੇ ਜਿਹੜੇ ਹਥਿਆਰ ਜਿਹੜੇ ਸਮਗਲ ਕਰਤੇ, ਉਧਰ ਨੂੰ ਸਮਗਲ ਕਰਤੇ, ਫਾਇਰ ਆਰਮ ਸਮਗਲਿੰਗ ਜਿਹੜੀ ਕਰਤੀ। ਹੁਣ ਇਹਨੇ ਆਪ ਕੀਤਾ ਡਾਇਰੈਕਟਲੀ ਜਾਂ ਇਹਨੂੰ ਕਿਸੇ ਨੇ ਪੈਸੇ ਦਿੱਤੇ ਸੀ, ਇੱਥੋਂ ਖਰੀਦ ਕੇ ਕਿਸੇ ਨੂੰ ਦਿੱਤੇ ਆ, ਜੋ ਵੀ ਜਿਹੜੀ ਚੀਜ਼ ਹੈਗੀ ਆ। ਇਹਦੀ 5 ਸਾਲ ਦੀ ਜਿਹੜੀ ਸਜ਼ਾ ਜਿਹੜੀ ਇਸ ਚੀਜ਼ ਦੀ ਜਿਹੜੀ ਹੈਗੀ ਆ। ਇਹ ਜਿਹੜਾ ਸੀਗਾ ਹੋਮਲੈਂਡ ਸਿਕਿਉਰਿਟੀ ਨੇ ਇਨਵੈਸਟੀਗੇਸ਼ਨ ਇਹਦੀ ਕੀਤੀ, ਬਿਊਰੋ ਆਫ ਐਲਕੋਹਲ, ਟੋਬੈਕੋ ਤੇ ਫਾਇਰ ਆਰਮ ਵਾਲੇ ਐਂਡ ਐਕਸਪਲੋਸਿਵ ਵਾਲੇ ਨੇ ਇਹਦੀ ਜਿਹੜੀ ਕੀਤੀ। ਤੇ ਇਹਦੇ ਵਿੱਚ ਜਿਹੜੀ ਸੀਗੀ ਟ੍ਰਿਨੀਡਾਡ ਐਂਡ ਟੋਬੈਗੋ ਦੀ ਮਿਨਿਸਟਰੀ ਆਫ ਨੈਸ਼ਨਲ ਸਿਕਿਉਰਿਟੀ ਉਹ ਵੀ ਜਿਹੜੀ ਇਨਵੋਲਵ ਹੋਈ। ਤੇ ਜਿਹੜੀ ਫੋਰਨ ਜਿਹੜੀ ਹੁਣ ਪੁਲਿਸ ਆ ਉਹਨਾਂ ਨਾਲ ਵੀ ਇਹ ਤਾਰ ਜੋੜ ਲੈਂਦੇ ਆ, ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵਾਲੇ ਵੀ ਤੇ ਜਸਟਿਸ ਡਿਪਾਰਟਮੈਂਟ ਵੀ, ਤੇ ਜਸਟਿਸ ਡਿਪਾਰਟਮੈਂਟ ਆਫ ਇੰਟਰਨੈਸ਼ਨਲ ਅਫੇਅਰ। ਸੋ ਮਲਟੀਪਲ ਜਿਹੜੇ ਅਦਾਰੇ ਸੀਗੇ ਹੁਣ ਆਪਸ ਜਿਹੜੇ ਕੋਲੈਬੋਰੇਟ ਜਿਹੜੇ ਕਰਦੇ ਆ, ਛੋਟੀ ਛੋਟੀ ਜਿਹੜੀਆਂ ਬਰੀਕੀਆਂ ਕਿਹੜੀਆਂ ਕਿੱਦਾਂ ਹਥਿਆਰ ਦੀ ਕੋਈ ਵਾਇਲੇਸ਼ਨ ਆ। ਇਹ ਪਹਿਲਾਂ ਵੀ ਕਈ ਵਾਰੀ ਦੱਸ ਚੁੱਕੇ ਆ ਕਿ ਦੇਖੋ ਇਹ ਗਾਣੇ ਬਜਾਣੇ ਜਿਹੜੇ ਤੁਸੀਂ ਸੁਣ ਕੇ ਨਾ ਆਖੇ ਲੱਗ ਕੇ ਕੋਈ ਐਵੇਂ ਨਾ ਕੋਈ ਇੱਧਰ ਹਥਿਆਰਾਂ ਹਥੁਰਾਂ ਵੱਲ ਜਿਹੜਾ ਜਾਇਆ ਕਰੋ। ਬੜੇ ਸਾਰੇ ਇਹਦੇ ਲਾਅ ਜਿਹੜੇ ਰੈਗੂਲੇਸ਼ਨ ਹੁੰਦੇ ਆ। ਇਹ ਜ਼ਰੂਰ ਹੈਗਾ ਕਿ ਇੱਥੇ ਕੈਂਡੀਆਂ ਬੰਦੂਕਾਂ ਸ਼ਦੂਕਾਂ ਜਿਹੜੀਆਂ ਵਿਕਦੀਆਂ ਜ਼ਰੂਰ ਹੈਗੀਆਂ ਵਾ, ਪਰ ਉਹਦੀ ਜਿਹੜੀ ਸਾਂਭ ਸੂਮ ਜਿਹੜੀ ਹੈਗੀ ਆ ਉਹ ਚੋਰੀ ਹੋ ਗਈ, ਕਿਸੇ ਨੇ ਲੈ ਲਈ, ਕਿਸੇ ਨੇ ਯੂਜ਼ ਕਰ ਲਈ। ਉਹ ਬਾਅਦ ਏਦਾਂ ਨਹੀਂ ਕਿ ਨਾ ਮੇਰਾ ਦੋਸਤ ਲੈ ਗਿਆ ਸੀ, ਮੇਰਾ ਰੂਮਮੇਟ ਲੈ ਗਿਆ ਹੈਗਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਹਮਣੀਆਂ ਵੀ ਜਿਹੜੀਆਂ ਪੈਂਦੀਆਂ, ਇਹ ਵਾਲੇ ਕੰਮਾਂ ਤੋਂ ਤੁਸੀਂ ਦੂਰ ਰਹੋ। ਜਿਹੜੇ ਕੰਮ ਕਰਨ ਆਏ ਆ ਉਧਰ ਰਹੋ। ਇਹਨਾਂ ਦਾ ਅੰਤ ਜਿਹੜਾ ਸੀਗਾ ਉਹ ਮਾੜਾ ਹੀ ਹੁੰਦਾ, ਅਨਲੈਸ ਬੰਦਾ ਆਪਣੇ ਘਰ ਘੂਰ ਆਪਣੇ ਫਾਰਮ ਨੂੰ ਸੈਲਫ ਡਿਫੈਂਸ ਪ੍ਰੋਟੈਕਸ਼ਨ ਲਈ ਜੇ ਤੁਹਾਨੂੰ ਵਾਕਈ ਜਿਹੜੀ ਲੋੜ ਹੈਗੀ ਆ। ਨਹੀਂ ਤਾਂ ਇੱਧਰਲੇ ਰਾਹ ਜਿਹੜਾ ਨਾ ਪਿਆ ਕਰੋ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਠੀਕ ਹੈ, ਇਹ ਆਪਾਂ ਇਹਦਾ ਸਾਰੇ ਦਿਨ ਵੀ ਜਿਹੜਾ ਡਿਸਕਸ ਕਰ ਸਕਦੇ ਹਾਂ, ਕਿੱਦਾਂ ਫਾਇਰ ਆਰਮ ਵਾਲੇ ਦਾ ਕਿੱਦਾਂ ਹੋਇਆ। ਹਰੇਕ ਚੀਜ਼ ਦੀ ਉਹਨਾਂ ਨੇ ਫੈਲਨੀ ਰੱਖੀ ਆ। ਡਾਇਰੈਕਟ ਤੁਹਾਡੇ ਜਿਹੜੇ ਇਮੀਗ੍ਰੇਸ਼ਨ ਤੇ ਜਿਹੜਾ ਪ੍ਰਭਾਵ ਜਿਹੜਾ ਪਾ ਦਿੰਦੀ ਹੈ, ਠੀਕ ਹੈ ਜੀ। ਤੁਹਾਡੇ ਕੋਲ ਕੋਈ ਬੰਦੂਕ ਬਾਹਰ ਨਿਕਲ ਗਈ, ਤੁਸੀਂ ਥ੍ਰੈਟ ਦੇਤਾ ਕਿਸੇ ਨੂੰ, ਡੋਮੈਸਟਿਕ ਵਾਇਲੈਂਸ ਸਿਚੁਏਸ਼ਨ ਚ ਆ ਗਈ, ਘਰ ਵਾਲੀ ਨੂੰ ਥ੍ਰੈਟ ਦੇਤਾ, ਘਰ ਵਾਲੇ ਨੂੰ ਥ੍ਰੈਟ ਦੇਤਾ,
ਸੱਜਣ ਮਿੱਤਰਾਂ ਨਾਲ ਕਈ ਵਾਰੀ ਜਿਹੜਾ ਏਦਾਂ ਹੁੰਦਾ ਕਿ ਬੰਦਾ ਜੇਬ 'ਚ ਪਾ ਕੇ ਉਦਾਂ ਹੀ ਗੱਲਬਾਤ ਕਰਨ ਨਿਕਲ ਗਿਆ, ਤੇ ਜੇ ਬਹਿਸ ਬੂਸ ਉਹਨਾਂ ਦੀ ਜਿਹੜੀ ਹੋ ਰਹੀ ਸੀਗੀ, ਇਹ ਰੀਅਲ ਕੇਸ ਹੀ ਤੁਹਾਨੂੰ ਗੱਲ ਦੱਸਦਾ, ਤੇ ਅਲਟੀਮੇਟਲੀ ਜਦੋਂ ਪੁਲਿਸ ਆਈ ਤੇ ਝਗੜੇ ਦੇ ਵਿੱਚ ਬੰਦੇ ਕੋਲ ਜਿਹੜੀ ਬੰਦੂਕ ਨਿਕਲੀ, ਤੇ ਉਹ ਮਸਲਾ ਕੋਈ ਦਾ ਕੋਈ ਜਿਹੜਾ ਹੋਰ ਜਿਹੜਾ ਬਣ ਗਿਆ। ਠੀਕ ਹੈ, ਤੁਸੀਂ ਥ੍ਰੈਟਨਿੰਗ ਸਿਚੁਏਸ਼ਨ 'ਚ ਨਹੀਂ ਕਰ ਸਕਦੇ, ਬੰਦੂਕ ਭਾਵੇਂ ਬਾਹਰ ਨਿਕਲੀ ਹੋਵੇ ਨਾ ਨਿਕਲੀ ਹੋਵੇ। ਕਈ ਸਾਰੀਆਂ ਸਟੇਟਾਂ ਦੇ ਵਿੱਚ ਬੰਦੇ ਜਿਹੜੇ ਸੀਗੇ ਨਜਾਇਜ਼ ਫੜੇ ਜਾਂਦੇ ਆ, ਕਿ ਸ਼ੂਟਿੰਗ ਰੇਂਜ ਚੱਲੇ ਸੀਗੇ, ਐਮੂਨੀਸ਼ਨ ਵੀ ਗੱਡੀ ਦੀ ਸੀਟ ਤੇ ਰੱਖਤਾ, ਬੰਦੂਕ ਵੀ ਸੀਟ ਤੇ ਰੱਖਤੀ। ਲਾਅ ਜਿਹੜੇ ਸੀਗੇ ਉਹ ਕਹਿੰਦੇ ਕਿ ਜਿਹੜੀ ਫਾਇਰ ਆਰਮ ਆ ਉਹ ਡਿਸਮੈਂਟਲ ਹੋਣੀ ਚਾਹੀਦੀ ਆ, ਜਿਹੜੇ ਐਮੂਨੀਸ਼ਨ ਆ ਉਹ ਤੁਹਾਡੀ ਡਿੱਕੀ 'ਚ ਜਿਹੜਾ ਹੋਣਾ ਚਾਹੀਦਾ। ਤੇ ਇਹ ਜਵਾਕਾਂ ਨੂੰ ਜਿੱਦਾਂ ਕਈ ਵਾਰੀ ਨਹੀਂ ਜਿਹੜਾ ਪਤਾ ਹੁੰਦਾ, ਇੱਧਰਲੇ ਪਾਸੇ ਨੂੰ ਜਿਹੜੇ ਚੱਲ ਜਾਂਦੇ ਆ। ਫਾਇਰ ਆਰਮ ਜਿਹੜੇ ਸੀਗੇ ਟ੍ਰੇਨਿੰਗ ਟਰੂਨਿੰਗ ਤਾਂ ਤੁਹਾਨੂੰ ਪਤਾ, ਜਿਹੜੇ ਸੇਫਟੀ ਸੁਫਟੀ ਕੋਰਸਿਸ ਹੁੰਦੇ ਉਹ ਹਰੇਕ ਸਟੇਟ ਟੂ ਸਟੇਟ ਜਿਹੜੇ ਡਿਫਰ ਜਿਹੜੇ ਕਰਦੇ ਆ। ਇਹ ਪੰਗਿਆਂ ਦੇ ਵਿੱਚ ਤੁਸੀਂ ਨਾ ਪਿਆ ਕਰੋ। ਠੀਕ ਆ, ਉੱਥੋਂ ਜਿਹਨੇ ਚਲਾਣੀ ਆ ਉੱਥੇ ਜਾ ਕੇ ਰੈਂਟ ਲੈ ਕੇ ਭਾਵੇਂ ਜਿਹੜਾ ਚਲਾ ਲਿਆ ਕਰੋ, ਤੇ ਇਹ ਚੀਜ਼ਾਂ 'ਚ ਨਹੀਂ ਪੈਣਾ। ਸੋਸ਼ਲ ਮੀਡੀਆ ਜਿਹੜੀ ਇਹ ਸੀਗੀ ਬ੍ਰੈਂਡਿਸ਼ਿੰਗ ਵੈਪਨ, ਕਿਸੇ ਨੂੰ ਵੈਪਨ ਦਿਖਾਣਾ, ਫਾਇਰ ਕਰਨਾ, ਹਵਾ ਸ਼ੂਟ ਕਰਨਾ, ਹਰੇਕ ਕਾਉਂਟੀ ਟੂ ਕਾਉਂਟੀ ਲਾਅ ਜਿਹੜੇ ਡਿਫਰੈਂਟ ਹੋ ਜਾਂਦੇ ਆ। ਜੇ ਨਹੀਂ ਲਾਅ ਪੂਰੇ ਪਤਾ ਹੈਗੇ ਆ ਨਾ, ਇਹ ਜਿਹੜਾ ਸੀਗਾ ਇਹਨੂੰ ਤੁਸੀਂ ਜਿਹੜਾ ਸੀਗਾ ਸਰੈਂਡਰ ਕਰੋ ਹੋ ਜੇ ਤੁਹਾਨੂੰ ਨਹੀਂ ਇਹਨਾਂ ਦੀ ਲੋੜ ਹੈਗੀ ਆ। ਤੇ ਇਹ ਜਿਹੜੀ ਕਈ ਸਟੇਟਾਂ ਦੇ ਵਿੱਚ ਤੁਸੀਂ ਇਹ ਖਰੀਦ ਵੀ ਨਹੀਂ ਸਕਦੇ ਹੈਗੇ। ਜਿਹੜੇ ਇਮੀਗ੍ਰੈਂਟ ਜਿਹੜੇ ਹੈਗੇ ਆ, ਈਵਨ ਵੀਜ਼ੇ ਵੂਜ਼ਿਆਂ ਤੇ ਵੀ ਜਿਹੜੇ ਲੋਕੀ ਆਏ ਆ, ਉਹ ਪਰਚੇਜ਼ ਵੀ ਨਹੀਂ ਕਰ ਸਕਦੇ। ਉਹਨਾਂ ਦੀਆਂ ਬੜੀਆਂ ਸਪੈਸੀਫਿਕ ਜਿਹੜੀਆਂ ਰਿਕੁਆਇਰਮੈਂਟ ਹੁੰਦੀਆਂ, ਕਿ ਕਿਹੜੇ ਹਿਸਾਬ ਨਾਲ ਜਿਹੜੀ ਲਾਇਸੈਂਸਿੰਗ ਔਨ ਟੌਪ ਲੈਣੀ ਪੈਂਦੀ ਹੈ ਤੁਹਾਨੂੰ ਹੰਟਿੰਗ ਵਾਸਤੇ। ਤੇ ਉਹ ਕਈਆਂ ਨੇ ਜਿਹੜੇ ਜਾਂਦੇ ਆ, ਉਹ ਕਹਿੰਦੇ ਜਿਹਨਾਂ ਨੇ ਵੇਚਣ ਵਾਲੇ ਉਹਨੇ ਤੁਹਾਨੂੰ ਵੇਚ ਦੇਣਾ ਕਰ ਕਰਕੇ, ਤੁਹਾਡੇ ਕੋਲ ਫਾਰਮ ਜਿਹੜੇ ਸਾਈਨ ਕਰਾ ਲੈਣੇ ਆ। ਸੋ ਇਹ ਚੀਜ਼ 'ਚ ਆਪਣੇ ਬੰਦੇ ਜਿਹੜੇ ਕਾਫੀ ਜਿਹੜੇ ਫਸ ਰਹੇ ਆ, ਭਾਵੇਂ ਤੁਸੀਂ ਪੀਸਫੁਲ ਆ ਜਾਂ ਕੁਛ ਆ, ਜੇ ਫਾਇਰ ਆਰਮ ਦੀ ਵਾਇਓਲੇਸ਼ਨ ਹੈਗੀ ਆ ਉਹਦਾ ਕੋਈ ਐਕਸਕਿਊਜ਼ ਨਹੀਂ ਉਹਨਾਂ ਨੇ ਕਰਨਾ। ਸੋ ਇਹ ਚੱਕਰਾਂ 'ਚ ਜਿਹੜਾ ਸੀਗਾ ਉਹ ਨਾ ਪਿਓ। ਠੀਕ ਹੈ ਜੀ ਜੀ। ਹੇਸ਼ੀਅਨ ਮੇਅਰ ਸਾਬਕਾ ਤੇ ਕਹਿੰਦੇ ਵੀ ਹਿਊਮਨ ਰਾਈਟ ਵਾਇਲੇਟਰ ਵੀ ਸੀਗਾ। ਮੈਸਾਚਿਊਸਟ ਦੇ ਅਦਾਲਤ ਦੇ ਵਿੱਚ 9 ਸਾਲ ਦੀ ਸਜ਼ਾ ਜਿਹੜੀ ਆ ਉਹ ਹੋਈ ਆ। ਇਹਨੇ ਵੀ ਝੂਠ ਬੋਲਿਆ ਸੀਗਾ। ਇਹਦੀ ਪੁਰਾਣੀ ਸ਼ਮੂਲੀਅਤ ਰਹੀ ਸੀ ਪੋਲੀਟੀਕਲ ਵਾਇਲੈਂਸ ਦੇ ਵਿੱਚ। ਇਹਦੀ ਆਪਾਂ ਪਹਿਲਾਂ ਵੀ ਇੱਕ ਵਾਰੀ ਖਬਰ ਜਦੋਂ ਕੀਤੀ ਸੀਗੀ, ਤੇ ਹੁਣ ਦੇਖ ਲਓ ਤੁਸੀਂ, ਇਹਨਾਂ ਨੂੰ 9 ਸਾਲ ਦੀ ਸਜ਼ਾ ਜਿਹੜੀ ਇਹਨੂੰ ਹੋਈ ਆ। ਤੇ ਇਹ ਗ੍ਰੀਨ ਕਾਰਡ ਹੋਲਡਰ ਹੀ ਸੀਗਾ, ਮੇਅਰ ਸੀਗਾ ਹੇਟੀ ਦਾ, ਤੇ ਉੱਥੋਂ ਦੀ ਜਿਹੜਾ ਆਇਆ ਸੀਗਾ। ਉਹਨਾਂ ਨੇ ਜਿਹੜੀ ਇੱਥੇ ਜਿਹੜੇ ਦੋਸ਼ ਲਾਏ ਸੀ ਉਹ ਸੀਗੇ ਕਿ ਜਦੋਂ ਇਹ ਪਾਵਰ 'ਚ ਸੀਗਾ ਹੇਟੀ ਦੇ ਵਿੱਚ, ਇਹਨੇ ਜਿਹੜਾ ਸੀਗਾ ਕਾਫੀ ਜਿਹੜੀਆਂ ਕਿਲਿੰਗਸ ਜਿਹੜੀਆਂ ਪੋਲੀਟੀਕਲੀ ਮੋਟੀਵੇਟਡ ਜਿਹੜੀਆਂ ਸੀਗੀਆਂ ਉਹ ਕੈਰੀ ਜਿਹੜੀਆਂ ਕੀਤੀਆਂ ਸੀਗੀਆਂ, ਕਾਫੀ ਵਾਇਲੈਂਸ ਦੇ ਜਿਹੜੇ ਐਕਟ ਜਿਹੜੇ ਕੀਤੇ ਸੀਗੇ। ਤੇ ਇਹਨੂੰ ਮਾਰਚ 2025 ਦੇ ਵਿੱਚ ਵੀਜ਼ਾ ਫਰਾਡ US ਸਿਟੀਜ਼ਨਸ਼ਿਪ ਨੇ ਜਿਹੜਾ ਸੀਗਾ, ਜਿੱਦਾਂ ਹੁਣ ਆਪਾਂ ਖਬਰ ਕਰਕੇ ਹਟੇ ਆ, ਉਹਦੇ ਲਈ ਇਹਨੂੰ ਚਾਰਜ ਕੀਤਾ 3 ਕਾਊਂਟਸ ਦੇ ਲਈ। ਤੇ ਇਹ 53 ਸਾਲ ਦਾ ਵਿਅਕਤੀ ਆ, ਤੇ 2006 ਤੋਂ ਲੈ ਕੇ 2010 ਤੱਕ ਇਹ ਜਿਹੜਾ ਸੀਗਾ ਪੋਲੀਟੀਕਲ ਪਾਵਰ ਦੇ ਵਿੱਚ ਰਿਹਾ। ਤੇ ਇੱਕ ਉੱਥੇ ਕੋਈ ਜਿਹੜਾ ਮਸਲ ਗਰੁੱਪ ਸੀਗਾ ਕੁਰੇਗਾ, ਇੱਕ ਇਹਨੇ ਆਪਣੀ ਪੋਲੀਟੀਕਲ ਮਸ਼ੀਨਰੀ ਦੇ ਵਿੱਚ ਜਿਹੜੀ ਵਰਤੀ ਲੋਕਾਂ ਨੂੰ ਟਾਰਗੇਟ ਵਗੈਰਾ ਕਰਨ ਲਈ। ਤੇ ਇਹਦੇ ਜਿਹੜੇ ਸਟਾਫ ਦੇ ਕਾਫੀ ਕੁਰੇਗਾ ਦੇ ਵਿੱਚ ਟਾਈ ਅਪ ਵਗੈਰਾ ਜਿਹੜੇ ਸੀਗੇ, ਕਾਫੀ ਜਿਹੜਾ ਵਾਇਲੈਂਸ ਵਗੈਰਾ, ਸ਼ੂਟਿੰਗ ਵਗੈਰਾ, ਕਿ ਇੱਕ ਗਵਾਹ ਜਿਹੜਾ ਮਾਰਤਾ ਸੀਗਾ, ਕਿਸੇ ਦੇ ਸਿਰ ਤੇ ਜਿਹੜੇ ਪਿਸਤੌਲ ਦਾ ਪਿਛਲਾ ਪਾਸਾ ਹੁੰਦਾ ਉਹ ਮਾਰਿਆ। ਏਦਾਂ ਦੀਆਂ ਕਈ ਜਿਹੜੀਆਂ ਉਦਾਹਰਨਾਂ ਜਿਹੜੇ ਸਾਹਮਣੇ ਜਿਹੜੇ ਆਏ। ਤੇ ਉਹ ਕਹਿੰਦੇ ਆ ਕਿ ਜਦੋਂ ਇਹਨੇ ਆਪਣਾ US ਵੀਜ਼ਾ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਜਿਹੜੀ ਭਰੀ ਸੀਗੀ, ਤੇ ਉਹਦੇ ਵਿੱਚ ਇਹੀ ਲਿਖਿਆ ਹੁੰਦਾ ਕਿ ਤੂੰ ਕਦੀ ਏਦਾਂ ਦਾ ਕੋਈ ਪੁੱਠਾ ਸਿੱਧਾ ਕੰਮ ਤਾਂ ਨਹੀਂ ਕੀਤਾ ਜਿਹਦੀ ਤੈਨੂੰ ਸਜ਼ਾ ਨਾ ਮਿਲੀ ਹੋਵੇ। ਤੇ ਇਹਨੇ ਨਹੀਂ ਕਿਹਾ ਸੀਗਾ, ਪਰ ਇਹਨੂੰ ਪਤਾ ਸੀਗਾ ਕਿ ਉਹਨੇ ਏਦਾਂ ਦਾ ਕੀਤਾ। ਤੇ ਬਾਅਦ 'ਚ ਜਦੋਂ ਉਹਨਾਂ ਨੇ ਇਹਨੂੰ ਸਜ਼ਾ ਉਸ ਚੀਜ਼ ਬਾਰੇ ਕਰੀ, ਤੇ ਫਿਰ ਉਹ ਕਹਿੰਦੇ ਆ ਕਿ ਇਹਨੇ ਜਿਹੜਾ ਝੂਠ ਬੋਲਤਾ। ਹੁਣ ਇਹ ਵਿਅਕਤੀ ਸੀਗਾ ਅਮਰੀਕਾ ਕੇ ਜੌਬ ਕਰ ਰਿਹਾ ਸੀਗਾ, ਆਪਣੀ ਇਹਦੀ ਇਨਕਮ ਕਹਿੰਦੇ ਡੀਸੈਂਟ ਸੀਗੀ, ਘਰ-ਬਾਰ ਇਹਨੇ ਲੈ ਲਿਆ ਸੀਗਾ, ਜਵਾਕ ਇਹਦਾ ਉਰੇ ਸੀਗਾ, ਉਹ ਇੱਕ US ਸਿਟੀਜ਼ਨ ਬਾਏ ਬਰਥ ਹੈਗਾ। ਤੇ ਪਰ ਤੁਸੀਂ ਦੇਖ ਲਓ ਕਿ ਬੈਕ ਡੇਟਡ ਜਾ ਕੇ ਜਿਹੜਾ 2006 2010 'ਚ ਆਪਣੀ ਕੰਟਰੀ ਦੇ ਵਿੱਚ ਕਿਹੜਾ ਕ੍ਰਾਈਮ ਕਰਕੇ ਆਇਆ ਸੀਗਾ, ਉਹਦੀ ਜਦੋਂ ਸੂਹ ਮਿਲਦੀ ਆ, ਉਹ ਵਾਲੇ ਬੰਦਿਆਂ ਨੂੰ ਜਿਹੜਾ ਇਨਵੈਸਟੀਗੇਟ ਕਰ ਰਹੇ ਆ। ਇਹਦੇ ਵਿੱਚ ਉਹ ਵਾਲੇ ਬੰਦੇ ਆ ਜਾਂਦੇ ਜਿਹੜੇ ਇੰਡੀਆ ਤੋਂ, ਜਿੱਦਾਂ ਫੋਰ ਐਗਜ਼ਾਮਪਲ ਆਪਣਾ PO ਜਿਹੜੇ ਭਗੌੜੇ ਜਿਹੜੇ ਹੈਗੇ ਆ, ਤੇ ਜਿਹਨਾਂ ਨੇ ਇਹ ਡਿਸਾਈਡ ਕੀਤਾ ਕਿ ਆਪਾਂ ਇਮੀਗ੍ਰੇਸ਼ਨ ਨੂੰ ਦੱਸਣਾ ਨਹੀਂ ਹੈਗਾ ਉਸ ਚੀਜ਼ ਬਾਰੇ, ਉਹ ਵਾਲੇ ਵਿਅਕਤੀ ਜਿਹੜੇ ਇਹਦੇ ਵਿੱਚ ਆ ਜਾਂਦੇ ਆ, ਭਾਵੇਂ ਉਹ ਗ੍ਰੀਨ ਕਾਰਡ ਆ, ਭਾਵੇਂ ਸਿਟੀਜ਼ਨ ਜਿਹੜੇ ਹੈਗੇ ਆ। ਤੇ ਉਹ ਜਿਹੜੇ ਟਾਰਗੇਟ ਸਿੱਧੇ ਤੇ ਸਿੱਧੇ ਕੀਤੇ ਜਾ ਸਕਦੇ ਆ। ਜਦੋਂ ਤੁਹਾਡੇ ਤੇ ਕੋਈ ਇਲਜ਼ਾਮ ਲੱਗ ਗਿਆ, ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਇਹਨੂੰ ਡਿਸਕਲੋਜ਼ ਕਰਨਾ। ਜੇ ਤੁਹਾਨੂੰ ਕਿਸੇ ਨੇ ਪੁੱਠੀ ਸਲਾਹ ਦਿੱਤੀ ਕਿ ਨਹੀਂ ਇਹ ਨਾ ਡਿਸਕਲੋਜ਼ ਕਰੇ, ਰਿਕਾਰਡ 'ਚ ਆਉਂਦਾ ਨਹੀਂ ਹੁੰਦਾ, ਇਹ ਚੈੱਕ ਨਹੀਂ ਕਰਦੇ ਆ। ਤੇ ਚੈੱਕ ਏਦਾਂ ਕਿ 2006 'ਚ ਨਹੀਂ ਕਰ ਰਹੇ ਸੀਗੇ, 10 'ਚ ਨਹੀਂ ਕਰ ਰਹੇ ਸੀਗੇ, ਪਰ 25 'ਚ ਕਰ ਰਹੇ ਆ, ਤੇ ਜਾ ਕੇ 2006 ਵਾਲੇ ਨੂੰ ਜਿਹੜਾ ਫੜ ਰਹੇ ਆ। ਠੀਕ ਆ, ਤੁਸੀਂ ਉੱਥੋਂ ਹਿਸਾਬ ਕਿਤਾਬ ਜਿਹੜਾ ਲਾ ਸਕਦੇ ਆ ਕਿ ਇਹ ਸਭ ਕੰਪਿਊਟਰਾਈਜ਼ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਤੇ ਡੇਟਾ ਡੂਟਾ ਜਿਹੜਾ ਉਹ ਕੰਟਰੀਆਂ ਆਪਸ 'ਚ ਸ਼ੇਅਰ ਵੀ ਕਰ ਸਕਦੀਆਂ। ਕਦੀ ਨਹੀਂ ਪਤਾ ਹੁੰਦਾ ਕਿਹੜੀ ਕੰਟਰੀ ਦੀ ਕਦੋਂ ਕਿਹੜੀ ਡੀਲ ਜਿਹੜੀ ਹੋ ਜਾਂਦੀ ਆ। ਤੇ ਜਿਹੜੇ ਸਵਾਲ ਆ ਉਹਦੇ ਸਾਰੇ ਟਰੂਥਫੁਲੀ ਜਿਹੜੇ ਆਨਸਰ ਉਹ ਦੇਣੇ ਆ। ਜੀ, ਆਪਾਂ ਨੂੰ ਇਹ ਵੀ ਪਤਾ ਵੀ ਇੱਥੇ ਬਹੁਤ ਸਾਰੇ ਉਹ ਵਾਲੇ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਹੋਏ ਆ, ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੀ ਦੋਸ਼ ਜਿਹੜੇ ਉਹ ਲੱਗਦੇ ਆ। ਸੋ
ਦੇਖਣਾ ਚਾਹੀਦਾ ਸਾਰੀਆਂ ਚੀਜ਼ਾਂ। ਬਹੁਤ ਸਾਰੇ ਜਿੱਦਾਂ ਤੁਸੀਂ ਦੱਸਿਆ ਵੀ ਪੀਓ ਵੀ ਬਹੁਤ ਨੇ ਤੇ ਬਹੁਤ ਸਾਰੇ ਇਦਾਂ ਦੇ ਵੀ ਆ ਜਿਹੜੇ ਕਹਿੰਦੇ ਵੀ ਇੱਥੇ ਆ ਕੇ ਸ਼ਾਇਦ ਪਤਾ ਨਹੀਂ ਜਿਹੜਾ ਲੱਗੂਗਾ। ਸੋ ਇਸ ਟਾਈਮ ਪਿੱਛੇ ਜਿਹੜਾ ਉਹ ਖੰਗਾਲਿਆ ਜਾ ਰਿਹਾ ਹੈਗਾ ਆ ਘਰ ਯੂਐਸਸੀ। ਦਾ ਭੇਤੀ ਹਾਂਜੀ ਘਰ ਦਾ ਭੇਤੀ ਲੰਕਾ ਢਾਣ ਦਾ ਜ਼ਿਆਦਾ ਕੇਸ ਜਿਹੜੇ ਆਂਦੇ ਆ ਹਾਲੇ, ਉਹ ਭਰਾਵਾਂ ਦੇ ਖਿਲਾਫ ਕੰਪਲੇਂਟ ਕੀਤੀ ਹੋਈ ਆ ਮਸਲਿਆਂ ਦੇ, ਮਤਲਬ ਕਿ ਇਹਦਾ ਏਦਾਂ ਸੀਗਾ, ਇਹਦਾ ਉਦਾਂ ਸੀਗਾ, ਇਹ ਇੱਥੇ ਰਹਿ ਕੇ ਆਇਆ। ਕਈ ਵਾਰੀ ਮੈਂ ਜਿਹੜੇ ਯੰਗ ਬੰਦੇ ਉਹਨਾਂ ਨੂੰ ਦੱਸਦਾ ਹੁੰਦਾ ਕਿ ਯਾਰੀਆਂ ਤੁਹਾਡੀਆਂ ਜਿਹੜੀਆਂ ਹੈਗੀਆਂ ਨੇ ਥੋੜੀਆਂ ਟੈਂਪਰੇਰੀ ਜਿਹੜੀਆਂ ਹੁੰਦੀਆਂ, ਠੀਕ ਆ, ਇਹ ਗਾਣੇ ਗੁਣਿਆਂ ਦਾ ਸਵਾਦ ਲੈਣ ਲਈ, ਗੱਡੀਆਂ ਗੁੱਡੀਆਂ 'ਚ ਉਹ ਕਰਨ ਲਈ। ਜਦੋਂ ਮੈਂ ਕਿਹਾ ਉਮਰ ਹੁੰਦੀ 40 ਸਾਲ 45 ਸਾਲ, ਦੁਸ਼ਮਣੀਆਂ ਕਈ ਵਾਰੀ ਪੁੱਗਦੀਆਂ ਇੱਕ ਦੂਜੇ ਦੇ ਖਿਲਾਫ, ਜਿਹੜਾ ਸੀਗਾ ਪੁੱਠੀਆਂ ਸਿੱਧੀਆਂ ਕੰਪਲੇਂਟਾਂ ਜਿਹੜੀਆਂ ਫਾਈਲ ਕਰਦੇ ਆ, ਉਹਨਾਂ ਨੂੰ ਥੱਲੇ ਜਿਹੜਾ ਸੁੱਟਦੇ ਆ। ਤੇ ਸਗੇ ਭਰਾ ਜਿਹੜੇ ਸੀਗੇ ਉਹ ਨਹੀਂ ਆਪਸ 'ਚ, ਮਤਲਬ ਉਹਨਾਂ ਨੇ ਜਿਹੜੀਆਂ ਡੀਨੈਚੁਰਲਾਈਜੇਸ਼ਨ ਦੀ ਸੈਰੇਮਨੀ ਦੇ ਵਿੱਚ ਵਿਟਨੈਸ ਬਣ ਕੇ ਆਪਣੇ ਭਰਾਵਾਂ ਦੇ ਖਿਲਾਫ ਜਿਹੜੀਆਂ ਗਵਾਹੀਆਂ ਜਿਹੜੀਆਂ ਦਿੱਤੀਆਂ ਹੋਈਆਂ, ਤੁਸੀਂ ਉਹ ਤੋਂ ਆਪ ਹਿਸਾਬ ਕਿਤਾਬ ਲਾ ਸਕਦੇ ਆ। ਇਹ ਜਿਹੜੀ ਚੀਜ਼ ਸੀਗੀ ਆਪਣੀ, ਜਿਹੜੀ ਤੁਹਾਡੇ ਲੀਗਲ ਜਿਹੜੇ ਮਸਲੇ ਹੈਗੇ ਆ, ਹੁਣ ਤੁਹਾਡਾ ਜਿਹੜਾ ਵਕੀਲ ਆ ਉਹਨਾਂ ਤੁਹਾਡੀ ਕਿਸੇ ਲੈਵਲ ਤੇ ਅਟਰਨੀ ਕਲਾਇੰਟ ਕੌਨਫੀਡੈਂਸ਼ੀਅਲਿਟੀ ਪ੍ਰਿਵਿਲੇਜ ਇਨਫੋਰਮੇਸ਼ਨ ਜਿਹੜੀ ਆ ਜਾਂਦੀ ਆ। ਪਰ ਜਦੋਂ ਤੁਸੀਂ ਇਹ ਪੈਰਾਲੀਗਲ ਹੋ ਗਿਆ, ਇਦਾਂ ਦੇ ਜਿਹੜੇ ਇੰਟਰਪ੍ਰੇਟਰ ਟਰਾਂਸਲੇਟਰ ਜਿਹੜੇ ਹੈਗੇ ਆ, ਉਹਦੇ ਵਿੱਚ ਕੋਈ ਵੀ ਇਦਾਂ ਦਾ ਪ੍ਰਿਵਿਲੇਜ ਜਿਹੜਾ ਨਹੀਂ ਹੁੰਦਾ। ਤੇ ਆਪਣਾ ਜਿਹੜਾ ਸੀਗਾ ਇਹ ਚੀਜ਼ਾਂ ਆਪਾਂ ਨੂੰ ਕਾਫੀ ਜਿਹੜੀਆਂ ਦੇਖਣ 'ਚ ਮਿਲਦੀਆਂ, ਸਪੈਸ਼ਲੀ ਜਿੱਦਾਂ ਆਪਣੀ ਕਮਿਊਨਿਟੀ 'ਚ। ਤੇ ਇਹ ਚੀਜ਼ ਤੋਂ ਜਿਹੜਾ ਸੀਗਾ ਬਚ ਬਚਾ ਕੇ ਜਿਹੜਾ ਆਪਣਾ ਰਿਹਾ ਕਰੋ, ਠੀਕ ਹੈ ਕਿ ਨਹੀਂ। ਤੇ ਗਲਤ ਮਲਤ ਕਈ ਵਾਰੀ ਝੂਠੇ ਵੀ ਕਈ ਵਾਰੀ ਲੈਟਰਾਂ ਲਿਖ ਦਿੰਦੇ ਆ ਅਸਾਈਲਮ ਆਫਿਸ ਦੇ ਵਿੱਚ, ਉਦਾਂ ਹੀ ਮਤਲਬ ਕਿ ਇਹਦਾ ਫਲਾਨਾ ਏਦਾਂ ਸੀਗਾ, ਇਹਦਾ ਪਿੰਡ ਏਦਾਂ ਸੀਗਾ, ਉਦਾਂ ਸੀਗਾ। ਪਿੰਡ ਪੁੰਡਾਂ ਦੇ ਵਿੱਚ ਵੀ ਸਾੜੇ ਸੂੜੇ ਲੋਕਾਂ ਨੂੰ ਜਿੱਦਾਂ ਕਈ ਵਾਰੀ ਹੁੰਦੇ ਆ, ਉਹ ਵੀ ਜਿਹੜਾ ਸੀਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਆਪਾਂ ਦੇਖਿਆ ਕਿ ਝੂਠੀਆਂ ਲੈਟਰਾਂ ਏਦਾਂ ਦੀਆਂ ਬੜੀਆਂ ਜਿਹੜੀਆਂ ਗੱਲਾਂ ਪਤਾ ਜੀਆਂ ਸਰਕਾਰੀ ਵਕੀਲ ਨੇ ਜਿਹੜਾ ਪੇਸ਼ ਕੀਤਾ ਹੁੰਦਾ ਕਿ ਲੈਟਰਾਂ ਸ਼ੈਟਰਾਂ ਲਿਖ ਕੇ ਪਿੰਡਾਂ ਪੁੰਡਾਂ ਚੋਂ ਜਿਹੜੀਆਂ ਪਾਈਆਂ ਹੋਈਆਂ। ਜੀ ਜੀ ਬਿਲਕੁਲ। ਤੇ ਅਟਾਰਨੀ ਜਨਰਲ ਜੀ ਅੱਗੇ ਆਪਾਂ ਵਧਦੇ ਹਾਂ। ਯੂਐਸਸੀਐਸ ਨੇ ਆਪਣੀ ਜਿਹੜੀ ਏਲੀਅਨ ਰਿਫਿਊਜੀ ਤੇ ਅਸਾਈਲੀ ਮੈਰਿਜਸ ਦੀ ਵੈਲਿਡਿਟੀ ਨੂੰ ਲੈ ਕੇ ਗਾਈਡੈਂਸ ਆਪਣੀ ਅਪਡੇਟ ਕੀਤੀ ਆ। ਹਾਂਜੀ, ਇਹਦਾ ਆਪਣੇ ਪੰਜਾਬੀ ਕੇਸਾਂ ਤੇ ਡਾਇਰੈਕਟ ਫਰਕ ਜਿਹੜਾ ਪਊਗਾ। ਸੋ ਬੇਸਿਕਲੀ ਕੀ ਕਹਿੰਦੇ ਆ ਕਿ ਜਿਹੜਾ ਵਿਆਹ ਤੁਹਾਡਾ ਲੀਗਲੀ ਜਿਹੜਾ ਰੈਕਗਨਾਈਜ਼ ਹੋਣਾ ਚਾਹੀਦਾ, ਇਹਦਾ ਮਤਲਬ ਹੁਣ ਇਹ ਕੱਢਿਆ ਜਾ ਸਕਦਾ ਕਿ ਰਜਿਸਟਰਡ ਜਿਹੜੀ ਮੈਰਿਜ ਜਿਹੜੀ ਆ ਉਹ ਮੰਨੂਗੇ, ਤੇ ਜਿਹੜੀ ਗੁਰਦੁਆਰੇ ਵਾਲੀਆਂ ਸਿਰਫ ਜਿਹੜੀਆਂ ਮੈਰਿਜਾਂ ਸੀਗੀਆਂ ਜਾਂ ਸਰਟੀਫਿਕੇਟ ਹੀ ਜਿਹੜਾ ਬਣਾਇਆ ਉਹਨਾਂ ਨੇ ਰਜਿਸਟਰ ਵਗੈਰਾ ਨਹੀਂ ਕਰਾਈ। ਅਸਾਲਮ ਦੇ ਕੇਸਾਂ ਦੇ ਵਿੱਚ ਉਹਨਾਂ ਨੂੰ ਆਪਣੀ ਘਰ ਵਾਲੀ ਨੂੰ ਬੁਲਾਉਣ 'ਚ ਜਿਹੜੀ ਪ੍ਰੋਬਲਮ ਹੋਊਗੀ, ਘਰ ਵਾਲੇ ਨੂੰ ਜਿਹੜੀ ਬੁਲਾਉਣ 'ਚ ਜਿਹੜੀ ਪ੍ਰੋਬਲਮ ਹੋਊਗੀ, ਤੇ ਉਸ ਚੀਜ਼ ਵੱਲ ਜਿਹੜਾ ਇਹਨਾਂ ਨੇ ਆਪਣੀ ਗਾਈਡੈਂਸ ਜਿਹੜੀ ਅਪਡੇਟ ਕੀਤੀ ਆ। ਅੱਛਾ, ਸੋ ਮਤਲਬ ਜੇ ਉੱਥੇ ਵੀ ਆ ਪਿੱਛੇ ਵੀ ਹੈ ਤੇ ਇਹਦਾ ਮਤਲਬ ਉਹ ਮੈਰਿਜ ਸਰਟੀਫਿਕੇਟ ਮਤਲਬ ਚਾਹੀਦਾ ਹੋਊਗਾ, ਰਜਿਸਟਰਡ ਮੈਰਿਜ ਸਰਟੀਫਿਕੇਟ ਚਾਹੀਦਾ ਹੋਊਗਾ। ਕਈਆਂ ਨੇ ਜਿੱਦਾਂ ਵਿਆਹ ਨਹੀਂ ਕਰਾਏ, ਉਹਨਾਂ ਦੇ ਨਿਆਣੇ ਵੀ ਚਲੋ ਹੈਗੇ ਆ, ਪਰ ਉਹਨਾਂ ਨੇ ਕਸਟਮਰੀ ਜਿਹੜੀ ਮੈਰਿਜ ਕੀਤੀ ਸੀ, ਉਹ ਕਹਿੰਦੇ ਕਿ ਤੁਹਾਨੂੰ ਪ੍ਰੂਵ ਕਰਨਾ ਪੈਣਾ ਕਿ ਤੁਹਾਡੇ ਜਿਹੜਾ ਉੱਥੇ ਦਾ ਲਾਅ ਉਹਦੇ ਹਿਸਾਬ ਨਾਲ ਇਹ ਰੈਕਗਨਾਈਜ਼ ਜਿਹੜੀ ਹੈਗੀ ਆ। ਤੇ ਉਹ ਹੁਣ ਜਿਹੜਾ ਸੀਗਾ ਰਿਲੀਜੀਅਸ ਮੈਰਿਜ ਦੇਖੋ ਰੈਕਗਨਾਈਜ਼ ਤਾਂ ਜਿਹੜੀ ਹੁੰਦੀ ਆ, ਪਰ ਉਹਦਾ ਹੁਣ ਜਿੱਦਾਂ ਇਹ ਪ੍ਰੂਫ ਵਾਲੇ ਪਾਸੇ ਜਿਹੜਾ ਚੱਲ ਗਿਆ, ਉਹਦੇ ਵਿੱਚ ਤੰਗੀਆਂ ਤੁਰਸ਼ੀਆਂ ਜਿਹੜੀਆਂ ਲੋਕਾਂ ਨੂੰ ਆਣੀਆਂ ਹੀ ਆ ਕਿ ਪ੍ਰੂਵ ਕਰ ਸਕਣ ਉਹ ਕਿ ਵਿਆਹ ਜਿਹੜਾ ਸੀਗਾ ਲੋਕਲ ਜੁਰਿਸਡਿਕਸ਼ਨ ਦੇ ਹਿਸਾਬ ਨਾਲ ਲੀਗਲ ਸੀਗਾ। ਤੇ ਅਗੇਨ ਜਿਹੜਾ ਸੀਗਾ ਨਵੇਂ ਜੇ ਕੋਈ ਵਿਆਹ ਵੀ ਕੋਈ ਵੀ ਇਮੀਗ੍ਰੇਸ਼ਨ ਪਰਪਸ ਲਈ ਜ਼ਿਆਦਾਤਰ ਉਹ ਜਿਹੜਾ ਮੇਨ ਐਵੀਡੈਂਸ ਉਹ ਇਹੀ ਮੰਨਦੇ ਆ ਕਿ ਰਜਿਸਟਰਡ ਜਿਹੜਾ ਮੈਰਿਜ ਸਰਟੀਫਿਕੇਟ ਹੁੰਦਾ। ਓਕੇ, ਠੀਕ ਹੈ ਜੀ ਜੀ ਜੀ। ਅਗਲੀ ਆਈ ਥਿੰਕ ਕਾਫੀ ਇੰਪੋਰਟੈਂਟ ਜਿਹੜਾ ਇਹ ਟੌਪਿਕ ਆ, ਤੇ ਡਿਪਾਰਟਮੈਂਟ ਆਫ ਜਸਟਿਸ ਦੀ ਉਸ ਮੈਮੋ ਦੀ ਆਪਾਂ ਜਿਹੜੀ ਉਹ ਗੱਲ ਕਰਦੇ ਹਾਂ ਵੀ ਕਈ ਇਸ ਦੇ ਵਿੱਚ ਚੀਜ਼ ਆ ਜਿਹੜੀ ਸਿਟੀਜ਼ਨਸ਼ਿਪ ਨੂੰ ਰਿਵੋਕ ਕਰਨ ਵਾਲਾ ਜਿਹੜਾ ਮੈਮੋ ਉਸ ਦੇ ਵਿੱਚ ਆਇਆ ਆ। ਸੋ ਕੀ ਆ ਇਹ ਮੈਮੋ, ਕਿਹਦੇ ਪਿੱਛੇ ਜਾਣ ਦੀ ਇਹ ਇਸ ਟਾਈਮ ਗੱਲ ਕਰ ਰਹੇ, ਕਿਉਂਕਿ ਹੁਣ ਅਸਾਈਲਮ ਸੀਕਰ ਉਹਨਾਂ ਸਾਰਿਆਂ ਮਗਰ ਤਾਂ ਆਪਾਂ ਨੂੰ ਪਤਾ ਹੈ ਵੀ ਆਈਸ ਵਾਲੇ ਜਿਹੜੇ ਉਹ ਲੱਗੇ ਹੋਏ ਆ, ਉਹ ਫੜੋ ਫੜਾਈ ਜਿਹੜੀ ਉਹ ਚੱਲ ਹੀ ਰਹੀ ਆ। ਸੋ ਹੁਣ ਅਗਲਾ ਨਿਸ਼ਾਨਾ ਜਿਹੜਾ ਸਿਟੀਜ਼ਨਸ਼ਿਪ ਦੇ ਉੱਤੇ ਆ, ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਵੀ ਐਗਜ਼ੈਕਟਿਵ ਆਰਡਰ ਆਪਾਂ ਜਿਹੜਾ ਉਹ ਦੇਖ ਲਿਆ। ਹੁਣ ਸਿਟੀਜ਼ਨਸ਼ਿਪ ਜਿਹੜੇ ਹੋ ਚੁੱਕੇ ਆ, ਨੈਚੁਰਲਾਈਜ਼ਡ ਜਿਹੜੇ ਹੋ ਚੁੱਕੇ ਆ, ਉਹਨਾਂ ਦੀ ਰਿਵੋਕ ਕਰਨ ਦੀ ਜਿਹੜੀ ਇਹ ਮੈਮੋ ਆ, ਕਿੰਨਾਂ ਦੇ ਪਿੱਛੇ ਜਿਹੜੀ ਇਹ ਜਾਣ ਦੀ ਗੱਲ ਕਰ ਰਹੇ ਆ, ਮੈਮੋ ਕੀ ਆਖਦਾ ਆ ਜੀ? ਜੀ, ਸੋ ਕਾਫੀ ਇਹ ਜਿਹੜਾ ਜਸਟਿਸ ਡਿਪਾਰਟਮੈਂਟ ਸੀਗਾ ਹੁਣ ਅਗਰੈਸਿਵਲੀ ਕਹਿੰਦੇ ਆਪਾਂ ਟਾਰਗੇਟ ਜਿਹੜਾ ਕਰਨਾ, ਤੇ ਕਾਫੀ ਸਾਰੇ ਲੋਕਾਂ ਤੋਂ ਆਪਾਂ ਸਿਟੀਜ਼ਨਸ਼ਿਪ ਜਿਹੜੀ ਉਹ ਖੋਣੀ ਆ। ਤੇ ਜਿਹੜਾ ਜਸਟਿਸ ਡਿਪਾਰਟਮੈਂਟ ਸੀਗਾ ਆਪਣੇ ਜਿੰਨੇ ਵੀ ਜਿਹੜੇ ਵਕੀਲ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਬੇਸਿਕਲੀ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਤੁਹਾਡੀ ਜਿਹੜੀ ਇੱਕ ਟੌਪ 5 ਪ੍ਰਾਇੋਰਟੀਜ਼ ਦੇ ਵਿੱਚ ਜਿਹੜਾ ਇੱਕ ਆਉਣਾ ਚਾਹੀਦਾ ਡੀਨੈਚੁਰਲਾਈਜੇਸ਼ਨ ਲਾ ਕੇ। ਜਿੰਨੇ ਵੀ ਹੋਰ ਤੁਹਾਨੂੰ ਕੰਮਕਾਰ ਜਿਹੜੇ ਹੈਗੇ ਆ, ਹੁਣ ਜਸਟਿਸ ਡਿਪਾਰਟਮੈਂਟ ਦਾ ਸਿਰਫ ਇਮੀਗ੍ਰੇਸ਼ਨ ਜਿਹੜਾ ਕੰਮ ਨਹੀਂ ਹੁੰਦਾ, ਉਹਦੇ ਹੋਰ ਬਥੇਰੇ ਸਾਰੇ ਜਿਹੜੇ ਕੰਮ ਜਿਹੜੇ ਹੁੰਦੇ, ਤੁਸੀਂ ਦੇਖ ਲਓ ਕਿ ਕਈ ਤਰ੍ਹਾਂ ਦੇ ਉਹਨਾਂ ਨੇ ਕੇਸ ਜਿਹੜੇ ਕਰਨੇ ਹੁੰਦੇ ਆ, ਸਮਗਲਿੰਗ ਤੋਂ ਲੈ ਕੇ ਟ੍ਰੈਫਿਕਿੰਗ ਤੋਂ ਲੈ ਕੇ
ਹਜ਼ਾਰਾਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਿੱਚ ਹੁੰਦੀਆਂ, ਪਰ ਉਹ ਕਹਿੰਦੇ ਕਿ ਤੁਹਾਡੀ ਟੌਪ 5 ਪ੍ਰਾਇਓਰਿਟੀਜ਼ ਦੇ ਵਿੱਚ ਜਿਹੜਾ ਆਉਂਦਾ ਕਿ ਡੀਨੈਚੁਰਲਾਈਜੇਸ਼ਨ ਜਿਹੜਾ ਲੋਕਾਂ ਨੂੰ ਜਿਹੜਾ ਉਹ ਕਰਨਾ। ਤੇ ਇਹਦੇ ਵਿੱਚ ਹੁਣ ਡੇਟਾ ਜਿਹੜਾ ਹੈਗਾ 25 ਮਿਲੀਅਨ ਲੋਕੀ ਜਿਹੜੇ ਆ ਜਾਂਦੇ ਆ, ਜਿਹੜੇ ਨੈਚੁਰਲਾਈਜ਼ ਜਿਹੜੇ ਸਿਟੀਜ਼ਨ ਜਿਹੜੇ ਹੈਗੇ ਆ, ਉਹਨਾਂ ਨੂੰ ਇਹ ਕਹਿੰਦੇ ਆਪਾਂ ਇਨਵੈਸਟੀਗੇਟ ਜਿਹੜਾ ਕਰਨਾ। ਇੱਕ ਬੰਦਾ ਇਹਦੇ ਵਿੱਚ ਆਲਰੇਡੀ ਜਿਹੜਾ ਡੀਨੈਚੁਰਲਾਈਜ਼ ਹੋ ਚੁੱਕਿਆ ਜੂਨ 13 ਨੂੰ ਜਿਹੜਾ ਇਹਦਾ ਸੀਗਾ ਇਲੀਅਟ ਡਿਊਕ, ਇਹ ਯੂਕੇ ਦਾ ਬੰਦਾ ਜਿਹੜਾ ਸੀਗਾ, ਤੇ ਅਮਰੀਕਨ ਮਿਲਟਰੀ ਦਾ ਵੀ ਇਹ ਵੈਟਰਨ ਰਿਹਾ। ਇਹਨੇ ਮਿਲਟਰੀ ਦੇ ਵਿੱਚ ਵੀ ਜਿਹੜਾ ਤੁਸੀਂ ਕਹ ਲਓ ਕਿ ਬੰਦੇ ਨੇ ਜਿਹੜਾ ਕੰਮ ਕੀਤਾ, ਤੇ ਇਹਦੇ ਉੱਤੇ ਜਿਹੜਾ ਦੋਸ਼ ਸੀਗਾ ਉਹ ਡਿਸਟ੍ਰੀਬਿਊਟਿੰਗ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ, ਇਹਨੂੰ ਕੋਈ ਈਮੇਲਾਂ ਉਮੇਲਾਂ ਆਉਂਦੀਆਂ ਸੀ, ਉਹਦੇ ਵਿੱਚ ਪੋਰਨੋਗ੍ਰਾਫੀ, ਕੋਈ ਜਵਾਕਾਂ ਦੇ ਰਿਲੇਟਡ ਏਦਾਂ ਦਾ ਕੰਟੈਂਟ ਜਿਹੜਾ ਸੀਗਾ, ਉਹ ਬੇਸਿਕਲੀ ਉਹਨੂੰ ਇਹੀ ਕਹਿ ਰਹੇ, ਇਹਨੂੰ ਕੋਈ ਸਜ਼ਾ ਵਗੈਰਾ ਕੁਛ ਨਹੀਂ ਹੋਈ ਸੀਗੀ। ਉਹਨੂੰ ਉਹ ਇਸ ਧਾਰਾ ਤੇ ਫੜ ਰਿਹਾ ਕਿ ਜਦੋਂ ਤੈਨੂੰ ਸਿਟੀਜ਼ਨਸ਼ਿਪ ਸੀਗੀ, ਉਹਦੇ ਵਿੱਚ ਆਪਾਂ ਤੈਨੂੰ ਸਵਾਲ ਪੁੱਛਿਆ ਸੀਗਾ ਕਿ ਤੂੰ ਕੋਈ ਇਹੋ ਜਿਹਾ ਕ੍ਰਾਈਮ ਤਾਂ ਨਹੀਂ ਕੀਤਾ ਜਿਹਦੇ ਲਈ ਤੈਨੂੰ ਕੋਈ ਸਜ਼ਾ ਨਾ ਹੋਈ ਹੋਵੇ, ਜਾਂ ਤੂੰ ਫੜਿਆ ਨਾ ਗਿਆ ਹੋਵੇ, ਕੋਈ ਪੁੱਠਾ ਕੰਮ ਤਾਂ ਨਹੀਂ ਕੀਤਾ ਸੀਗਾ, ਤੇ ਇਹਨੇ ਕਿਹਾ ਸੀਗਾ ਨਹੀਂ, ਤੇ ਉਹਦੇ ਕਰਕੇ ਇਹਨੂੰ ਜਿਹੜੀ ਸੀਗੀ ਉਹ ਕਹਿੰਦੇ ਕਿ ਤੇਰੀ ਸਿਟੀਜ਼ਨਸ਼ਿਪ 'ਚ ਤੂੰ ਝੂਠ ਲਿਖਿਆ। ਸੋ ਇਹ ਜਿਹੜੀ ਤੁਸੀਂ ਮੇਰੇ ਤੋਂ ਪਹਿਲਾਂ ਸਵਾਲ ਪੁੱਛਿਆ ਸੀਗਾ ਕਿ ਪਹਿਲਾਂ ਤਾਂ ਨਹੀਂ ਕਦੀ ਡੀਨੈਚੁਰਲਾਈਜੇਸ਼ਨ ਜਿਹੜੀਆਂ ਏਦਾਂ ਹੋਈਆਂ, ਇਹ 1940 ਦੇ ਦੌਰਾਨ ਮੈਕਾਰਥੀ ਉਦੋਂ ਸੀਗੇ ਪ੍ਰੈਜ਼ੀਡੈਂਟ, ਤੇ ਉਦੋਂ ਇਹ ਜਿਹੜਾ ਸੀਗਾ, ਉਦੋਂ ਵੀ 1940 1950 ਦੇ ਜਿਹੜੇ ਦਹਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਡੀਨੈਚੁਰਲਾਈਜੇਸ਼ਨ ਜਿਹੜੀਆਂ ਇਹਨਾਂ ਨੇ ਕੀਤੀਆਂ ਸੀਗੀਆਂ, ਤੇ ਓਬਾਮਾ ਨੇ ਫਿਰ ਉਸ ਤੋਂ ਬਾਅਦ ਜਿਹੜੀਆਂ ਰੁਕ ਗਈਆਂ। ਸੁਪਰੀਮ ਕੋਰਟ ਨੂੰ ਜਿਹੜਾ ਇੰਟਰਫੀਅਰ ਕਰਨਾ ਪਿਆ ਸੀਗਾ ਕਿ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ, ਕਿਉਂਕਿ ਇਹ ਇੱਕ ਤਰ੍ਹਾਂ ਦੋ ਕਲਾਸਿਸ ਕ੍ਰੀਏਟ ਕਰ ਦਿੰਦੀਆਂ ਸਿਟੀਜ਼ਨਸ਼ਿਪ ਦੀਆਂ, ਇੱਕ ਜਿਹੜੇ ਇੱਥੇ ਬੌਰਨ ਹੋਏ ਆ, ਤੇ ਦੂਜੇ ਜਿਹੜੇ ਹਮੇਸ਼ਾ ਹੀ ਰਹੋਗੇ ਕਿ ਲੈ ਯਾਰ ਮੇਰੇ ਤੋਂ ਤਾਂ ਸਿਟੀਜ਼ਨਸ਼ਿਪ ਵੀ ਇਹਨਾਂ ਦੇ ਖੋਲਣੀ, ਮੈਂ ਤੇ ਪੱਕਾ ਨਹੀਂ ਜਿਹੜਾ ਇੱਥੇ ਹੈਗਾ। ਤੇ ਸੁਪਰੀਮ ਕੋਰਟ ਨੇ ਜਿਹੜਾ ਇੰਟਰਵੀਨ ਜਿਹੜਾ ਕੀਤਾ ਸੀਗਾ, ਤੇ ਫਿਰ ਇਹ ਜਿਹੜੇ ਕੇਸ ਸੀਗੇ ਇਹ 5-10 ਜਿਹੜੇ ਸਾਲ ਦੇ ਵਿੱਚ ਹੁੰਦੇ ਸੀਗੇ, ਪਰ ਉਦੋਂ ਜਿਹੜੀਆਂ ਤੁਸੀਂ ਲਾ ਲਓ ਉਹ ਟਾਈਮਾਂ ਦੇ ਵਿੱਚ 20,000 ਜਿਹੜੀਆਂ ਡੀਨੈਚੁਰਲਾਈਜੇਸ਼ਨ ਜਿਹੜੀ ਸੀਗੀਆਂ, ਉਦੋਂ ਪੋਪੂਲੇਸ਼ਨ ਵੀ ਘੱਟ ਹੁੰਦੀ ਸੀਗੀ, ਉਹਦੇ ਹਿਸਾਬ ਨਾਲ ਤੁਸੀਂ ਦੇਖ ਲਓ ਕਿ ਕਿੰਨਾ ਵੱਡਾ ਜਿਹੜਾ ਅੰਕੜਾ ਜਿਹੜਾ ਸੀਗਾ। ਤੇ ਹੁਣ ਇਹ 25 ਮਿਲੀਅਨ ਲੋਕੀ ਜਿਹੜੇ ਇਹਨਾਂ ਦੇ ਸ਼ਿਕੰਜੇ ਦੇ ਵਿੱਚ ਜਿਹੜੇ ਆ ਸਕਦੇ ਆ, ਤੇ ਗੱਲ ਇਹ ਆ ਕਿ ਤੁਸੀਂ ਕੋਈ ਪੁੱਠਾ ਕੰਮ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ। ਹੁਣ ਇਹਦੀ ਪਰਿਭਾਸ਼ਾ ਕੀ ਨਿਕਲਦੀ ਆ, ਠੀਕ ਆ, ਜੇ ਕੋਈ ਚਾਈਲਡ ਮੋਲੈਸਟਰ ਜਾਂ ਕੋਈ ਕ੍ਰਿਮੀਨਲ ਆ, ਉਹ ਤਾਂ ਸਾਰੇ ਜਣੇ ਐਗਰੀ ਹੋ ਗਏ ਕਿ ਇਹ ਬੰਦੇ ਜਿਹੜੇ ਸੀਗੇ ਡਿਪੋਰਟ ਹੋਣੇ ਚਾਹੀਦੇ ਆ, ਪਰ ਹੁਣ ਇਹ ਕਿੱਥੇ ਜਾ ਕੇ ਗੱਲ ਇਹ ਜਿਹੜੀ ਰੁਕੂਗੀ, ਠੀਕ ਆ। ਕੀ ਤੁਸੀਂ ਹਵਾ ਦੇ ਵਿੱਚ ਬੰਦੂਕ ਚਲਾਈ ਸੀਗੀ ਜਿਹੜੀ ਤੁਸੀਂ ਉਹ ਕਾਉਂਟੀ 'ਚ ਨਹੀਂ ਫਾਇਰ ਕਰ ਸਕਦੇ ਸੀ, ਉਹ ਫੈਲਨੀ ਹੈਗੀ ਆ, ਤੁਹਾਡੇ ਕੋਲ ਪੁੱਛਿਆ ਗਿਆ, ਤੁਹਾਨੂੰ ਪਤਾ ਸੀਗਾ ਤੁਸੀਂ ਚਲਾਈ ਆ, ਪਰ ਤੁਸੀਂ ਨਹੀਂ ਕੀਤਾ, ਕੀ ਤੁਹਾਨੂੰ ਉਸ ਬੇਸ ਤੇ ਟਾਰਗੇਟ ਕੀਤਾ ਜਾ ਸਕਦਾ? ਕੀ ਤੁਸੀਂ ਕੋਈ ਨਸ਼ਾ ਪਦਾਰਥ ਕੀਤਾ ਸੀਗਾ ਜਾਂ ਕੁਛ ਏਦਾਂ ਦੀ ਚੀਜ਼ ਆ ਜਿਹੜੀ ਇੱਕ ਫੈਡਰਲ ਆਫੈਂਸ ਆ, ਜਿਹੜੀ ਤੁਹਾਨੂੰ ਪਤਾ ਤੁਸੀਂ ਕਰਦੇ ਹੈਗੇ, ਖਰੀਦੀ ਸੀਗੀ, ਲਈ ਆ, ਪਰ ਤੁਸੀਂ ਉਹਦੇ ਬਾਰੇ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ ਨਹੀਂ ਦੱਸਿਆ, ਫੈਡਰਲ ਆਫੈਂਸ ਸੀਗੇ, ਤੁਹਾਨੂੰ ਡੀਨੈਚੁਰਲਾਈਜ਼ ਜਿਹੜਾ ਕੀਤਾ ਜਾ ਸਕਦਾ। ਸੋ ਇਹਦੇ ਵਿੱਚ ਜਿਹੜੇ ਅਸਿਸਟੈਂਟ ਅਟਾਰਨੀ ਜਨਰਲ ਹੈਗੇ ਆ ਬ੍ਰੈਟ ਸ਼ੂਮੇਟ, ਇਹ ਬੇਸਿਕਲੀ ਇਸ ਚੀਜ਼ ਨੂੰ ਸਪੀਅਰ ਹੈਡ ਜਿਹੜਾ ਕਰ ਰਹੇ ਆ, ਇਹਨਾਂ ਨੇ ਮੈਮੋ ਵਗੈਰਾ ਜਿਹੜਾ ਇਹ ਇਸ਼ੂ ਕੀਤਾ। ਤੇ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਕਹਿੰਦੇ ਕਿ ਜਿਹੜੀ ਇਹਨਾਂ ਦੀ ਸਿਵਲ ਡਿਵੀਜ਼ਨ ਆ ਉਹਦੇ ਥੱਲੇ ਇਹਨਾਂ ਨੇ ਇੱਕ ਇਹ ਪਾਇਆ, ਕ੍ਰਿਮੀਨਲ ਕੇਸਾਂ ਦੇ ਵਿੱਚ ਜਿਹੜਾ ਸੀਗਾ ਬੰਦਾ ਉਹਨੂੰ ਉਹਨੂੰ ਵਕੀਲ ਦਾ ਇੱਕ ਹੱਕ ਜਿਹੜਾ ਹੁੰਦਾ ਸਿਵਲ ਕੇਸਾਂ ਦੇ ਵਿੱਚ ਨਹੀਂ ਹੁੰਦਾ, ਤੁਸੀਂ ਆਪਣੇ ਪੈਸਿਆਂ ਤੇ ਆਪਣਾ ਵਕੀਲ ਜਿਹੜਾ ਲੱਭਣਾ ਹੁੰਦਾ, ਤੇ ਇਹਨੂੰ ਉਹ ਸਿਵਲ ਡਿਵੀਜ਼ਨ ਦੇ ਵਿੱਚ ਉਹ ਇਨਫੋਰਸ ਕਰ ਰਹੇ ਆ। ਇਹਦਾ ਮਤਲਬ ਇਹ ਹੈਗਾ ਕਿ ਲੋਕਾਂ ਨੂੰ ਜਿਹੜਾ ਸੀਗਾ ਵਕੀਲ ਕੋਈ ਸਟੇਟ ਨੇ ਨਹੀਂ ਦੇਣਾ, ਤੁਹਾਨੂੰ ਆਪ ਜਿਹੜਾ ਆਪਣਾ ਵਕੀਲ ਜਿਹੜਾ ਕਰਨਾ ਪੈਣਾ। ਇਹਦੇ ਵਿੱਚ ਉਹ ਵਿਅਕਤੀ ਜਿਹੜਾ ਵਕੀਲ ਵਗੈਰਾ ਹਾਇਰ ਨਹੀਂ ਕਰ ਸਕਦਾ, ਉਹਨੂੰ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਜਿਹੜੀ ਹੋਊਗੀ। ਤੇ ਇਹ ਜਿਹੜੇ ਕ੍ਰਾਈਮ ਆ ਇਹ ਨੈਚੁਰਲਾਈਜੇਸ਼ਨ ਤੋਂ ਪਹਿਲਾਂ ਕੀਤੇ ਹੋਏ ਹੋਣੇ ਚਾਹੀਦੇ ਕਿ ਬਾਅਦ ਵਾਲਿਆਂ ਦੇ ਉੱਤੇ ਵੀ ਐ? ਸੋ ਇੱਕ ਕੋਈ ਉਹਨਾਂ ਨੇ ਡਿਸਟਿੰਗੁਇਸ਼ ਕੀਤਾ ਹੈ, ਕੋਈ ਮਟੀਰੀਅਲ ਲਾਈ ਆ, ਉਦਾਂ ਹੀ ਨਾਮ ਗਲਤ ਲਿਖ ਹੋ ਗਿਆ, ਉਹਦੇ ਤੇ ਵੀ ਜਾਣਾ ਹੈ? ਮਤਲਬ ਇਹ ਵੀ ਐਕਸਪਲੇਨ ਕੀਤਾ ਇਹਨਾਂ ਨੇ ਅੱਗੇ? ਨੈਚੁਰਲਾਈਜੇਸ਼ਨ ਤੋਂ ਪਹਿਲਾਂ ਵਾਲੇ ਜਿਹੜੇ ਕ੍ਰਾਈਮ ਆ ਉਹਦੇ ਉੱਤੇ ਕਮਿਟ ਕੀਤੇ ਹੈਗੇ, ਪਰ ਤੁਸੀਂ ਫੜੇ ਨਹੀਂ ਗਏ। ਠੀਕ ਆ, ਤੁਹਾਨੂੰ ਕੁਛ ਇੱਕ ਉਦਾਹਰਨਾਂ ਦੇਵਾਂਗੇ, ਤੁਹਾਨੂੰ ਸਰਕਾਰ ਦਾ ਜਿਹੜਾ ਨਾ ਸਟੈਂਸ ਜਿਹੜਾ ਪਤਾ ਕਰ ਜਾਣਾ, ਜਿਹੜੇ ਸਰੋਤੇ ਆਪਣੇ ਸੁਣਦੇ ਆ ਇਹਨਾਂ 'ਚ ਵੀ ਕਾਫੀ ਲੋਕਾਂ ਨੂੰ ਜਿਹੜੀ ਟੈਨਸ਼ਨ ਪੈ ਜਾਣੀ ਹੈ। ਓਕੇ, ਠੀਕ ਹੈ। ਸੋ ਪਹਿਲਾਂ ਤਾਂ ਇਹਨਾਂ ਦਾ ਇਹਦਾ ਇੱਕ ਤਾਂ ਸੀਗਾ ਐਗਜ਼ੈਕਟਿਵ ਆਰਡਰ ਜਿਹੜਾ ਇਹਨਾਂ ਨੇ ਕੀਤਾ ਸੀਗਾ DEI ਪ੍ਰੋਗਰਾਮ, ਡਾਇਵਰਸਿਟੀ ਇਕੁਇਟੀ ਇਨਕਲੂਜਨ, ਉਹ ਜਿਹੜੇ ਪ੍ਰੋਗਰਾਮ ਸੀਗੇ ਉਹਨਾਂ ਦਾ ਐਗਜ਼ੈਕਟਿਵ ਆਰਡਰ ਸੀਗਾ ਉਹਨੂੰ ਡਿਸਮੈਂਟਲ ਜਿਹੜਾ ਕਰਦਾ। ਜਿਹਨਾਂ ਨੂੰ ਨਹੀਂ ਪਤਾ ਉਹ ਇਹ ਸੀਗਾ ਕਿ LGBTQ ਜਾਂ ਜੈਂਡਰ ਰੀਅਸਾਈਨਮੈਂਟ ਜਾਂ ਕਿ ਇਦਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਸੀਗੇ, ਜਿਹੜੇ ਉਹ ਕਹਿੰਦੇ ਸੀਗੇ ਕਿ DEI ਲੋਕਾਂ ਨੂੰ ਫੇਵਰ ਆਪਾਂ ਜਿਹੜਾ ਕਰਨਾ, ਤਾਂ ਕਿ ਲੋਕੀ ਜਿਹੜਾ ਸੀਗਾ ਉਹ ਡਿਸਕ੍ਰਿਮੀਨੇਸ਼ਨ ਜਿਹੜੀ ਹੋਈ ਆ ਉਹਨਾਂ ਤੇ, ਜਿਹੜੇ ਉਹਨਾਂ ਦਾ ਟਰਾਮਾ ਜਿਹੜਾ ਪੁਰਾਣਾ, ਉਹਨੂੰ ਆਪਾਂ ਕਿਉਰ ਜਿਹੜਾ ਕਰਨਾ। DEI ਪ੍ਰੋਗਰਾਮ ਜਿਹੜੇ ਇਹਨਾਂ ਨੇ ਕਰਾਏ ਸੀਗੇ। ਇਹ ਜਿਹੜੀ ਸਰਕਾਰ ਆ ਇਹ ਕਹਿੰਦੀ ਕਿ ਕੋਈ ਵੀ ਏਦਾਂ ਦੀ ਫੰਡਿੰਗ ਹਰੇਕ ਚੀਜ਼ ਆਪਾਂ ਇਸ ਚੀਜ਼ ਤੋਂ ਕੱਟਦੇ ਆ, ਇਹ ਚੀਜ਼ ਜਿਹੜੀ ਸਹੀ ਨਹੀਂ ਹੈਗੀ। ਇਹ ਵਾਲੀ ਸਰਕਾਰ ਦਾ ਟੋਟਲੀ ਜਿਹੜਾ ਆਪੋਜ਼ਿਟ ਜਿਹੜਾ ਸਟੈਂਡ ਸੀਗਾ। ਜਿਹੜੀ ਸਿਵਲ ਡਿਵੀਜ਼ਨ ਆ ਇਹ ਕੀ ਕਹਿ ਰਹੀ ਆ ਕਿ ਆਪਾਂ ਜਿਹੜੇ ਸਿਵਲ ਰਾਈਟ ਲਾਜ਼ ਹੈਗੇ ਆ, ਆਪਾਂ ਜਿਹੜੇ ਵੀ ਫੈਡਰਲੀ ਫੰਡਡ ਰੈਸੀਪੀਐਂਟ ਹੈਗੇ ਆ,
ਤੇ ਜਿਹੜੇ DEI ਪ੍ਰੈਕਟਿਸਾਂ ਜਿਹੜਾ ਕਰ ਰਹੇ ਸੀਗੇ ਉਹਨਾਂ ਦੇ ਖਿਲਾਫ ਆਪਾਂ ਜਿਹੜਾ ਜਾਵਾਂਗੇ, ਆਪਾਂ ਸਿਵਲ ਰਾਈਟ ਲਾਜ਼ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਜਿਹੜੇ ਜਾ ਕੇ ਵਰਤਾਂਗੇ। ਇੱਕ ਫਾਲਸ ਕਲੇਮ ਐਕਟ ਜਿਹੜਾ ਹੋਇਆ ਉਹਦੇ ਥੱਲੇ ਆਪਾਂ ਉਹ ਲੋਕਾਂ ਨੂੰ ਸਜ਼ਾ ਦੇਵਾਂਗੇ ਜਿਹੜੇ ਇਦਾਂ ਦੇ DEI ਦੇ ਥੱਲੇ ਝੂਠੇ ਜਿਹੜੇ ਉਹਨਾਂ ਨੇ ਸਿਵਲ ਰਾਈਟ ਵਾਇਓਲੇਸ਼ਨ ਦੇ ਜਿਹੜੇ ਕਲੇਮ ਫਾਈਲ ਕੀਤੇ ਆ ਕਿ ਮੇਰੇ ਨਾਲ ਧੱਕਾ ਹੋ ਗਿਆ, ਠੀਕ ਹੈ। ਸੋ ਬੇਸਿਕਲੀ ਕਹਿ ਰਿਹਾ ਕਿ ਫਾਲਸ ਕਲੇਮਸ ਐਕਟ ਥੱਲੇ ਉਹਨਾਂ ਨੂੰ ਆਪਾਂ ਜਿਹੜਾ ਪ੍ਰੋਸੀਕਿਊਟ ਕਰਨਾ, ਜਿਹੜੇ ਲੋਕੀ ਝੂਠੇ ਧੱਕਿਆਂ ਦੀ ਗੱਲ ਜਿਹੜੀ ਕਰਦੇ ਆ। ਤੇ ਉਹ ਕਹਿੰਦੇ ਆ ਕਿ ਆਪਾਂ ਡਿਪਾਰਟਮੈਂਟ ਆਫ ਜਸਟਿਸ ਦੀ ਸਿਵਲ ਰਾਈਟ ਡਿਵੀਜ਼ਨ ਨਾਲ ਜਿਹੜਾ ਕੋਲੈਬੋਰੇਟ ਕਰਨਾ, ਤੇ ਜਿਹੜੇ ਵੀ ਵਿਸਲ ਬਲੋਅਰ ਜਿਹੜੇ ਹੁੰਦੇ ਆ ਕਿ ਜਿਹੜੇ ਲੋਕੀ ਇਦਾਂ ਦੀ ਇਨਫੋਰਮੇਸ਼ਨ ਸਾਨੂੰ ਦਿੰਦੇ ਆ ਕਿ ਆਹ ਕੰਪਨੀ ਆਹ ਚੀਜ਼ ਕਰ ਰਹੀ ਆ, ਉਹ ਕੰਪਨੀ ਆਹ ਚੀਜ਼ ਕਰ ਰਹੀ ਆ। ਬੇਸਿਕਲੀ ਕੀ ਸੀਗਾ ਕਿ ਉਹ ਜਿਹੜੇ DEI ਪ੍ਰੋਗਰਾਮ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਟਾਰਗੇਟ ਕਰਨਾ ਚਾਹੁੰਦੇ ਆ। ਇੱਕ ਚੀਜ਼ ਆ ਹੋ ਗਈ। ਦੂਜੀ ਚੀਜ਼ ਹੋ ਗਈ ਕਿ ਐਂਟੀ-ਸੈਮਿਟਿਜ਼ਮ, ਜਿਹੜੇ ਜਿਊਜ਼ ਦੇ ਖਿਲਾਫ ਜਿਹੜੇ ਬੋਲਦੇ ਆ। ਬੇਸਿਕਲੀ ਉਹ ਕਹਿੰਦੇ ਕਿ ਜਿਹੜੇ ਪੋਸਟ ਅਕਤੂਬਰ 7 2023 ਜਿਹੜਾ ਟੈਰਰਿਸਟ ਅਟੈਕ ਹੋਇਆ ਸੀਗਾ ਇਜ਼ਰਾਈਲ ਤੇ, ਉਹ ਤੋਂ ਬਾਅਦ ਜਿਹੜੇ ਲੋਕੀ ਜਿਹੜੇ ਸੀਗੇ ਐਂਟੀ-ਸੈਮਿਟਿਕ ਜਿਹੜੇ ਕਿ ਰੇਸਿਜ਼ਮ ਵਗੈਰਾ ਜੂਇਸ਼ ਦੇ ਖਿਲਾਫ ਕੀਤਾ। ਇਹ ਦੇਖੋ ਇਹਨਾਂ ਦਾ ਜਿਹੜਾ ਇਹ ਮੁੱਦਾ ਇਹਨਾਂ ਦਾ ਕਾਫੀ ਜਿਹੜਾ ਗਰਮ ਹੈਗਾ। ਅਮਰੀਕਾ ਨੇ ਇਹਦੇ ਵਿੱਚ ਅਜੇ ਕਿ ਜਿਹੜਾ ਲੜਾਈਆਂ ਜਿਹੜੇ ਹਿਸਾਬ ਨਾਲ ਇਜ਼ਰਾਈਲ ਇਰਾਨ ਵਾਲੀ ਸੀਗੀ, ਜਾਂ ਸਟੂਡੈਂਟ ਵਗੈਰਾ ਅਰੈਸਟ ਕੀਤੇ ਆ, ਕਾਫੀ ਜ਼ਿਆਦਾ ਇਹਦੇ ਵਿੱਚ ਹੁਣ ਗੱਲ ਫਰੀडम ਆਫ ਸਪੀਚ ਵਾਲੀ ਵੀ ਗੱਲ ਆ ਜਾਂਦੀ ਹੈ, ਐਂਟੀ-ਸੈਮਿਟਿਜ਼ਮ ਦੀ ਵੀ ਗੱਲ ਆ ਜਾਂਦੀ ਹੈ, ਰੇਸਿਜ਼ਮ ਦੀ ਵੀ ਗੱਲ ਆ ਜਾਂਦੀ ਹੈ। ਕਈ ਸਾਰੇ ਮੁੱਦੇ ਜਿਹੜੇ ਇਹਦੇ ਵਿੱਚ ਜਿਹੜੇ ਹੈਗੇ ਆ। ਪਰ ਜਿਹੜਾ ਕਾਨੂੰਨ ਜਿਹੜਾ ਇਹ ਕਹਿ ਰਿਹਾ ਕਿ ਬੇਸਿਕਲੀ ਇਹ ਕਹਿ ਰਿਹਾ ਕਿ ਜਿਹੜੇ ਅਕਤੂਬਰ 7 2023 ਤੋਂ ਬਾਅਦ ਜਿਹੜੇ ਵੀ ਲੋਕਾਂ ਨੇ ਐਂਟੀ-ਸੈਮਿਟਿਜ਼ਮ ਜਿਹੜਾ ਕੀਤਾ ਉਹਨਾਂ ਨੂੰ ਆਪਾਂ ਅਕਾਊਂਟੇਬਲ ਜਿਹੜਾ ਹੋਲਡ ਕਰਨਾ। ਤੇ ਇਹਦੇ ਵਿੱਚ ਜਿਹੜੇ ਵੀ ਜਿਹਨਾਂ ਨੂੰ ਵੀ ਫੰਡਿੰਗ ਵਗੈਰਾ ਮਿਲੀ ਹੈ, ਜਿਹੜੀ ਵੀ ਸੰਸਥਾਵਾਂ ਨੂੰ, ਇਹ ਯੂਨੀਵਰਸਿਟੀਆਂ ਵੱਲ ਟਾਰਗੇਟ ਜਿਹੜਾ ਹੋ ਰਿਹਾ, ਜਿਹਨਾਂ ਨੇ ਕਿ ਇਦਾਂ ਦਾ ਰੇਸਿਜ਼ਮ ਵਗੈਰਾ ਚੱਲਣ ਦਿੱਤਾ, ਜਾਂ ਇਹ ਜਿਹੜੇ ਉਹਲੇ ਅਦਾਰੇ ਆ ਰਿਲੇਸ਼ਨ ਆਪਣੇ EMPLOYERS ਵਗੈਰਾ ਵੀ ਜਿਹੜੇ ਹੈਗੇ ਆ ਇਹਦੇ ਵਿੱਚ, ਜਾਂ ਜਿਹੜੇ ਵਿਅਕਤੀ ਆ ਜਿਹੜੇ ਕਿ ਜੂਇਸ਼ ਕੌਮ ਦੇ ਖਿਲਾਫ ਜਾ ਰਹੇ ਆ, ਉਹਨਾਂ ਨੂੰ ਇਹ ਕਹਿੰਦੇ ਆਪਾਂ ਜਿਹੜਾ ਟਾਰਗੇਟ ਜਿਹੜਾ ਉਹ ਕਰਨਾ। ਇਹ ਬੜਾ ਇੱਕ ਸੈਂਸਿਟਿਵ ਟੌਪਿਕ ਜਿਹੜਾ ਹੈਗਾ ਬੋਥ ਸਾਈਡਸ ਤੇ ਹੀ। ਮਤਲਬ ਪਰ ਅਮਰੀਕਨ ਸਰਕਾਰ ਆ ਜਿਹੜੀ ਸਰਕਾਰ ਹੈ ਇਹਨੇ ਆਪਣੀ ਪੋਜੀਸ਼ਨ ਇਹ ਲਈ ਹੈ ਇਸ ਵੇਲੇ। ਫਿਰ ਇਹ ਕਹਿੰਦੇ ਕਿ ਆਪਾਂ ਪ੍ਰੋਟੈਕਟਿੰਗ ਵੂਮਨ ਐਂਡ ਚਿਲਡਰਨ, ਉਹਦੇ ਥੱਲੇ ਇਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਪਾਇਆ ਸੀਗਾ। ਬਾਇਓਲੋਜੀਕਲ ਸੈਕਸ ਕੀ ਹੁੰਦਾ ਕਿ ਸਿਰਫ ਇੱਕ ਮੇਲ ਤੇ ਫੀਮੇਲ ਜਿਹੜੇ ਦੋ ਹੀ ਸੈਕਸਸ ਜਿਹੜੇ ਹੁੰਦੇ ਆ, ਤੇ ਜਿਹੜੇ ਹੋਰ ਜਿਹੜੇ ਸਰਜਰੀਆਂ ਵਗੈਰਾ ਕਰਾ ਕੇ ਸੈਕਸ ਚੇਂਜ ਆਪਰੇਸ਼ਨ ਵਗੈਰਾ ਸੀਗੇ, ਉਹਨੂੰ ਇਹ ਕਹਿੰਦੇ ਆਪਾਂ ਰੈਕਗਨਾਈਜ਼ ਨਹੀਂ ਕਰਦੇ। ਤੇ ਬਾਇਓਲੋਜੀਕਲ ਮੇਲ ਜਾਂ ਫੀਮੇਲ ਉਹ ਕਹਿੰਦੇ ਉਹੀ ਆ। ਤੁਸੀਂ ਦੇਖਿਆ ਹੋਣਾ ਇਹਦਾ ਸਪੋਰਟਸ ਦੇ ਵਿੱਚ ਜਿਹੜਾ ਇੱਕ ਮੁੰਡਾ ਵਾ ਉਹ ਹਾਰਮੋਨ ਲੈ ਕੇ ਕੁੜੀ ਬਣ ਗਿਆ, ਪਰ ਉਹਦੀ ਬੋਨ ਡੈਂਸਿਟੀ ਜਿਹੜੀ ਸਟਰੋਂਗ ਰਹਿੰਦੀ ਆ, ਉਹਨੂੰ ਅਨਇਕੁਅਲ ਜਿਹੜੀ ਸਟਰੈਂਥ ਜਿਹੜੀ ਹੁੰਦੀ ਆ, ਤੇ ਉਹ ਜਾ ਕੇ ਉਹਨਾਂ ਨੇ ਕਾਫੀ ਫੀਮੇਲ ਸਪੋਰਟਸ ਦੇ ਵਿੱਚ ਜਿਹੜੇ ਰਿਕਾਰਡ ਜਿਹੜੇ ਬੀਟ ਕਰਨੇ ਸ਼ੁਰੂ ਕਰਤੇ, ਵਰਲਡ ਰਿਕਾਰਡ ਜਿਹੜੇ ਸ਼ੈਟਰ ਕਰਤੇ। ਤੇ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਕਿ ਬਾਇਓਲੋਜੀਕਲ ਸੈਕਸ ਦੇ ਹਿਸਾਬ ਨਾਲ ਡਿਵੀਜ਼ਨ ਜਿਹੜੀ ਹੋਣੀ ਚਾਹੀਦੀ ਆ, ਉਹਦਾ ਐਗਜ਼ੈਕਟਿਵ ਆਰਡਰ ਸੀਗਾ। ਤੇ ਇੱਕ ਜਿਹੜਾ ਸੀਗਾ ਇਹਨਾਂ ਨੇ ਐਗਜ਼ੈਕਟਿਵ ਆਰਡਰ ਪਾਸ ਕੀਤਾ ਕਿ ਜੈਂਡਰ ਅਫਰਮਿੰਗ ਜਿਹੜੀ ਕੇਅਰ ਹੈਗੀ ਆ, ਉਹਨੂੰ ਉਹ ਕਹਿੰਦੇ ਸੀਗੇ ਕਿ ਇਹ ਕੈਮੀਕਲ ਤੇ ਸਰਜੀਕਲ ਮਿਊਟੀਲੇਸ਼ਨ ਹੈਗੀ ਆ, ਜਿਹੜੀ ਵੀ ਕਲੀਨਿਕਾਂ ਵਗੈਰਾ ਜਿਹੜੀਆਂ ਇਹ ਚੀਜ਼ 'ਚ ਇੰਗੇਜ ਕਰਦੀਆਂ, ਉਹਦੀ ਝੂਠੀ ਬਿਲਿੰਗ ਕਰਦੀਆਂ ਜਾਣੀਆਂ ਫਾਰਮੇਸੀ ਵਾਲੀਆਂ ਜਾਂ ਹਸਪੀਟਲ ਆ ਜਿਹੜੇ, ਭਾਵੇਂ ਆਨਲਾਈਨ ਵੀ ਉਹ ਹੈਗੇ ਆ, ਤੇ ਉਹ ਇਦਾਂ ਦੀ ਜਿਹੜੀ ਕੇਅਰ ਜਿਹੜੀ ਟ੍ਰੀਟਮੈਂਟ ਜਿਹੜੀ ਦਿੰਦੇ ਆ, ਤੇ ਬਿੱਲ ਵਗੈਰਾ ਜੇ ਕੋਈ ਵੀ ਤਰੀਕੇ ਨਾਲ ਉਹਨਾਂ ਨੇ ਫਾਲਸੀਫਾਈ ਕੀਤਾ, ਆਪਾਂ ਉਹਨਾਂ ਨੂੰ ਜਿਹੜਾ ਟਾਰਗੇਟ ਕਰਦੇ ਆ। ਆਪਾਂ ਉਹਨਾਂ ਨੇ ਬੇਸਿਕਲੀ ਇਹ ਚੀਜ਼ ਸੀਗੀ ਜਿਹੜੀ ਕ੍ਰਿਮੀਨਲ ਕੰਡਕਟ ਬਣਾਤੀ ਕਿ ਸੈਕਸ ਦੇ ਨਾਲ ਜਿਹੜੀ ਛੇੜਛਾਨੀ ਜਿਹੜੀ ਨਹੀਂ ਕਰਨੀ ਆ। ਹੁਣ ਤੁਸੀਂ ਇਹਦੇ ਇਸ ਓਪੀਨੀਅਨ ਦੇ ਤੁਸੀਂ ਕਿਸੇ ਸਾਈਡ ਵੀ ਹੋ ਕਿ ਬਾਇਓਲੋਜੀਕਲ ਮੇਲ ਆ ਫੀਮੇਲ ਲਈ ਸਿਰਫ ਉਸ ਹਿਸਾਬ ਨਾਲ ਹੋਣਾ ਚਾਹੀਦਾ, ਕਿ ਲੋਕਾਂ ਨੂੰ ਜਿਹੜਾ ਦੂਸਰਾ ਪੁਆਇੰਟ ਆਫ ਵਿਊ ਹੈਗਾ ਕਿ ਰੋਂਗ ਬੋਡੀ ਦੇ ਵਿੱਚ ਰੋਂਗ ਬੰਦਾ ਟ੍ਰੈਪਡ ਹੈ, ਤੁਸੀਂ ਜਿਹੜੇ ਮਰਜ਼ੀ ਸਾਈਡ ਹੈਗੇ, ਪਰ ਜਿਹੜੀ ਇਹ ਵਾਲੀ ਸਰਕਾਰ ਹੈਗੀ ਆ ਇਹ ਉਹਨਾਂ ਨੂੰ ਟਾਰਗੇਟ ਕਰ ਰਹੀ ਆ ਹਸਪਤਾਲਾਂ ਨੂੰ, ਕਲੀਨਿਕਸ ਨੂੰ। ਉਹ ਕਹਿੰਦੇ ਆ ਕਿ ਹਜ਼ਾਰਾਂ ਕਲੀਨਿਕਸ ਜਿਹੜੇ ਸੀਗੇ ਅਮਰੀਕਾ ਦੇ ਵਿੱਚ ਖੁੱਲ ਗਏ ਸੀਗੇ ਤੇ ਪਿਛਲੇ 10 ਸਾਲਾਂ ਤੋਂ, ਤੇ ਵਰਲਡ ਦੇ ਕੰਪੈਰੀਜ਼ਨ ਦੇ ਵਿੱਚ ਇਹ ਮੁਹਿੰਮ ਜਿਹੜੀ ਇੱਧਰਲੇ ਪਾਸੇ ਬੜੀ ਜ਼ਿਆਦਾ ਸੀਗੀ ਕਿ ਇਹਦੇ ਵਿੱਚ ਹੁਣ ਮਤਲਬ ਹੁਣ ਆਪਾਂ ਦੇਖੋ ਡਾਕਟਰ ਜਾਂ ਸਾਇੰਟਿਸਟ ਤਾਂ ਹੈ ਨਹੀਂ, ਉਹ ਬੇਸਿਕਲੀ ਕੀ ਕਹਿੰਦੇ ਸੀਗੇ ਕਿ ਉਹ ਕਹਿ ਰਹੇ ਆ ਕਿ ਜਦੋਂ ਤੁਸੀਂ ਟੈਸਟੋਸਟਰੋਨ ਕੈਮੀਕਲ ਕਿਸੇ ਨੂੰ ਦਿੰਦੇ ਆ, ਜਿਹੜੇ ਜਵਾਕ ਹੁੰਦੇ ਆ ਅੱਜ ਕੱਲ ਉਹਨਾਂ ਨੂੰ ਡਿਸਆਰਡਰ ਵਗੈਰਾ ਵੀ ਜਿਹੜੇ ਜ਼ਿਆਦਾ ਜਿਹੜੇ ਹੈਗੇ ਆ, ਜਦੋਂ ਤੁਸੀਂ ਟੈਸਟੋਸਟਰੋਨ ਦਿੰਦੇ ਆ, ਇੱਕ ਕੈਮੀਕਲ ਏਦਾਂ ਜਿਹੜਾ ਮੇਲ ਜਦੋਂ ਇਵੋਲਵ ਹੋ ਰਿਹਾ ਸੀਗਾ ਉਹ ਜੰਗਲ ਚ ਫਾਈਟ ਕਰਨ ਜਾਂਦਾ, ਤਾਂ ਇਹ ਜਿਹੜਾ ਕੈਮੀਕਲ ਹੈਗਾ ਉਹਨੂੰ ਥੋੜੀ ਜਿਹੀ ਸ਼ਾਂਤੀ ਜਿਹੜੀ ਬਖਸ਼ਦਾ, ਕਿ ਉਹ ਪ੍ਰਿਪੇਅਰ ਕਰ ਸਕਦਾ ਕਿ ਸਟ੍ਰੈਸਫੁਲ ਸਿਚੁਏਸ਼ਨ ਨਾਲ ਤੁਸੀਂ ਕਿੱਦਾਂ ਡੀਲ ਜਿਹੜਾ ਕਰਨਾ ਹੈਗਾ। ਜਦੋਂ ਤੁਸੀਂ ਕਿਸੇ ਨੂੰ ਟੈਸਟੋਸਟਰੋਨ ਦੀ ਡੋਜ਼ ਜਿਹੜੀ ਦਿੰਦੇ ਸੀਗੇ, ਆਬਵੀਅਸਲੀ ਉਹਨਾਂ ਨੂੰ ਬੈਟਰ ਫੀਲ ਹੁੰਦਾ ਸੀਗਾ, ਸੁਸਾਈਡਲ ਫੀਲ ਨਹੀਂ ਹੁੰਦਾ ਸੀਗਾ। ਤੇ ਉਹ ਪਰ ਜਿਹੜਾ ਸੀਗਾ ਇੱਕ ਸਾਈਕੋਲੋਜੀਕਲ ਜਿਹੜੀ ਪ੍ਰੋਬਲਮ ਸੀਗੀ, ਉਹਨੂੰ ਤੁਸੀਂ ਜਦੋਂ ਕੈਮੀਕਲੀ ਟੈਸਟੋਸਟਰੋਨ ਬੂਸਟਰਸ ਵਗੈਰਾ ਦੇ ਕੇ ਇੱਕ ਜਵਾਕ ਨੂੰ, ਉਹਨੂੰ ਟੈਂਪਰੇਰੀਲੀ ਜ਼ਰੂਰ ਵਧੀਆ ਹੁੰਦਾ ਸੀਗਾ, ਕਿਉਂਕਿ ਉਹ ਜਿਹੜਾ ਕੈਮੀਕਲ ਹੈਗਾ ਉਹ ਹੈਗਾ ਹੀ ਇਸ ਚੀਜ਼ ਲਈ ਕਿ ਤੁਸੀਂ ਸਟ੍ਰੈਸਫੁਲ ਸਿਚੁਏਸ਼ਨ ਦੇ ਨਾਲ ਡੀਲ ਜਿਹੜਾ ਕਿੱਦਾਂ ਕਰਨਾ। ਪਰ ਉਹ ਕਹਿੰਦੇ ਆ ਕਿ ਲੌਂਗ ਟਰਮ ਇਹਦੇ ਇੰਪਲੀਕੇਸ਼ਨ ਕੀ ਹੈਗਾ, ਇਰਰਿਵਰਸੀਬਲ ਸਰਜਰੀਜ਼, ਤੁਸੀਂ ਜਿਹੜੀ ਆਰਗਨਸ ਰਿਮੂਵ ਜਿਹੜੀਆਂ ਕਰ ਰਹੇ ਆ, ਕਿ
ਪੇਰੈਂਟਲ ਕੰਸੈਂਟ ਨਹੀਂ ਤੁਸੀਂ ਲੈ ਰਹੇ, 5 ਸਾਲਾਂ ਦੇ ਜਵਾਕਾਂ ਨੂੰ ਜਿਹੜਾ ਸਕੂਲਾਂ 'ਚ ਜਾ ਕੇ ਤੁਸੀਂ ਇਹ ਜਿਹੜੀ ਚੀਜ਼ ਜਿਹੜੀ ਕਰ ਰਹੇ ਆ, ਇਹ ਚੀਜ਼ ਜਿਹੜੀ ਗਲਤ ਹੈਗੀ ਆ। ਤੇ ਜਿਹੜੀ ਦੂਜੀ ਸਾਈਡ ਸੀਗੀ ਉਹ ਕਹਿੰਦੇ ਸੀ ਕਿ ਜਿਹੜੇ ਪਿਊਬਰਟੀ ਦੇ ਆਉਣ ਤੋਂ ਪਹਿਲਾਂ ਇਹ ਜਿਹੜੇ ਆਪਾਂ ਪਹਿਲਾਂ ਹੀ ਉਹਨੂੰ ਐਸਟ੍ਰੋਜਨ ਜਾਂ ਟੈਸਟੋਸਟੇਰੋਨ ਬਲੋਕਰ ਜਿਹੜੇ ਆਪਾਂ ਦੇ ਦਈਏ ਤਾਂ ਕਿ ਬੰਦਾ ਪਹਿਲਾਂ ਆਪਣਾ ਜਿਹੜਾ ਫੈਸਲਾ ਲੈ ਸਕੇ, ਬਾਅਦ ਚ ਲੈਸ ਸੁਸਾਈਡਲ ਹੋਊਗਾ। ਸੋ ਇਹ ਚੀਜ਼ ਵਾਲਾ ਜਿਹੜਾ ਡਿਬੇਟ ਜਿਹੜਾ ਛਿੜਿਆ ਹੋਇਆ ਸੀਗਾ ਤੇ ਇਹਦੇ ਵਿੱਚ ਬਹੁਤ ਸਾਰੇ ਕਲੀਨਿਕਸ, ਹਸਪੀਟਲਸ ਕਈ ਕੁਝ ਜਿਹੜੇ ਬਣ ਗਏ ਸੀਗੇ। ਇਹ ਜਿਹੜੀ ਤੇ ਸਪੋਰਟਸ ਦੇ ਵਿੱਚ ਆਪਾਂ ਇਹਦਾ ਦੇਖ ਸਕਦੇ ਸੀਗੇ ਕਈ ਵਾਰੀ ਜਿਹੜਾ ਯੂਨੀਸੈਕਸ ਬਾਥਰੂਮ ਕਿ ਬੰਦਾ ਡਿਸਕ੍ਰਿਮੀਨੇਟਡ ਨਾ ਫੀਲ ਹੋਵੇ, ਉਸ ਚੀਜ਼ ਵੱਲ ਜਿਹੜੀ ਮੁਹਿੰਮ ਜਿਹੜੀ ਜਾਰੀ ਸੀ। ਕਈ ਰੇਪ ਰੂਪ ਕੇਸ ਵੀ ਜਿਹੜੇ ਆਏ ਆ ਕਿ ਮੇਲ ਨੇ ਜਾ ਕੇ ਫੀਮੇਲ ਨੂੰ ਰੇਪ ਕਰਤਾ ਪਰ ਸਕੂਲ ਉਹਦਾ ਡਿਸਕਲੋਜ਼ ਨਹੀਂ ਕਰ ਸਕਦਾ ਸੀਗਾ। ਇਦਾਂ ਦੀ ਜਿਹੜੀ ਚੀਜ਼ ਸੀਗੀ, ਜਿਹੜਾ ਇਹ ਵਾਲੀ ਸਰਕਾਰ ਸੀਗੀ ਇਹ ਕਹਿੰਦੀ ਕਿ ਆਪਾਂ ਇਹ ਚੀਜ਼ ਨੂੰ ਟਾਰਗੇਟ ਜਿਹੜਾ ਕਰਨਾ, ਉਹ ਇਹ ਚੀਜ਼ ਨੂੰ ਟਾਰਗੇਟ ਕਰ ਰਿਹਾ। ਤੇ ਇਹਦੇ ਵਿੱਚ ਆਹ ਜਿਹੜਾ ਇਹਨਾਂ ਦਾ ਹੁਣ ਜਿਹੜਾ ਪਾਸ ਹੋਇਆ ਇਹ ਬਿੱਲ, ਇਹ ਡੀਨੈਚੁਰਲਾਈਜੇਸ਼ਨ ਦੇ ਵੀ ਤੁਸੀਂ ਕਹਿ ਲਓ ਕਿ ਇੰਪਲੀਕੇਸ਼ਨ ਜਿਹੜੇ ਰੱਖਦਾ। ਫਿਰ ਇਹ ਕਹਿੰਦੇ ਆ ਕਿ ਆਪਾਂ ਜਿਹੜੇ ਸੈਂਕਚੁਰੀ ਜੂਰਿਸਡਿਕਸ਼ਨ ਜਿਹੜੇ ਹੈਗੇ ਆ ਉਹਨੂੰ ਆਪਾਂ ਜਿਹੜਾ ਐਂਡ ਕਰਨਾ, ਕਿ ਜਿਹੜੀ ਸਟੇਟ ਲਾਜ਼ ਜਿੱਦਾਂ ਫੋਰ ਐਗਜ਼ਾਮਪਲ ਜਿੱਦਾਂ ਆਪਣੇ ਸਾਡੀ ਸਟੇਟ ਆ ਜਿਹੜੀ, ਉਹ ਜ਼ਿਆਦਾਤਰ ਜਿਹੜਾ ਸੀਗਾ ਉਹ ਕੋਆਪਰੇਟ ਨਹੀਂ ਕਰਦੀ। ਉਹਦੇ ਲਾਜ਼ ਜਿਹੜੇ ਇਦਾਂ ਦੇ ਆ ਉਹ ਇਮੀਗ੍ਰੈਂਟਸ ਦੇ ਫੇਵਰ ਦੇ ਵਿੱਚ ਹੈਗੇ ਆ। ਤੇ ਇਹ ਕੀ ਕਹਿ ਰਹੀ ਹੈ ਸਰਕਾਰ ਕਿ ਆਪਾਂ ਲਿਟੀਗੇਸ਼ਨ ਵਗੈਰਾ ਆਪਾਂ ਪੂਰੀ ਕਰਾਂਗੇ ਤਾਂ ਕਿ ਆਪਾਂ ਜਿਹੜੇ ਉਹ ਸਟੇਟ ਆ ਉਹਨਾਂ ਨੂੰ ਜਿਹੜਾ ਚੈਲੰਜ ਜਿਹੜਾ ਕਰਾਂਗੇ। ਇਹੀ ਜਿਹੜਾ ਫਿਰ ਸੀਗਾ ਮੈਮੋ, ਇਹ ਜਿਹੜਾ ਹੁਣ ਡੀਨੈਚੁਰਲਾਈਜੇਸ਼ਨ ਦੇ ਕੇਸਾਂ ਵੱਲ ਜਿਹੜੇ ਆਪਾਂ ਗੱਲ ਆਈਏ, ਉਹਨਾਂ ਨੇ 4 ਜਿਹੜੇ ਮੇਨ ਇਹਦੇ ਵਿੱਚ ਟੌਪਿਕ ਜਿਹੜੇ ਫੜੇ ਆ, ਠੀਕ ਆ। ਇਹਦੇ ਵਿੱਚ ਆਪਣੇ ਕਮਿਊਨਿਟੀ ਦੇ ਕਾਫੀ ਬੰਦੇ ਟਾਰਗੇਟ ਹੋ ਸਕਦੇ ਆ, ਹਰੇਕ ਕੈਟਾਗਰੀ ਦੇ ਵਿੱਚ ਨਹੀਂ, ਪਰ ਮੇਨ ਜਿਹੜੀ ਇੱਕ ਕੈਟਾਗਰੀ ਹੈਗੀ ਆ ਫਾਈਨੈਂਸ਼ੀਅਲ ਕ੍ਰਾਈਮ ਜਿਹੜਾ ਨੇ ਕੀਤੇ ਆ, ਪੀਪੀਪੀ ਫਰਾਡ ਜਿਹੜਾ ਕੀਤਾ, ਮੈਡੀਕੇਅਰ ਮੈਡੀਕੇਡ ਫਰਾਡ ਜਿਹੜਾ ਨੇ ਕੀਤਾ। ਹਾਂਜੀ, ਮੈਡੀਕੇਅਰ ਮੈਡੀਕੇਡ ਫਰਾਡ ਕੀ ਹੁੰਦਾ ਕਿ ਜਿਹੜਾ ਹੈਲਥ ਇੰਸ਼ੋਰੈਂਸ ਦੇ ਰਿਲੇਟਡ ਜਿਹੜੇ ਫਰਾਡ ਜਿਹੜੇ ਹੁੰਦੇ ਆ, ਇਹਦੇ ਵਿੱਚ ਵੀ ਕਈ ਵਾਰੀ ਆਪਾਂ ਗੱਲ ਜਿਹੜੀ ਕਰ ਚੁੱਕੇ ਆ, ਲੋਕਾਂ ਨੂੰ ਸਹੀ ਨਹੀਂ ਲੱਗਦੀ, ਪਰ ਦੇਖੋ ਕਾਨੂੰਨ ਉਹਦੇ ਪਾਸੇ ਜਾ ਰਹੇ ਆ। ਤੁਸੀਂ ਹੁਣ ਇਹਨੂੰ ਜਿਹੜੇ ਮਰਜ਼ੀ ਹਿਸਾਬ ਨਾਲ ਸੋਚੋ ਕਿ ਇਹ ਡਰਾਵਾ ਆ ਕਿੱਦਾਂ ਵਾ ਜਾਂ ਕੀ ਆ। ਪੀਪੀਪੀ ਫਰਾਡ ਬੇਸਿਕਲੀ ਕਾਫੀ ਜ਼ਿਆਦਾ ਇਹਦੇ ਵਿੱਚ ਜਿਹੜੇ ਟੈਕਸ ਪ੍ਰਪੇਅਰਰ ਜਿਹੜੇ ਸੀਗੇ, ਅਕਾਊਂਟੈਂਟ ਜਿਹੜੇ ਨਹੀਂ ਸੀਗੇ, ਉਹਨਾਂ ਨੇ ਜ਼ਿਆਦਾ ਜਿਹੜੀ ਤੁਸੀਂ ਕਹ ਲਓ ਲਿਬਰਟੀਜ਼ ਲੈ ਕੇ ਤੇ ਡਾਕੂਮੈਂਟ ਜਿਹੜੇ ਜ਼ਿਆਦਾ ਕਿਸੇ ਨੂੰ ਲੋਨ ਨੂੰ ਜਿਹੜੇ ਦਵਾਤੇ। ਕਈ ਵਾਰੀ ਲੋਕੀ ਜਿੱਦਾਂ ਕਹਿੰਦੇ ਸੀਗੇ ਕਿ ਇਹ ਯਾਰ ਕਈ ਲੋਕਾਂ ਨੇ ਝੂਠ ਜਿਹੜੇ ਲੈ ਲਏ ਆ, ਫੰਡਿੰਗ ਜਿਹੜੀ ਲੈ ਲਈ ਆ। ਪੀਪੀਪੀ ਫਰਾਡ ਵਾਲੇ ਨੂੰ ਜਿਹੜੇ ਬੇਸਿਕਲੀ ਟਾਰਗੇਟ ਕਰ ਰਹੇ ਆ। ਇਹਦੇ ਵਿੱਚ ਕਈ ਪ੍ਰਿਪੇਅਰਰ ਵੀ ਜਿਹੜੇ ਆਪਣੀ ਕਮਿਊਨਿਟੀ ਦੇ ਜਿਹੜੇ ਸੀਗੇ, ਆਨਲਾਈਨ ਵਗੈਰਾ ਵੀ ਟਿਕਟੌਕ ਦੇ ਸਿਤਾਰੇ ਵੀ ਕਈ ਜਿਹੜੇ ਫੜ ਹੋਏ ਆ। ਹੁਣ ਫਰਕ ਇਹ ਪੈ ਜਾਂਦਾ ਕਿ ਜੇ ਉਹਨਾਂ ਨੇ ਸਿਟੀਜ਼ਨਸ਼ਿਪ ਇਸ ਤੋਂ ਬਾਅਦ ਲਈ ਆ, ਫਰਾਡ ਪਹਿਲਾਂ ਕੀਤਾ, ਤੇ ਉਹਨਾਂ ਨੇ ਇਹ ਉਸ ਕੈਟਾਗਰੀ ਦੇ ਵਿੱਚ ਪਾਇਆ ਹੋਇਆ ਕਿ ਤੁਹਾਨੂੰ ਜਦੋਂ ਸਿਟੀਜ਼ਨਸ਼ਿਪ ਦੇ ਵਿੱਚ ਸਵਾਲ ਪੁੱਛਿਆ ਸੀਗਾ ਕਿ ਤੁਸੀਂ ਕੋਈ ਫਰਾਡ ਤਾਂ ਨਹੀਂ ਕੀਤਾ, ਤੇ ਤੁਸੀਂ ਕਿਹਾ ਨਹੀਂ, ਤੇ ਫਿਰ ਤੁਸੀਂ ਉਸ ਚੰਗੁਲ ਦੇ ਵਿੱਚ ਜਿਹੜੇ ਆ ਜਾਂਦੇ ਆ। ਤੇ ਫਾਈਨੈਂਸ਼ੀਅਲ ਫਰਾਡ ਤੇ ਮੈਡੀਕੇਅਰ ਮੈਡੀਕੇਡ ਫਰਾਡ, ਇਹਦੇ ਵਿੱਚ ਵੀ ਬਿਫੋਰ ਨੈਚੁਰਲਾਈਜੇਸ਼ਨ ਜਾਂ ਆਫਟਰ ਨੈਚੁਰਲਾਈਜੇਸ਼ਨ ਹੈ ਵੀ? ਹਾਂਜੀ, ਨਹੀਂ, ਇਹ ਬਿਫੋਰ ਨੈਚੁਰਲਾਈਜੇਸ਼ਨ, ਇਹ ਬਿਫੋਰ ਵਾਲੇ ਦੇ ਵਿੱਚ, ਠੀਕ ਹੈ। ਹਾਂਜੀ, 2020 ਤੋਂ ਬਾਅਦ ਜਿਹੜੇ ਲੋਕੀ ਸਿਟੀਜ਼ਨ ਬਣੇ ਉਹਨਾਂ ਤੇ ਜ਼ਿਆਦਾ ਜਿਹੜਾ ਇਹ ਸ਼ਿਕੰਜਾ ਕੱਸ ਹੋਊਗਾ। ਠੀਕ ਹੈ। ਮੈਡੀਕੇਅਰ ਮੈਡੀਕੇਡ ਫਰਾਡ ਦੇ ਵਿੱਚ ਦੇਖੋ, ਇਹਦੇ ਵਿੱਚ ਵੀ ਕਾਫੀ ਲੋਕ ਜਿਹੜੇ ਆ ਜਾਂਦੇ ਆ ਕਿ ਇਨਕਮ ਜਿਹੜੀ ਗਲਤ ਦੱਸਦੀ ਆਪਣੀ ਸਸਤੀ ਇੰਸ਼ੋਰੈਂਸ ਜਿਹੜੀ ਲੈਣ ਲਈ। ਹਰੇਕ ਬੰਦਾ ਜਿਹੜਾ ਐਲੀਜੀਬਲ ਨਹੀਂ ਹੁੰਦਾ, ਪਰ ਹੁਣ ਇਹ ਆ ਕਿ ਤੁਸੀਂ ਹਸਪਤਾਲਾਂ ਦੇ ਵਿੱਚ ਜਾਓ, ਉੱਥੇ ਲੋਕੀ ਬਣਾ ਦਿੰਦੇ ਸੀਗੇ ਫਟਾਫਟ ਜਿਹੜਾ 35 ਸੱਟੇ। ਹੁਣ ਉਹਨੂੰ ਪਤਾ ਨਹੀਂ ਕਾਊਂਟੀ ਵਾਲਿਆਂ ਨੂੰ ਕੋਈ ਇਨਸੈਂਟਿਵ ਹੁੰਦਾ ਸੀਗਾ ਕਿ ਨਹੀਂ ਹੁੰਦਾ ਸੀਗਾ। ਤੇ ਟੈਕਸ ਫਰਾਡ ਤੇ ਪੀਪੀਪੀ ਜਿਹੜਾ ਸੀਗਾ, ਇਹ ਚੀਜ਼ ਵੱਲ ਉਹ ਕਹਿੰਦੇ ਉਹ ਕਰਨਾ। ਇਹਦੇ ਵਿੱਚ ਹੁਣ ਕੰਸਰਨਿੰਗ ਇਹ ਹੋ ਜਾਂਦਾ ਕਿ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਆ, ਮਤਲਬ ਕਿ ਇਹਦੇ ਹਿਸਾਬ ਨਾਲ ਤਾਂ ਤੁਸੀਂ ਤਕਰੀਬਨ ਜਿਹੜਾ ਸੀਗਾ ਅਨਰੀਜ਼ਨੇਬਲੀ ਵੀ ਟਾਰਗੇਟ ਜਿਹੜਾ ਕਰ ਸਕਦੇ ਆ ਮੈਡੀਕੇਅਰ ਮੈਡੀਕੇਡ ਫਰਾਡ। ਹੁਣ ਕਈ ਜਗ੍ਹਾ ਇੰਗਲਿਸ਼ ਦੀ ਲੈਂਗੁਏਜ ਨਹੀਂ ਵੀ ਜਿਹੜੀ ਹੁੰਦੀ ਸੀਗੀ, ਉੱਥੇ ਬੰਦਾ ਹੁਣ ਐਮਰਜੈਂਸੀ ਚ ਗਿਆ, ਉਹ ਭਰ ਦਿੰਦਾ ਸੀਗਾ, ਜਾਂ ਸਾਇੰਸ ਨੂੰ ਕਰ ਦਿੰਦਾ ਸੀਗਾ, ਕਿ ਤੁਸੀਂ ਉਹਦੇ ਵਿੱਚ ਕਿਹੜੇ ਲੈਵਲ ਤੇ ਜਾ ਕੇ ਜਿਹੜਾ ਕਰੋਗੇ। ਇਹ ਚੀਜ਼ ਦਾ ਜਿਹੜਾ ਸੀਗਾ ਡੀਨੈਚੁਰਲਾਈਜੇਸ਼ਨ ਵੱਲ ਕਾਫੀ ਜਿਹੜਾ ਜਾਣਾ। ਤੇ ਜਿਹੜੇ ਟੈਰਰਿਸਟ, ਐਸਪੀਨੇਜ, ਹਿਊਮਨ ਰਾਈਟਸ ਵਾਇਲੇਸ਼ਨ ਜਿਹੜਾ ਨੇ ਕੀਤੀਆਂ, ਉਹਨਾਂ ਲੋਕਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਡੀਨੈਚੁਰਲਾਈਜੇਸ਼ਨ ਦੇ ਲਈ। ਤੇ ਕਿਸੇ ਨੇ ਕੋਈ ਕ੍ਰਿਮੀਨਲ ਇਨਫੋਰਮੇਸ਼ਨ ਵਗੈਰਾ ਜਿਹੜੀ ਕ੍ਰਾਈਮ ਦੇ ਰਿਲੇਟਡ, ਜਿੱਦਾਂ ਆਪਾਂ ਗੱਲ ਕਰਕੇ ਹਟੇ ਆ ਕਿ ਨਹੀਂ ਦਿੱਤੀ ਆਪਣੀ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ, ਪਰ ਉਹਨਾਂ ਨੇ ਉਹ ਕ੍ਰਾਈਮ ਕੀਤਾ ਸੀਗਾ, ਉਹਨਾਂ ਦੇ ਵੱਲ ਉਹਨਾਂ ਨੇ ਜਾਣਾ। ਗੈਂਗ ਅਫੀਲੀਏਸ਼ਨ, ਸੈਕਸ ਅਫੈਂਸਿਸ ਤੇ ਹਿਊਮਨ ਟ੍ਰੈਫਿਕਿੰਗ, ਇਹਦੇ ਵਿੱਚ ਆਪਣੇ ਜਿਹੜੇ ਕਿਸੇ ਨੇ ਕਿਸੇ ਸੱਜਣ ਮਿੱਤਰ ਨੂੰ, ਭਰਾ ਭੈਣ ਨੂੰ, ਰਿਸ਼ਤੇਦਾਰ ਨੂੰ ਬਾਰਡਰ ਟੱਪਣ 'ਚ ਹੈਲਪ ਜਿਹੜੀ ਕੀਤੀ ਆ, ਤੇ ਉਹ ਵਾਲੇ ਲੋਕ ਵੀ ਜਿਹੜੇ ਇਸ ਚੀਜ਼ ਦੇ ਵਿੱਚ ਜਿਹੜੇ ਟ੍ਰੈਫਿਕਿੰਗ ਵੱਲ ਜਿਹੜੇ ਆ ਜਾਂਦੇ ਆ। ਸੋ ਟ੍ਰੈਫਿਕਿੰਗ ਦੇ ਵਿੱਚ ਬੇਸਿਕਲੀ ਇਹ ਹੁੰਦਾ ਕਿ ਬਾਰਡਰ ਤੋਂ ਜਿਹੜੇ ਪਾਰ ਵਾਲੇ ਵਿਅਕਤੀ ਨਾਲ ਤੁਸੀਂ ਡੀਲ ਜਦੋਂ ਕਰ ਰਹੇ ਹੋ, ਉਹਨਾਂ ਨੂੰ ਅਮਰੀਕਾ ਦੇ ਵਿੱਚ ਆਉਣ ਦੇ ਲਈ, ਉਹ ਚੀਜ਼ ਨੂੰ ਟ੍ਰੈਫਿਕਿੰਗ ਇਹ ਜਿਹੜੀ ਮੰਨਦੇ ਆ। ਤੇ ਇਹ ਜਿਹੜਾ 10 ਇਹਨਾਂ ਨੇ ਲਗਭਗ ਕੈਟਾਗਰੀਆਂ ਏਦਾਂ ਦੀਆਂ ਬਣਾਈਆਂ।
ਤੇ ਜਿਹੜੀ ਆਪਣੀ ਕਮਿਊਨਿਟੀ ਨੂੰ ਲੈ ਕੇ ਮੋਸਟਲੀ ਜਿਹੜੀ ਕੰਸਰਨਿੰਗ ਸੀਗੀ ਉਹ ਮੈਡੀਕੇਅਰ ਮੈਡੀਕੇਡ ਫਰਾਡ ਵਾਲਾ ਜਿਹੜਾ ਤੇ ਪੀਪੀਪੀ ਲੋਨ ਜਿਹੜੇ ਸੀਗੇ ਉਹਨਾਂ ਦੇ ਵੱਲ ਜਿਹੜੇ ਹੈਗੇ ਆ। ਤੇ ਅਗੇਨ ਮੈਸੇਜ ਜਿਹੜਾ ਉਹਨਾਂ ਦਾ ਸਿੰਪਲ ਹੀ ਹੈ ਕਿ ਆਪਾਂ ਬੈਕ ਡੇਟਡ ਜਾ ਕੇ ਜਿਹੜਾ ਇਹ ਕਰਾਂਗੇ। ਸੋ ਓਵਰਆਲ ਹੁਣ ਇਹ ਜੇ ਸਾਰੇ ਸਿਨੈਰੀਓ ਨੂੰ ਆਪਾਂ ਦੇਖੀਏ ਤਾਂ ਸਿਟੀਜ਼ਨਸ਼ਿਪ ਦੀ ਤੁਸੀਂ ਕਹਿ ਲਓ ਕਿ ਇੱਕ ਤਾਂ ਇਹਨਾਂ ਨੇ 2 ਕਲਾਸਾਂ ਬਣਾਤੀਆਂ। ਇੱਕ ਤੇ ਹੈਗੇ ਜਿਹੜੇ ਬਾਏ ਬਰਥ ਪੱਕੇ ਹੀ ਇੱਥੇ ਜਿਹੜੇ ਹੈਗੇ ਆ ਉਹਨਾਂ ਨੂੰ ਨਹੀਂ ਹੱਥ ਲਾਇਆ ਜਾ ਸਕਦਾ। ਦੂਜੇ ਜਿਹੜੇ ਬਾਅਦ ਚ ਬਣੇ ਆ ਉਹਨਾਂ ਦੇ ਕੇਸਾਂ ਦੇ ਵਿੱਚ ਇਹ ਉਹਨਾਂ ਦੀ ਫਾਈਲ ਦੀ ਸ਼ਨਾਖਤ ਕਰ ਸਕਦੇ ਆ, ਉਹ ਦੇਖ ਸਕਦੇ ਆ ਕੋਈ ਇਦਾਂ ਦਾ ਝੂਠ ਤਾਂ ਨਹੀਂ ਹੈਗਾ ਕਿ ਇਹਨੇ ਕ੍ਰਾਈਮ ਕੀਤਾ ਸੀਗਾ ਪਰ ਫੜਿਆ ਨਹੀਂ ਗਿਆ ਜਾਂ ਕੁਝ ਵੀ। ਉਹ ਵਾਲੇ ਲੋਕਾਂ ਨੂੰ ਵੀ ਮਤਲਬ ਦੇਖੋ ਜਿਹੜਾ ਤਾਂ ਫੜਿਆ ਗਿਆ ਉਹ ਤਾਂ ਸਿੱਧੀ ਗੱਲ ਆ ਕਿ ਬੰਦੇ ਦੀ ਸਜ਼ਾ ਹੀ ਜਿਹੜੀ ਹੋ ਗਈ ਆ ਉਹਦਾ ਤਾਂ ਆਪਾਂ ਮੰਨਿਆ ਕਿ ਡੀਨੈਚੁਰੇਸ਼ਨ। ਪਰ ਜਿਹੜਾ ਇਹ ਵਾਲਾ ਸਵਾਲ ਹੈਗਾ ਇਹ ਬੜਾ ਟ੍ਰਿਕੀ ਸਵਾਲ ਹੈਗਾ ਕਿ ਤੁਸੀਂ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਸੀਗਾ। ਸੋ ਹੁਣ ਜਿੱਦਾਂ ਪੀਪੀਪੀ ਵਾਲੇ ਜਿਹੜੇ ਹੈਗੇ ਆ ਇਹਦੇ ਵਿੱਚ ਸੇਮ ਚੀਜ਼ ਜਿਹੜੀ ਆ ਗਈ ਕਿ ਜੇ ਪੀਪੀਪੀ ਦੇ ਵਿੱਚ ਸਜ਼ਾ ਉਹਨਾਂ ਨੂੰ ਹੁੰਦੀ ਆ ਤੇ ਫਿਰ ਨੈਚੁਰਲਾਈਜੇਸ਼ਨ ਨਾਲ ਵੀ ਜਿਹੜੀ ਸਜ਼ਾ ਮਤਲਬ ਸਪੈਸੀਫਿਕਲੀ ਉਹਨਾਂ ਨੇ ਮੈਂਸ਼ਨ ਕਰਕੇ ਜਿਹੜਾ ਪੀਪੀਪੀ ਵਾਲਾ ਜਿਹੜਾ ਵਿੱਚ ਉਹਨੇ ਪਾਇਆ ਹੈਗਾ। ਤੇ ਇਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜ਼ਿਆਦਾ ਜਾ ਰਹੀਆਂ ਤੇ ਬਿਜ਼ਨਸ ਓਨਰ ਵਗੈਰਾ ਦੇ ਵਿੱਚ ਕਾਫੀ ਜਿਹੜੇ ਆ ਸਕਦੇ ਆ। ਤੇ ਗੱਲ ਕਰੀਏ ਜਿਹੜੀ ਡਿਊਕ ਵਾਲਾ ਜਿਹੜਾ ਬੰਦਾ ਸੀ, ਜਿਹੜਾ ਪਹਿਲਾ ਬੰਦਾ ਡੀਨੈਚੁਰਲਾਈਜੇਸ਼ਨ ਨੇ ਕੀਤਾ, ਆਰਮੀ ਲਈ ਵੀ ਇਹ ਬੈਟਰ ਸੀਗਾ। ਤੁਸੀਂ ਕਹੋਗੇ ਆਰਮੀ ਲਈ ਇਹਨੇ ਕੰਮ ਕੀਤਾ, ਇਹਨੂੰ ਮਾਫ ਕਰ ਦੇਣਾ, ਨਹੀਂ ਕੀਤਾ। ਇਹਨੇ ਆਪਣੀ ਯੂਕੇ ਦੀ ਸਿਟੀਜ਼ਨਸ਼ਿਪ ਜਿਹੜੀ ਸਰੈਂਡਰ ਕਰਤੀ ਸੀ ਅਮਰੀਕਨ ਸਿਟੀਜ਼ਨ ਬਣਨ ਤੋਂ ਪਹਿਲਾਂ। ਸੋ ਹੁਣ ਇਹ ਬੇਸਿਕਲੀ ਬੰਦਾ ਸਟੇਟਲੈਸ ਹੋ ਗਿਆ। ਯੂਕੇ ਦੀ ਵੀ ਇਹਨੇ ਸਰੈਂਡਰ ਕਰਤੀ, ਯੂਐਸ ਦੀ ਵੀ ਸਰੈਂਡਰ ਕਰਤੀ, ਯੂਐਸ ਨੇ ਜਿਹੜੀ ਇਹਦੀ ਕੈਂਸਲ ਕਰਤੀ। ਇਹ ਬੰਦਾ ਜਿਹੜਾ ਸਟੇਟਲੈਸ ਆ ਤੇ ਆਪਣੀ ਤਰੀਕ ਤੇ ਕੁਝ ਜਾ ਨਹੀਂ ਸਕਿਆ ਸੀਗਾ। ਕੁਝ ਇਦਾਂ ਦੀ ਗੱਲ ਸੀਗੀ ਲੁਈਜ਼ੀਆਨਾ ਚ ਕੋਈ ਪੈਸੇ ਪੂਹੇ ਦਾ ਵੀ ਘਾਟਾ ਸੀਗਾ। ਕਾਫੀ ਸਾਰੇ ਜਿਹੜੇ ਸਪਾਈਸ ਪੂਈ ਜਿਹੜੇ ਹੁੰਦੇ ਆ ਤੁਹਾਨੂੰ ਪਤਾ ਉਹਨਾਂ ਨੂੰ ਕਈ ਸਾਈਕੋਲੋਜੀਕਲ ਲੈਵਲ ਤੇ ਵੀ ਪ੍ਰੋਬਲਮ ਜਿਹੜੀਆਂ ਪੀਟੀਐਸਡੀ ਵਗੈਰਾ ਕਈ ਕੁਝ ਹੁੰਦਾ। ਹਾਂਜੀ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਸਿਵਲ ਐਕਸ਼ਨ ਇਹਨੂੰ ਕਰ ਰਹੇ ਆ ਤੇ ਕਾਫੀ ਸਾਰੇ ਲੋਕੀ ਜਿਹੜੇ ਇਦਾਂ ਦੀ ਕੈਟਾਗਰੀ ਚ ਜਾ ਨਹੀਂ ਸਕਦੇ ਜਾਂ ਅਫੋਰਡ ਨਹੀਂ ਕਰ ਸਕਦੇ। ਕ੍ਰਿਮੀਨਲ ਵਾਲੇ ਚ ਤਾਂ ਵਕੀਲ ਜਿਹੜਾ ਜ਼ਰੂਰੀ ਹੁੰਦਾ। ਸੋ ਕੀਤਾ ਕ੍ਰਾਈਮ ਹੋਊਗਾ, ਹੈਗੀ ਕ੍ਰਿਮੀਨਲ ਐਕਟੀਵਿਟੀ ਮੰਨਣੀ ਆ, ਪਰ ਇਹਨਾਂ ਨੇ ਪ੍ਰੋਸੀਕਿਊਟ ਸਿਵਲ ਡਿਵੀਜ਼ਨ ਚ ਕਰਨਾ ਹੈ। ਹਾਂਜੀ ਮਤਲਬ ਕੁੰਡੀ ਜਾਣੀ ਇਸ ਹਿਸਾਬ ਦੇ ਨਾਲ ਵਸਾਈ ਆ ਵੀ ਮਨੀ ਹੋਊਗੀ ਤੇ ਤੁਸੀਂ ਫਾਈਟ ਕਰ ਲਿਓ, ਨਹੀਂ ਤਾਂ ਫਿਰ ਚਲੋ ਸਤਿ ਸ੍ਰੀ ਅਕਾਲ ਹੀ ਆ। ਹਾਂਜੀ ਸੋ ਇਹ ਫਾਈਟ ਕਰਨੇ ਬੜੇ ਮਹਿੰਗੇ ਇਹ ਟ੍ਰਾਇਲ ਜਿਹੜੇ ਪੈ ਜਾਂਦੇ ਆ। ਤੁਹਾਡੀ ਇੰਡਿਕਟਮੈਂਟ ਵਗੈਰਾ ਜਿਹੜੀ ਹੁੰਦੀ ਆ ਸਿਵਲ ਡਿਵੀਜ਼ਨ ਉਹਨੇ ਦਿੱਤਾ, ਪਰ ਜਿਹੜੇ ਹੁਣ ਤੁਹਾਡੇ ਦੂਜੇ ਕ੍ਰਾਈਮ ਉਹ ਤੁਹਾਨੂੰ ਕ੍ਰਿਮੀਨਲ ਵੀ ਕਰਨੇ ਪੈਣੇ। ਤੁਸੀਂ ਕਹਿ ਲਓ ਕਿ ਲੈ ਦੇ ਕੇ ਜਿਹੜਾ ਸੀਗਾ ਯੂ ਆਰ ਟਾਕਿੰਗ ਥਾਊਜ਼ੈਂਡਸ ਆਫ ਡਾਲਰਸ ਆਪਣੇ ਆਪ ਨੂੰ ਡਿਫੈਂਡ ਕਰਨ ਲਈ। ਤੇ ਜਿਹੜਾ ਮਕਾਰਥੀ ਜਿਹੜੇ ਸੀਗੇ ਜਿਵੇਂ ਤੁਹਾਨੂੰ ਦੱਸਿਆ ਕਿ 1940-50 ਦੇ ਦਹਾਕੇ ਦੇ ਵਿੱਚ ਤੇ ਕਾਫੀ ਸਾਰੇ ਜਿਹੜੇ 22,000 ਇੱਕ ਸਾਲ ਦੇ ਵਿੱਚ ਡੀਨੈਚੁਰੇਸ਼ਨ ਹੋਏ ਸੀਗੇ। 1967 ਚ ਸੁਪਰੀਮ ਕੋਰਟ ਨੂੰ ਇੰਟਰਵੀਨ ਜਿਹੜਾ ਕਰਨਾ ਪਿਆ ਸੀਗਾ ਕਿ ਅਮਰੀਕੀ ਡੈਮੋਕ੍ਰੇਸੀ ਦੇ ਨਾਲ ਮੇਚ ਨਹੀਂ ਖਾਂਦੀ ਇਦਾਂ ਦੀ ਚੀਜ਼ ਕਿ ਤੁਸੀਂ ਸਿਟੀਜ਼ਨ ਨੂੰ ਜਾ ਕੇ ਜਿਹੜੇ ਟਾਰਗੇਟ ਕਰ ਰਹੇ ਆ। ਤੇ ਕੀ ਉਹ ਫਿਰ ਬੈਂਚਮਾਰਕ ਅਜੇ ਮੌਜੂਦ ਨਹੀਂ ਆ? ਉਹ ਜੇ ਉਦੋਂ ਨਹੀਂ ਸੀ ਅਮਰੀਕਨ ਡੈਮੋਕ੍ਰੇਸੀ ਦੇ ਨਾਲ ਇਨਕਨਸਿਸਟੈਂਟ ਸੀ ਤੇ ਕੀ ਹੁਣ ਵੀ ਇਨਕਨਸਿਸਟੈਂਟ ਮੰਨੀ ਜਾਊਗੀ ਜਾਂ ਕੰਸਿਸਟੈਂਟ ਮੰਨੀ ਜਾਊਗੀ? ਦੇਖੋ ਜੀ ਉਸ ਤੋਂ ਬਾਅਦ ਜਿਹੜਾ ਸੀਗਾ 20,000 ਤੋਂ ਘਟ ਕੇ ਉਹ 5-6 ਕੇਸ ਜਿਹੜੇ ਡੀਨੈਚੁਰਲਾਈਜੇਸ਼ਨ ਦੇ ਹੁੰਦੇ ਸੀਗੇ, ਘੱਟ ਹੁੰਦੇ ਸੀਗੇ। ਤੇ ਇਹਦਾ ਦਰਵਾਜ਼ਾ ਫਿਰ ਓਬਾਮੇ ਨੇ ਖੋਲਿਆ। ਅੱਛਾ। ਆਪਰੇਸ਼ਨ ਜੋਨਸ ਕਰਕੇ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਓਬਾਮੇ ਨੇ। ਤੇ ਉਹਦੇ ਵਿੱਚ ਇਹਨੇ ਨੈਸ਼ਨਲ ਸਿਕਿਉਰਿਟੀ ਇੰਟਰਸਟ ਦੇ ਜਿਹੜੇ ਸੀਗੇ ਕਿ ਇਹਨਾਂ ਦੇ ਟੈਰਰਿਸਟ ਨਾਲ ਲਿੰਕ ਹੋ ਸਕਦੇ ਆ, ਇਦਾਂ ਕਰਕੇ ਉਹਨਾਂ ਨੇ ਕਾਫੀ ਜਿਹੜੇ ਡੀਨੈਚੁਰਲਾਈਜੇਸ਼ਨ ਜਿਹੜੀ ਕਰਨੀਆਂ ਸ਼ੁਰੂ ਕੀਤੀਆਂ ਸੀ। ਫਿਰ ਇਹ ਰੁਕ ਗਿਆ। ਹੁਣ ਟਰੰਪ ਉਹਨਾਂ ਨੇ ਆ ਕੇ ਦੁਬਾਰਾ ਜਿਹੜਾ ਸੀਗਾ ਉਹ ਚੱਕ ਲਿਆ। ਤੇ ਹੁਣ ਇਸ ਵੇਲੇ ਉਹ ਕਹਿੰਦੇ ਆ ਕਿ ਕਾਫੀ ਜਿਹੜੀ ਮਤਲਬ ਤੁਸੀਂ ਦੇਖ ਲਓ ਕਿ ਟੌਪ 5 ਇਹਨਾਂ ਦੀ ਪ੍ਰਾਇੋਰਟੀਜ਼ ਹੈਗੀਆਂ ਡੀਨੈਚੁਰਲਾਈਜੇਸ਼ਨ ਵਾਲੀਆਂ। ਉਧਰਲੇ ਪਾਸੇ ਨੂੰ ਜਿਹੜੀਆਂ ਇਹ ਕਹਿੰਦੇ ਚੀਜ਼ਾਂ ਜਿਹੜੀਆਂ ਜਾ ਰਹੀਆਂ। ਆਪਰੇਸ਼ਨ ਜੈਨਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਡਿਪੋਰਟ ਕਰਨ ਵਾਲਾ ਕੋਈ ਹੋਰ ਨਹੀਂ, ਆਪਣਾ ਪੰਜਾਬੀ ਮੂਲ ਦਾ ਬੰਦਾ ਸੀ, ਬਲਜਿੰਦਰ ਸਿੰਘ ਏ ਦਵਿੰਦਰ ਸਿੰਘ। ਉਹਦਾ ਸਰਟੀਫਿਕੇਟ ਆਫ ਜਿਹੜਾ ਨੈਚੁਰਲਾਈਜੇਸ਼ਨ ਆ ਸਭ ਤੋਂ ਪਹਿਲਾਂ 5 ਜਨਵਰੀ 2018 ਨੂੰ ਕੈਂਸਲ ਜਿਹੜਾ ਆ ਉਹ ਕੀਤਾ ਗਿਆ ਸੀਗਾ। ਸੋ ਉਦੋਂ ਉਹਨਾਂ ਨੇ ਜਿਹੜਾ ਕੀਤਾ ਸੀ ਆਪਰੇਸ਼ਨ ਜੈਨਸ ਦੇ ਤਹਿਤ ਉਹ ਮੰਨਦੇ ਸੀਗੇ ਉਸ ਟਾਈਮ ਦੇ ਉੱਤੇ ਵੀ 3,15,000 ਕੇਸ ਨੇ ਆਇਡੈਂਟੀਫਾਈ ਕੀਤੇ ਆ ਫਿੰਗਰਪ੍ਰਿੰਟ ਡਾਟਾ ਤੋਂ, ਵੀ ਉਹ ਸੈਂਟਰਲ ਡਿਜੀਟਲ ਫਿੰਗਰਪ੍ਰਿੰਟ ਦੇ ਵਿੱਚੋਂ ਮਿਸਿੰਗ ਨੇ। ਤੇ ਕਹਿੰਦੇ ਵੀ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਚੈੱਕ ਕਰਨਾ ਆ ਆਪਾਂ ਉਹਨਾਂ ਸਾਰੇ ਕੇਸਾਂ ਨੂੰ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਬਲਜਿੰਦਰ ਸਿੰਘ ਦਵਿੰਦਰ ਸਿੰਘ ਜਿਹੜਾ ਆ ਉਹ ਇੰਡੀਆ ਤੋਂ ਸੀ। 25 ਸਤੰਬਰ 1991 ਨੂੰ ਕਹਿੰਦੇ ਵੀ ਉਹ ਆਇਆ ਸੀਗਾ, ਸੈਨ ਫਰਾਂਸਿਸਕੋ ਦੇ ਵਿੱਚ ਉਤਰਿਆ ਸੀ। ਨਾ ਉਹਦੇ ਕੋਲ ਕੋਈ ਉਦੋਂ ਟਰੈਵਲ ਡਾਕੂਮੈਂਟ ਸੀ, ਨਾ ਪ੍ਰੂਫ ਆਫ ਆਇਡੈਂਟਿਟੀ ਸੀ। ਉਹਨੇ ਕਿਹਾ ਵੀ ਮੇਰਾ ਨਾਂ ਦਵਿੰਦਰ ਆ। ਉਹਨੂੰ ਪ੍ਰੋਸੀਡਿੰਗ ਦੇ ਵਿੱਚ ਪਾਇਆ ਗਿਆ, ਇਮੀਗ੍ਰੇਸ਼ਨ ਕੋਰਟ 'ਚ ਪਹੁੰਚਿਆ ਨਹੀਂ, ਐਕਸਕਲੂਡ ਕੀਤਾ ਗਿਆ, ਡਿਪੋਰਟ ਕਰ ਦਿੱਤਾ ਗਿਆ।
ਤੇ 4 ਵੀਕ ਬਾਅਦ ਉਹਨੇ ਫਿਰ ਇੱਕ ਅਸਾਈਲਮ ਐਪਲੀਕੇਸ਼ਨ ਜਿਹੜੀ ਉਹ ਲਾਈ, ਪਰ ਇਸ ਵਾਰ ਲਾਈ ਉਹਨੇ ਬਲਜਿੰਦਰ ਸਿੰਘ ਦੇ ਜਿਹੜੇ ਉਹ ਨਾਮ ਦੇ ਜਿਹੜਾ ਉੱਤੇ, ਤਾਂ ਉਹ ਨਿਊ ਜਰਸੀ 'ਚ ਰਹਿ ਰਿਹਾ ਸੀ ਜਦੋਂ ਇਸ ਨੂੰ ਜਿਹੜਾ ਉਹ ਡਿਪੋਰਟ ਇੱਕ ਹਿਸਾਬ ਦੇ ਨਾਲ ਡੀਨੈਚੁਰਲਾਈਜ਼ ਜਿਹੜਾ ਉਹ ਕੀਤਾ ਗਿਆ ਸੀ। ਸੋ ਇਦਾਂ ਦੀਆਂ ਸਟੋਰੀਆਂ ਤਾਂ ਪਤਾ ਨਹੀਂ ਕਿੰਨੇ ਦੀਆਂ ਆ ਵੀ ਇੱਕ ਤੋਂ ਵੱਧ ਨਾਵਾਂ ਦੇ ਨਾਲ ਕਈਆਂ ਨੇ ਜਿਹੜੇ ਕੇਸ ਜਿਹੜੇ ਉਹ ਅਪਲਾਈ ਕੀਤੇ ਸੀਗੇ। ਸੋ ਇਹ ਜਿਹੜਾ ਆਪਰੇਸ਼ਨ ਜੈਨਸ ਦੀ ਥੋੜੀ ਜਿਹੀ ਤੁਹਾਨੂੰ ਕਹਿ ਸਕਦੇ ਆ ਵੀ ਉਹ ਹਿਸਟਰੀ ਲੈਸਨ ਜਿਹੜਾ ਉਹ ਨਾਲ ਦੱਸਿਆ ਹੈ ਜੀ। ਇਹਦੇ ਵਿੱਚ ਜੀ ਦੇਖੋ ਉਹਨਾਂ ਨੇ ਅਗੇਨ ਉਹੀ ਗੱਲ ਆ ਜਾਂਦੀ ਕਿ ਸੱਜਣ ਮਿੱਤਰ ਵਾਲੀ ਸਲਾਹ, ਠੀਕ ਹੈ ਕਿ ਨਹੀਂ, ਹਰੇਕ ਬੰਦਾ ਡਾਕਟਰ ਹਕੀਮ ਵਾਲੀ ਸਲਾਹ ਕਿ ਸ਼ਾਰਟਕਟ ਕਿੱਦਾਂ ਲੈਣਾ, ਤੇ ਆਪਣੇ ਵਕੀਲਾਂ ਦੇ ਹਿਸਾਬ ਨਾਲ ਤੁਸੀਂ ਜਿਹੜਾ ਪਲੀਜ਼ ਚੱਲਿਆ ਕਰੋ। ਲੌਂਗ ਟਰਮ ਜਿਹੜੇ ਇੰਪਲੀਕੇਸ਼ਨ ਜਿਹੜੇ ਹੁੰਦੇ ਹੈਗੇ, ਛੋਟੀ ਸਲਾਹ ਹੁਣ ਕੀ ਸੀਗਾ ਕਿ ਫਿੰਗਰਪ੍ਰਿੰਟ ਉਹਨਾਂ ਨੇ ਜਦੋਂ ਲਏ ਉਦੋਂ ਸੀਗੇ ਸ਼ਾਹੀਆਂ ਵਾਲੇ ਜਿਹੜੇ ਹੁੰਦੇ ਸੀਗੇ ਅੰਗੂਠਾ ਤੁਸੀਂ ਲਾਣਾ, ਇਹਨਾਂ ਨੇ ਜਿਹੜਾ ਸੀਗਾ ਟਾਈਮ ਕੱਢ ਕੇ ਇਹਨਾਂ ਨੇ ਕੰਪਿਊਟਰ 'ਚ ਪਾਤੇ। ਉਹ ਦੇਖੋ ਕੰਪਿਊਟਰ ਨਾਲ ਜਿਹੜਾ ਮੈਚ ਹੋ ਗਏ, ਫਾਈਲਾਂ ਦੋ ਨਾਮ ਨਿਕਲੇ, ਉਹ ਬੰਦੇ ਸਿਟੀਜ਼ਨ ਬਣੇ ਸੀਗੇ, ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰਤਾ। ਮਤਲਬ ਕਿ 1991 'ਚ ਟੈਕਨੋਲੋਜੀ ਨਹੀਂ ਸੀਗੀ, ਪਰ ਹੁਣ ਟੈਕਨੋਲੋਜੀ ਜਿਹੜੀ ਆ ਗਈ ਆ। ਉਸ ਤੋਂ ਬਾਅਦ ਜਿਹੜਾ ਫੇਸ਼ੀਅਲ ਰਿਕਗਨੀਸ਼ਨ ਸੀਗਾ, ਤੁਸੀਂ ਦੇਖੋ ਕਿ ਟੈਕਨੋਲੋਜੀਆਂ ਕਿੱਦਾਂ ਇਵੋਲਵ ਹੁੰਦੀਆਂ, ਠੀਕ ਆ। ਹੁਣ ਤੁਸੀਂ ਕੰਨ ਵਿੱਚ ਕੋਈ ਲੈਣਾ ਦੇਣਾ ਨਹੀਂ ਇਹਦਾ ਸੀਗਾ, ਤੁਸੀਂ ਦੇਖੋ ਕਿ ਫੋਟੋਆਂ ਜਿਹੜੀਆਂ ਸੀਗੀਆਂ, ਬੰਦੇ ਦੀ ਉਮਰ ਭਾਵੇਂ 20 ਸਾਲ ਹੋਵੇ, ਉਹ ਹੁਣ ਜਿਹੜਾ ਸੀਗਾ ਉਹਨੂੰ ਜਿਹੜਾ ਸੀਗਾ ਕਿ ਸਿਸਟਮ ਦੇ ਵਿੱਚ ਇਹ ਪਾ ਰਹੇ ਆ ਕਿ ਬੰਦਾ ਹੁਣ ਜੇ ਅੱਜ 50 ਸਾਲ ਦਾ ਹੋਊਗਾ ਕਿੱਦਾਂ ਦਿਖੂਗਾ, ਕਿਹਦੇ ਨਾਲ ਇਹਦੀ ਸ਼ਕਲ ਜਿਹੜੀ ਮਿਲੂਗੀ। ਉਹ ਹੁਣ ਉਹਦੇ ਉੱਤੇ ਤੁਸੀਂ ਲਗਾ ਲਓ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ, ਕਿ ਤੁਹਾਨੂੰ ਸਾਰੀ ਚੀਜ਼ ਜਿਹੜੀ ਆਪ ਕੋਈ ਇਦਾਂ ਤਾਂ ਹੈ ਨਹੀਂ ਕਿ ਹਿਊਮਨ ਬੀਇੰਗ ਨੇ ਜਾ ਕੇ ਜਿਹੜੀ ਦੇਖਣੀ ਆ। ਇਹ ਜਿਹੜੇ ਡੇਟਾਬੇਸਿਸ ਜਿਹੜੇ ਹੈਗੇ ਆ, ਇਹ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਤੁਸੀਂ ਸਿੱਧੇ ਰਨ ਕਰ ਸਕਦੇ ਆ ਕਿ ਕੀ ਕੋਈ ਇਨਕਨਸਿਸਟੈਂਸੀ ਤਾਂ ਨਹੀਂ ਦਿਖ ਰਹੀ। ਮਤਲਬ ਕਿ ਲਾਈਟਨਿੰਗ ਸਪੀਡ ਤੇ ਹਨਾ, ਹੁਣ ਕੰਪਿਊਟਿੰਗ ਸਪੀਡ ਵੀ ਓਵਰ ਪੀਰੀਅਡ ਆਫ ਟਾਈਮ ਵਧੀ ਜਾਣੀ ਆ। ਇਹ ਟੈਕਨੋਲੋਜੀਜ਼ ਅਜੇ ਜਿਹੜੀਆਂ ਸ਼ੁਰੂ ਹੀ ਹੋਈਆਂ ਕਿ ਕਿੱਦਾਂ ਫਰਾਡ ਡਿਟੈਕਸ਼ਨ ਵਾਲੀਆਂ, ਤੇ ਇਹ ਜਿਹੜੀ ਸਰਕਾਰ ਸੀਗੀ ਇਹਨੇ ਆਲਰੇਡੀ ਜਿਹੜੀਆਂ ਫਰਾਡ ਡਿਟੈਕਸ਼ਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਯੂਜ਼ ਜਿਹੜੀਆਂ ਕੀਤੀਆਂ। ਹਾਂਜੀ, ਤੇ ਇਹ ਮਤਲਬ ਹੁਣ ਕੋਈ ਗੱਲ ਇੰਨੀ ਕੋਈ ਔਖੀ ਨਹੀਂ ਦੇ ਦੋ, ਸਾਰੀ ਚੀਜ਼ ਕੰਪਿਊਟਰ ਸਿਸਟਮ 'ਚ ਹੁੰਦੀ ਆ, ਠੀਕ ਆ। ਕੋਈ ਵੀ ਚੀਜ਼ ਲੱਭਣੀ ਆ, ਫੋਰ ਐਗਜ਼ਾਮਪਲ ਕਿਹੜਾ ਹਸਪਤਾਲ ਆ, ਉਹਨੇ 2 ਸੇਮ ਤਰ੍ਹਾਂ ਦੀਆਂ ਲੈਟਰਾਂ ਇਸ਼ੂ ਕੀਤੀਆਂ, ਮਿੰਟਾਂ ਸਕਿੰਟਾਂ ਦਾ ਜਿਹੜਾ ਖੇਡ ਜਿਹੜੀ ਹੈਗੀ ਆ, ਕਿੱਦਾਂ ਲੱਗੂਗੀ ਇਹਦਾ ਕੋਈ ਹੋਰ ਜਿਹੜੀ ਆਈਡੀ ਸੋਸ਼ਲ ਸਿਕਿਉਰਿਟੀ ਕਿਸੇ ਹੋਰ ਚੀਜ਼ 'ਚ ਮੈਚ ਤਾਂ ਨਹੀਂ ਆਉਂਦਾ। ਹੁਣ ਜਿਹੜਾ ਸਾਰਾ ਸਿਸਟਮ ਹੈਗਾ, ਟਰੂ ਆਈਡੀ ਤੋਂ ਲੈ ਕੇ ਪਾਸਪੋਰਟ ਤੋਂ ਲੈ ਕੇ ਸੋਸ਼ਲ ਸਿਕਿਉਰਿਟੀ ਤੋਂ ਲੈ ਕੇ, ਤੁਸੀਂ ਲਾ ਲਓ ਹਰ ਵਾਰੀ ਤੁਸੀਂ ਜਹਾਜ਼ ਚੜ੍ਹਨਾ, ਤੁਹਾਨੂੰ ਜਿਹੜੀ ਮੈਂਡੇਟਰੀ ਫੋਟੋਆਂ ਜਿਹੜੀਆਂ ਤੁਹਾਨੂੰ ਖਿੱਚਣੀਆਂ ਇਹ ਜਿਹੜੀਆਂ ਪੈਂਦੀਆਂ ਜੀ। ਤੇ ਅਲਟੀਮੇਟਲੀ ਹੁਣ ਜਿਹੜਾ ਫੰਡਿੰਗ ਦੀ ਇਹਨਾਂ ਨੂੰ ਪ੍ਰੋਬਲਮ ਨਹੀਂ ਹੁਣ ਹੈਗੀ, ਠੀਕ ਹੈ ਕਿ ਨਹੀਂ। $150 ਬਿਲੀਅਨ ਇਹਨਾਂ ਨੇ ਜਿਹੜਾ ਉਹ ਕਰਤਾ। ਤੇ ਬੇਸਿਕਲੀ ਹੁਣ ਜਿਹੜੇ ਸਿਟੀਜ਼ਨ ਸੀਗੇ, ਪਹਿਲਾਂ ਤਾਂ ਫੜ ਹੁੰਦੇ ਸੀਗੇ ਕਿ ਕੋਈ, ਜਿੱਦਾਂ ਮੈਂ ਦੱਸਿਆ ਕਿ ਸੱਜਣ ਮਿੱਤਰ ਕਿਸੇ ਨਾਲ ਲੜਾਈ ਹੋ ਗਈ, ਭੇਤੀ ਨੇ ਕਿਸੇ ਨੇ ਕੋਈ ਇਨਫੋਰਮੇਸ਼ਨ ਦੇ ਦਿੱਤੀ ਕਿ ਨਹੀਂ ਇਹ ਤਾਂ ਫਲਾਨੀ ਕੰਟਰੀ ਰਹਿ ਕੇ ਆਇਆ, ਇਹਨੇ ਦੱਸਿਆ ਨਹੀਂ ਆਪਣੇ ਅਸਾਲਮ 'ਚ। ਤੇ ਹੁਣ ਜਿਹੜੀਆਂ ਸੀਗੀਆਂ ਚੀਜ਼ਾਂ ਉਹ ਘਰ ਦੇ ਭੇਤੀ ਵਾਲੀ ਗੱਲ ਨਹੀਂ ਰਹੀ। ਹੁਣ ਜਿਹੜਾ ਹੈਗਾ ਕਿ ਜਿਹੜਾ ਭੇਤੀ ਜਿਹੜਾ ਹੁੰਦਾ ਉਹ ਹੁੰਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਕਿ ਸਿਸਟਮ ਕਿਹੜੇ ਡੇਟਾਬੇਸ। ਹੁਣ ਜਿਹੜੀ ਤੁਸੀਂ ਦੇਖੋ ਕਿ ਮੈਨੂਅਲ ਐਂਟਰੀ ਤੋਂ ਜਿਹੜਾ ਹੁਣ ਇਹ ਜਿਹੜੇ ਸਾਰੇ ਸਿਸਟਮ ਸੀਗੇ ਆਟੋਮੇਟ, ਇਹ ਕਿੱਡੇ ਵਧੀਆ ਤਰੀਕੇ ਨਾਲ ਜਿਹੜਾ ਕੰਮ ਜਿਹੜਾ ਕਰਦੇ ਆ, ਉਹ ਬੇਸਿਕਲੀ ਟੈਕਨੋਲੋਜੀ ਨੂੰ ਹੁਣ ਜਿਹੜਾ ਲੋਕਾਂ ਪਿੱਛੇ ਜਿਹੜਾ ਛੱਡ ਰਹੇ ਆ। ਤੇ ਡੀਨੈਚੁਰਲਾਈਜੇਸ਼ਨ ਵਾਲਾ ਜਿਹੜਾ ਪ੍ਰੋਜੈਕਟ ਸੀਗਾ, ਇਹਦੇ ਵਿੱਚ ਜਿਹੜੇ ਡਬਲ ਨਾਮਾਂ ਵਾਲੇ ਲੋਕ ਸੀਗੇ, ਠੀਕ ਆ, ਜਿਹਨਾਂ ਦਾ ਕਿਤੇ ਵੀ ਫਿੰਗਰਪ੍ਰਿੰਟ ਵਗੈਰਾ ਲੱਗੀ ਆ ਜਾਂ ਨਹੀਂ ਵੀ ਲੱਗੀ ਆ, ਜਿਹਨਾਂ ਨੇ ਭਾਵੇਂ ਫੋਟੋ ਹੀ ਆਪਣੀ ਜਿਹੜੀ ਲੱਗੀ ਹੋਏ, ਫੋਟੋ ਤਾਂ ਹਰ ਪੁਰਾਣੇ ਤੇ ਲੱਗੀ ਸੀਗੀ, ਉਹ ਜਦੋਂ ਇਹ ਸਿਸਟਮ ਦੇ ਵਿੱਚ ਲੈ ਕੇ ਜਿਹੜੇ ਆ ਰਹੇ ਆ, ਤੇ ਉਸ ਹਿਸਾਬ ਨਾਲ ਫਿਰ ਉਹ ਜਿਹੜਾ ਹੁਣ ਟਾਰਗੇਟ ਜਿਹੜਾ ਕਰੂਗੇ। ਸੋ ਇਹ ਇਹਨਾਂ ਦੀ ਟੌਪ 5 ਪ੍ਰਾਇੋਰਟੀਜ਼ ਦੇ ਵਿੱਚ ਏਦਾਂ ਇਹਨਾਂ ਨੇ ਕਿਹਾ। ਬਾਕੀ ਦੇਖਦੇ ਹਾਂ ਹੁਣ ਕਿੱਦਾਂ ਜੋ ਵੀ ਇਨਫੋਰਮੇਸ਼ਨ ਆਊਗੀ ਉਹ ਤੁਹਾਡੇ ਨਾਲ ਆਪਾਂ ਸਾਂਝੀ ਜਿਹੜੀ ਕਰਦੇ ਰਹਾਂਗੇ ਕਿੱਦਾਂ। ਹੁਣ ਇਹਨੂੰ ਤੁਸੀਂ ਟੈਨਸ਼ਨ ਵਾਲੀ ਗੱਲ ਮੰਨਣੀ ਹੈ, ਟੈਨਸ਼ਨ ਵਾਲੀ ਗੱਲ ਮੰਨ ਲਓ। ਤੁਸੀਂ ਇਹਨੂੰ ਨਿਊਜ਼ ਵਰਦੀਨੈਸ ਦੇਖਣਾ, ਤੁਸੀਂ ਨਿਊਜ਼ ਵਰਦੀਨੈਸ ਦੇਖ ਲਓ ਕਿੱਦਾਂ ਵਾ। ਇਹ ਕੋਈ ਆਪਾਂ ਤਾਂ ਖਬਰ ਬਣਾਈ ਨਹੀਂ, ਇਹ ਤਾਂ ਹੁਣ ਮੈਂ ਕਿਹਾ ਉਹਨਾਂ ਨੇ ਆ ਕਿ ਜੇ ਟੌਪ 5 ਦੀ ਜਗ੍ਹਾ ਉਹਨਾਂ ਨੇ ਟੌਪ 50 ਪ੍ਰਾਇੋਰਟੀ ਰੱਖੀ ਹੁੰਦੀ, ਮੈਂ ਤੁਹਾਨੂੰ ਆ ਕੇ ਟੌਪ 50 ਦੱਸਣੀ ਸੀਗੀ। ਪਰ ਅਨਫੋਰਚੂਨੇਟਲੀ ਉਹ ਕਹਿੰਦੇ ਆ ਕਿ ਇਹ ਟੌਪ 5 ਜਿਹੜੀ ਪ੍ਰਾਇੋਰਟੀ ਆ। ਤੇ ਸਭ ਤੋਂ ਜ਼ਿਆਦਾ ਜਿਹੜਾ ਸੀਗਾ PPP ਲੋਨ ਵਾਲੇ ਜਿਹੜੇ ਬੰਦੇ ਆ, ਤੇ ਜਿਹੜੇ ਮੈਡੀਕੇਅਰ ਮੈਡੀਕੇਡ ਫਰਾਡ ਵਾਲੇ ਜਿਹੜੇ ਬੰਦੇ ਆ, ਉਹ ਇਹਨਾਂ ਦੀ ਮੇਨ ਪ੍ਰਾਇੋਰਟੀ ਜਿਹੜੀ ਹੋਣੇ ਆ। ਜੀ ਜੀ, ਥੈਂਕ ਯੂ, ਬੜੀ ਮਿਹਰਬਾਨੀ ਅਟਾਰਨੀ ਢਿਲਕਿਆਣਾ ਜੀ। ਸ਼ੁਕਰੀਆ ਇਹਨਾਂ ਸਾਰੀਆਂ ਜਿਹੜੀਆਂ ਨਿਊਜ਼, ਇਹਨਾਂ ਸਾਰੀਆਂ ਖਬਰਾਂ ਦੇ ਬਾਰੇ ਜਿਹੜੀਆਂ ਉਹ ਵਿਸਤਾਰ 'ਚ ਜਾਣਕਾਰੀਆਂ ਜਿਹੜੀਆਂ ਉਹ ਦੇਣ ਦੇ ਲਈ। ਸੋ ਮਿਲਦੇ ਹਾਂ ਜੀ ਆਪਾਂ ਫਿਰ ਨੈਕਸਟ ਟਾਈਮ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।